ਬਲਦੇਵ ਸਿੰਘ ਢਿੱਲੋਂ ਦਾ ਨਾਵਲ ਹੈ ਗੁਸਤਾਖੀ ਮਾਫ। ਅੰਗ ਪਹਿਲਾ। ਕਿੰਨਾ ਹੀ ਚਿਰ ਮੋਹਲੇ ਧਾਰ ਮੀਂਹ ਪੈਣ ਪਿੱਛੋਂ ਹੁਣ ਉਹਦਾ ਜ਼ੋਰ ਘਟ ਗਿਆ ਸੀ। ਗਲੀਆਂ ਨਾਲੀਆਂ 'ਚ ਵਗ ਰਿਹਾ ਮੀਂਹ ਦਾ ਪਾਣੀ ਕਿਸੇ ਪਹਾੜੀ ਨਾਲੇ ਵਾਂਗ ਖੜਕਾਟ ਪਾ ਰਿਹਾ ਸੀ। ਅਸਮਾਨ 'ਚ ਕਾਲੇ ਬੱਦਲਾਂ ਦਾ ਜਮਘਟਾ ਭਾਰੀ ਗੜਗਾਹਟ ਪੈਦਾ ਕਰ ਰਿਹਾ ਸੀ। ਬੱਦਲਾਂ ਦੀ ਗਰਜ ਦੇ ਨਾਲ ਹੀ ਅਸਮਾਨੀ ਬਿਜਲੀ ਲਗਾਤਾਰ ਲਿਸ਼ਕਾਰੇ ਮਾਰ ਰਹੀ ਸੀ। ਮੀਂਹ ਘਟਣ ਨਾਲ ਤੇਜ਼ ਹਵਾ ਚੱਲ ਪਈ ਸੀ ਜੋ ਘਰਾਂ ਦੀਆਂ ਕੰਧਾਂ ਤੇ ਦਰਖਤਾਂ ਨਾਲ ਟਕਰਾ ਕੇ ਚੀਖਾਂ ਵਰਗੀ ਡਰਾਉਣੀ ਆਵਾਜ਼ ਪੈਦਾ ਕਰ ਰਹੀ ਸੀ। ਬਿਜਲੀ ਦੀਆਂ ਖੰਭਿਆਂ ਉੱਪਰ ਲੱਗੀਆਂ ਤਾਰਾਂ ਨਾਲ ਟਕਰਾ ਕੇ ਸੀਟੀਆਂ ਵਜਾ ਰਹੀ ਸੀ। ਸੜਕਾਂ ਦਿਆਂ ਕਿਨਾਰਿਆਂ ਤੇ ਕੋਠੀਆਂ 'ਚ ਲੱਗੇ ਦਰਖਤ ਦੂਰੇ ਹੋ ਜਾ ਰਹੇ ਸਨ। ਸਾਰਾ ਸ਼ਹਿਰ ਆਪੋ ਆਪਣੇ ਘਰਾਂ ਦੇ ਅੰਦਰ ਲੁਕਿਆ ਹੋਇਆ ਸੀ। ਸਾਰੇ ਗਲੀਆਂ ਬਾਜ਼ਾਰ ਕਿਸੇ ਭੂਤ ਬੰਗਲੇ ਵਾਂਗ ਸੁੰਨਸਾਨ ਦਿਖਾਈ ਦੇ ਰਹੇ ਸਨ। ਕਿਤੇ ਕਿਤੇ ਖੰਭੇ ਨਾਲ ਲੱਗਿਆ ਮਿਊਨਿਸਪੈਲਿਟੀ ਦਾ ਜਾਗ ਰਿਹਾ ਬੱਲਬ ਇੱਥੇ ਜੀਵਨ ਦੀ ਹੋਂਦ ਦਾ ਸਬੂਤ ਦੇ ਰਿਹਾ ਸੀ। ਨਹੀਂ ਤਾਂ ਸਾਰਾ ਸ਼ਹਿਰ ਇਸ ਭਿਆਨਕ ਤੂਫਾਨੀ ਰਾਤ ਵਿੱਚ ਇੱਕ ਡਰਾਉਣਾ ਦ੍ਰਿਸ਼ ਬਣਿਆ ਹੋਇਆ ਸੀ। ਕਿਧਰੇ ਵੀ ਕੋਈ ਬੰਦਾ ਜਾਂ ਜਾਨਵਰ ਦਿਖਾਈ ਨਹੀਂ ਦੇ ਰਿਹਾ ਸੀ। ਰਾਤ ਦੇ ਲਗਭਗ 12 ਵੱਜ ਚੁੱਕੇ ਸਨ। ਕੰਮੋਂ ਬੈੱਡ ਉੱਤੇ ਸਿੱਧੀ ਸਤੋਰ ਪਈ ਕਈ ਘੰਟਿਆਂ ਤੋਂ ਲਗਾਤਾਰ ਛੱਤ ਵੱਲ ਦੇਖੀ ਜਾ ਰਹੀ ਸੀ। ਬੱਦਲਾਂ ਦੀ ਗੜਗੜਾਹਟ ਤੇ ਘੜੀ ਮੁੜੀ ਕਮਰੇ ਦੇ ਸ਼ੀਸ਼ਿਆਂ ਵਿੱਚੋਂ ਦੀ ਅੰਦਰ ਲਿਸ਼ਕਾਰੇ ਮਾਰ ਰਹੀ ਬਿਜਲੀ ਦੀ ਰੌਸ਼ਨੀ ਵੱਲ ਉਹਦਾ ਕੋਈ ਧਿਆਨ ਨਹੀਂ ਸੀ। ਉਹ ਕਦੀ ਲੰਮੇ ਲੰਮੇ ਸਾਹ ਭਰਨ ਲੱਗ ਜਾਂਦੀ ਤੇ ਕਦੀ ਹੌਲੀ ਹੌਲੀ ਸਾਹ ਲੈਣ ਲੱਗ ਪੈਂਦੀ। ਕਦੀ ਉਹਦੀਆਂ ਅੱਖਾਂ ਪੂਰੀਆਂ ਹੀ ਅੱਡੀਆਂ ਜਾਂਦੀਆਂ ਤੇ ਕਦੀ ਅੱਧ ਖੁੱਲੀਆਂ ਹੋ ਜਾਂਦੀਆਂ। ਇਸ ਤਰ੍ਹਾਂ ਕਈ ਘੰਟਿਆਂ ਦੇ ਮਾਨਸਿਕ ਸੰਘਰਸ਼ ਪਿੱਛੋਂ ਉੱਠ ਕੇ ਬੈਠ ਗਈ। ਉਹਨੇ ਆਪਣੀਆਂ ਲੱਤਾਂ ਬੈੱਡ ਤੋਂ ਹੇਠਾਂ ਲਮਕਾ ਲਈਆਂ। ਉਹਦੇ ਬਰਾਬਰ ਪਿਆ ਆਦਮੀ ਉਸ ਵੱਲ ਪਿੱਠ ਕਰਕੇ ਸੁੱਤਾ ਪਿਆ ਘੁਰਾੜੇ ਮਾਰ ਰਿਹਾ ਸੀ। ਕੰਮੋਂ ਨੇ ਇੱਕ ਸਰਸਰੀ ਜਿਹਾ ਉਸ ਵੱਲ ਵੇਖਿਆ ਤੇ ਫਿਰ ਉੱਠ ਕੇ ਖੜੀ ਹੋ ਗਈ। ਉਹ ਦੱਬੇ ਪੈਰ ਦਰਵਾਜ਼ੇ ਵੱਲ ਵਧੀ ਤੇ ਜਾ ਕੇ ਹੌਲੀ ਜਿਹੀ ਦਰਵਾਜ਼ਾ ਖੋਲ੍ਹ ਕੇ ਵਰਾਂਡੇ 'ਚ ਖੜੀ ਹੋ ਗਈ। ਦਰਵਾਜ਼ੇ ਤੋਂ ਬਾਹਰ ਹੁੰਦਿਆਂ ਹੀ ਹਵਾ ਦੇ ਇੱਕ ਤੇਜ਼ ਬੁੱਲੇ ਨੇ ਉਸ ਉੱਪਰ ਹਲਕੀ ਜਿਹੀ ਪਾਣੀ ਦੀ ਸਪਰੇਅ ਕਰ ਦਿੱਤੀ। ਉਸਨੇ ਇੱਕ ਵਾਰ ਧੁੜਤੜੀ ਜਿਹੀ ਲਈ ਤੇ ਫਿਰ ਪਿਛਾਂਹ ਵੱਲ ਦੇਖਿਆ। ਉਹ ਆਦਮੀ ਉਸੇ ਤਰ੍ਹਾਂ ਸੁੱਤਾ ਪਿਆ ਸੀ। ਉਹਨੇ ਹੌਲੀ ਜਿਹੀ ਦਰਵਾਜ਼ਾ ਬੰਦ ਕਰਕੇ ਅਰਲ ਲਾ ਦਿੱਤੀ। ਫਿਰ ਉਹਨੇ ਨਾਲ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹ ਲਿਆ। ਅੰਦਰ ਟਿਊਬਲਾਈਟ ਜਲ ਰਹੀ ਸੀ। ਇੱਕ ਆਦਮੀ ਸ਼ਰਾਬ ਦੇ ਨਸ਼ੇ 'ਚ ਧੁੱਤ ਬੈੱਡ ਉੱਤੇ ਪਿਆ ਸੀ। ਉਹਦੀਆਂ ਦੋਵੇਂ ਲੱਤਾਂ ਬੈੱਡ ਤੋਂ ਹੇਠਾਂ ਲਟਕ ਰਹੀਆਂ ਸਨ। ਉਹਦਿਆਂ ਪੈਰਾਂ ਵਿੱਚ ਬੂਟ ਵੀ ਉਸੇ ਤਰ੍ਹਾਂ ਪਾਏ ਹੋਏ ਸਨ। ਉਹ ਮੂੰਹ ਅੱਡੀ ਉੱਚੀ ਉੱਚੀ ਘੁਰਾੜੇ ਮਾਰ ਰਿਹਾ ਸੀ। ਕੰਮੋਂ ਕੁਝ ਪਲ ਗੌਰ ਨਾਲ ਉਹਨੂੰ ਦੇਖਦੀ ਰਹੀ। ਸਾਰਾ ਕਮਰਾ ਸ਼ਰਾਬ ਦੀ ਹਵਾੜ ਨਾਲ ਭਰਿਆ ਪਿਆ ਸੀ। ਕੰਮੋਂ ਦਾ ਚਿਹਰਾ ਹੌਲੀ ਹੌਲੀ ਤਪਦਾ ਹੋਇਆ ਪੂਰੀ ਤਰ੍ਹਾਂ ਤਪ ਗਿਆ। ਉਹਨੇ ਨਫ਼ਰਤ ਨਾਲ ਉਸ ਉੱਪਰ ਥੁੱਕਿਆ ਤੇ ਫਿਰ ਬਾਹਰ ਨਿਕਲ ਕੇ ਦਰਵਾਜ਼ਾ ਬੰਦ ਕਰ ਦਿੱਤਾ। ਉਹ ਵਰਾਂਡੇ 'ਚ ਖੜੀ ਕਾਫੀ ਦੇਰ ਤੱਕ ਬਾਹਰ ਚੱਲ ਰਹੇ ਤੂਫਾਨ ਨੂੰ ਵੇਖਦੀ ਰਹੀ। ਘੜੀ ਮੁੜੀ ਹਵਾ ਨਾਲ ਪਾਣੀ ਦੀ ਫੁਹਾਰ ਉਸ ਉੱਪਰ ਪੈਂਦੀ ਰਹੀ ਪਰ ਉਸੇ ਤਰ੍ਹਾਂ ਅਡੋਲ ਖੜੀ ਰਹੀ। ਉਹਦੇ ਕੱਪੜੇ ਹਵਾ ਨਾਲ ਫੜਫੜਾ ਰਹੇ ਸਨ। ਉਹਨੇ ਉਹਨਾਂ ਨੂੰ ਨਾ ਹੀ ਸਾਂਭਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਪਾਣੀ ਦੀਆਂ ਫੁਹਾਰਾਂ ਤੋਂ ਬਚਣ ਦੀ। ਇਸ ਤਰ੍ਹਾਂ ਕੁਝ ਮਿੰਟ ਖੜੇ ਰਹਿਣ ਪਿੱਛੋਂ ਬਾਹਰ ਨਿਕਲੀ ਤੇ ਸਿੱਧੀ ਮੇਨ ਗੇਟ ਵੱਲ ਵਧੀ ਤੇ ਫਿਰ ਗੇਟ ਖੋਲ੍ਹ ਕੇ ਸੜਕ 'ਤੇ ਚਲੀ ਗਈ। ਉਹ ਲੰਮੀਆਂ ਲੰਮੀਆਂ ਕਦਮਾਂ ਭਰਦੀ ਹੋਈ ਸੜਕ 'ਤੇ ਜਾ ਰਹੀ ਸੀ। ਛੇਤੀ ਉਹਦੇ ਸਾਰੇ ਕੱਪੜੇ ਪਾਣੀ ਨਾਲ ਭਿੱਜ ਕੇ ਉਹਦੇ ਸਰੀਰ ਨਾਲ ਚਿਪਕ ਗਏ ਤੇ ਉਹਨਾਂ ਦੀ ਫੜਫੜਾਹਟ ਬੰਦ ਹੋ ਗਈ। ਸੜਕ ਉੱਪਰ ਪਾਣੀ ਖੜਾ ਹੋਣ ਕਰਕੇ ਉਹਦੀ ਜੁੱਤੀ 'ਚ ਪਾਣੀ ਭਰ ਗਿਆ ਸੀ ਪਰ ਉਸੇ ਤਰ੍ਹਾਂ ਪਾਣੀ 'ਚ ਕਿੱਕਾਂ ਮਾਰਦੀ ਜਾ ਰਹੀ ਸੀ। ਪਾਣੀ ਨਾਲ ਭਰੀ ਹੋਈ ਜੁੱਤੀ ਪਾਣੀ ਦੀਆਂ ਪਿਚਕਾਰੀਆਂ ਚਲਾ ਰਹੀ ਸੀ ਪਰ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਲਾਪਰਵਾਹ ਸੜਕ ਉੱਪਰ ਤੁਰੀ ਜਾ ਰਹੀ ਸੀ। ਛੇਤੀ ਉਹ ਸ਼ਹਿਰ ਤੋਂ ਬਾਹਰ ਰੇਲ ਦੀ ਲਾਈਨ ਉੱਪਰ ਜਾ ਕੇ ਖੜੋ ਗਈ। ਉਹ ਕੁਝ ਚਿਰ ਰੇਲ ਦੀ ਲਾਈਨ ਉੱਪਰ ਖੜੀ ਚਾਰ ਚੁਫੇਰਾ ਦੇਖਦੀ ਰਹੀ। ਫਿਰ ਉਹ ਸ਼ਹਿਰ ਦੇ ਉਲਟੇ ਪਾਸੇ ਰੇਲ ਦੀ ਲਾਈਨ ਦੇ ਬਰਾਬਰ ਚੱਲ ਪਈ। ਸ਼ਹਿਰ ਤੋਂ ਬਾਹਰ ਦਾ ਨਜ਼ਾਰਾ ਸ਼ਹਿਰ ਨਾਲੋਂ ਭਿਆਨਕ ਸੀ। ਲਾਈਨ ਦੇ ਦੋਨੀ ਪਾਸੇ ਟੋਇਆਂ 'ਚ ਬਾਰਿਸ਼ ਦਾ ਪਾਣੀ ਭਰਿਆ ਹੋਇਆ ਸੀ ਜਿਨ੍ਹਾਂ ਵਿੱਚੋਂ ਜੰਗਲੀ ਜੀਵ ਜੰਤੂਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਹਵਾ ਨਾਲ ਉਹਦੇ ਸਰੀਰ ਨਾਲ ਪਿਚਕੇ ਹੋਏ ਕੱਪੜੇ ਜ਼ੋਰ ਜ਼ੋਰ ਨਾਲ ਉਹਦੇ ਸਰੀਰ 'ਚ ਵੱਜ ਰਹੇ ਸਨ। ਭਾਵੇਂ ਕਿ ਉਹਦੇ ਸਾਰੇ ਕੱਪੜੇ ਭਿੱਜ ਕੇ ਸਰੀਰ ਨਾਲ ਚਿਪਕੇ ਹੋਏ ਸਨ ਪਰ ਇੱਥੇ ਸ਼ਹਿਰ ਨਾਲੋਂ ਦੁੱਗਣੀ ਤੋਂ ਵੱਧ ਰਫ਼ਤਾਰ ਨਾਲ ਹਵਾ ਟਕਰਾ ਰਹੀ ਸੀ। ਠੰਡ ਨਾਲ ਉਹਦਾ ਸਰੀਰ ਕੰਬਣ ਲੱਗ ਪਿਆ। ਅਚਾਨਕ ਮੀਂਹ ਫਿਰ ਤੇਜ਼ ਹੋ ਗਿਆ। ਉਹ ਸ਼ਹਿਰ ਤੋਂ ਕਾਫੀ ਦੂਰ ਜਾ ਚੁੱਕੀ ਸੀ।
ਹੁਣ ਪਾਣੀ ਤੇ ਹਵਾ ਦੇ ਥਪੇੜੇ ਉਸ ਤੋਂ ਝੱਲੇ ਨਹੀਂ ਜਾ ਰਹੇ ਸਨ। ਠੰਡ ਨਾਲ ਉਹਦਾ ਸਰੀਰ ਆਕੜਦਾ ਜਾ ਰਿਹਾ ਸੀ। ਬਿਜਲੀ ਦੀ ਚਮਕ ਵਿੱਚ ਉਹਨੂੰ ਲਾਈਨ ਦੇ ਲਾਗੇ ਇੱਕ ਪੁਰਾਣੇ ਮਕਾਨ ਦਾ ਖੰਡਰ ਦਿਖਾਈ ਦਿੱਤਾ। ਉਹ ਖੰਡਰ ਦੀ ਓਟ 'ਚ ਖੜਨ ਲਈ ਥੋੜ੍ਹਾ ਤੇਜ਼ ਚੱਲਣ ਲੱਗ ਪਈ। ਜਦੋਂ ਖੰਡਰ ਦੇ ਨੇੜੇ ਗਈ ਤਾਂ ਉਹਨੂੰ ਇਉਂ ਲੱਗਿਆ ਜਿਵੇਂ ਖੰਡਰ ਵਿੱਚੋਂ ਸੰਗੀਤ ਦੀ ਆਵਾਜ਼ ਆ ਰਹੀ ਹੋਵੇ। ਉਹਨੇ ਥੋੜ੍ਹਾ ਰੁਕ ਕੇ, ਅੱਖਾਂ ਸਕੋੜ ਕੇ ਤੇ ਮੱਥੇ 'ਚ ਵੱਟ ਪਾ ਕੇ ਗੌਰ ਨਾਲ ਆਵਾਜ਼ ਨੂੰ ਸੁਣਿਆ। ਆਵਾਜ਼ ਸੱਚਮੁੱਚ ਆ ਰਹੀ ਸੀ। ਫਿਰ ਉਹਦਾ ਚਿਹਰਾ ਸਾਫ਼ ਹੋ ਗਿਆ ਤੇ ਉਹ ਇੱਕੋ ਟੱਕ ਖੰਡਰ ਉੱਪਰ ਨਜ਼ਰਾਂ ਟਿਕਾਈ ਜਾ ਰਹੀ ਸੀ। ਉਹ ਜਿਉਂ-ਜਿਉਂ ਖੰਡਰ ਦੇ ਨੇੜੇ ਹੁੰਦੀ ਜਾ ਰਹੀ ਸੀ, ਤਿਉਂ-ਤਿਉਂ ਸੰਗੀਤ ਦੀ ਆਵਾਜ਼ ਵੀ ਸਪਸ਼ਟ ਹੁੰਦੀ ਜਾ ਰਹੀ ਸੀ। ਉਹ ਹੁਣ ਖੰਡਰ ਦੇ ਬਿਲਕੁਲ ਲਾਗੇ ਚਲੀ ਗਈ ਸੀ। ਅਚਾਨਕ ਉਹ ਚੀਖ ਮਾਰ ਕੇ ਪਿਛਾਂਹ ਹਟ ਗਈ। ਉਹਨੇ ਗੌਰ ਨਾਲ ਹੇਠਾਂ ਵੱਲ ਦੇਖਿਆ। ਉਹਦੇ ਪੈਰ ਇੱਕ ਸਾਈਕਲ ਦੇ ਟਾਇਰ ਦੇ ਪੁਰਾਣੇ ਟੁਕੜੇ ਨਾਲ ਟਕਰਾਏ ਸਨ, ਜੋ ਰੇਲ ਦੀ ਲਾਈਨ ਦੇ ਬਰਾਬਰ ਚੱਲ ਰਹੀ ਪਗਡੰਡੀ 'ਚ ਪਿਆ ਸੀ। ਚੰਗੀ ਤਰ੍ਹਾਂ ਦੇਖਣ ਤੇ ਤਸੱਲੀ ਹੋ ਜਾਣ ਪਿੱਛੋਂ ਉਹਨੇ ਪੈਰ ਦੀ ਠੋਕਰ ਮਾਰ ਕੇ ਉਹਨੂੰ ਲਾਈਨ ਦੇ ਬਰਾਬਰ ਇੱਕ ਟੋਏ 'ਚ ਸੁੱਟ ਦਿੱਤਾ। ਜਦੋਂ ਦੁਬਾਰਾ ਉਹਦਾ ਧਿਆਨ ਖੰਡਰ ਵੱਲ ਗਿਆ ਤਾਂ ਉੱਥੋਂ ਆ ਰਹੀ ਸੰਗੀਤ ਦੀ ਆਵਾਜ਼ ਬੰਦ ਹੋ ਚੁੱਕੀ ਸੀ। ਇੱਕ ਵਾਰੀ ਫਿਰ ਉਹਨੇ ਅੱਖਾਂ ਸਕੋੜੀਆਂ ਤੇ ਮੱਥੇ 'ਚ ਵੱਟ ਪਾਈ, ਪਰ ਛੇਤੀ ਉਹਦਾ ਚਿਹਰਾ ਸਾਫ਼ ਹੋ ਗਿਆ ਤੇ ਉਹ ਅੱਗੇ ਵੱਲ ਚੱਲ ਪਈ। ਉਹ ਕੁਝ ਪਲ ਖੰਡਰ ਦੀ ਓਟ 'ਚ ਖੜੀ ਸੋਚਦੀ ਰਹੀ। ਫਿਰ ਉਹ ਇੱਕ ਝਟਕੇ ਜਿਹੇ ਨਾਲ ਅੱਗੇ ਵਧੀ ਤੇ ਖੰਡਰ ਦੇ ਮੇਨ ਗੇਟ ਅੱਗੇ ਜਾ ਕੇ ਖੜੋ ਗਈ। ਇਹ ਕਿਸੇ ਛੋਟੇ ਜਿਹੇ 2 ਮੰਜ਼ਿਲਾ ਮਕਾਨ ਦਾ ਖੰਡਰ ਸੀ, ਜਾਂ ਇਹ ਕਿਸੇ ਰਜਵਾੜੇ ਨੇ ਸ਼ਿਕਾਰ ਜਾਂ ਮੌਜ ਮਸਤੀ ਲਈ ਬਣਾਇਆ ਹੋਏਗਾ, ਕਿਉਂਕਿ ਇਹਦੀ ਬਣਤਰ ਪੁਰਾਣੇ ਜ਼ਮਾਨੇ ਦੇ ਕਿਲਿਆਂ ਵਰਗੀ ਸੀ। ਪਰ ਹੁਣ ਉਹ ਬਹੁਤ ਪੁਰਾਣਾ ਹੋਣ ਕਰਕੇ ਥਾਂ-ਥਾਂ ਤੋਂ ਟੁੱਟਾ ਹੋਇਆ ਸੀ। ਮੇਨ ਗੇਟ ਵਿੱਚ ਕੋਈ ਤਖਤੇ ਵਗੈਰਾ ਨਹੀਂ ਸਨ। ਕੰਮੋਂ ਥੋੜ੍ਹਾ ਜਿਹਾ ਗੇਟ ਦੇ ਅੰਦਰ ਹੋ ਗਈ। ਅੰਦਰ ਛੋਟੇ ਜਿਹੇ ਵਿਹੜੇ 'ਚ ਜੰਗਲੀ ਜੜੀ ਬੂਟੀਆਂ ਤੇ ਝਾੜੀਆਂ ਉੱਗੀਆਂ ਹੋਈਆਂ ਸਨ। ਅੰਦਰਲਾ ਦ੍ਰਿਸ਼ ਕਾਫੀ ਡਰਾਉਣਾ ਸੀ। ਕੰਮੋਂ ਗੇਟ ਦੇ ਥੋੜ੍ਹਾ ਜਿਹਾ ਅੰਦਰ ਹੋ ਕੇ ਅੱਖਾਂ ਬੰਦ ਕਰਕੇ ਖੜੀ ਹੋ ਗਈ। ਉਹਨੇ ਆਪਣਾ ਤਨ ਮਨ ਇਕਾਗਰ ਕਰਕੇ ਆਪਣੀ ਅੰਤਰ ਆਤਮਾ ਦੀ ਆਵਾਜ਼ ਵਿੱਚ ਹੀ ਬਗੈਰ ਆਵਾਜ਼ ਕੱਢਦਿਆਂ ਕਿਹਾ, ਮੈਂ ਆ ਗਈ ਤੁਹਾਡੇ ਕੋਲ। ਅੰਦਰ ਜੋ ਵੀ ਜਿੰਨ ਭੂਤ ਚੁੜੇਲ ਜਾਂ ਕੋਈ ਭਟਕੀ ਰੂਹ ਹੈ, ਮੇਰੇ ਸਾਹਮਣੇ ਆਈ। ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਤੁਸੀਂ ਜ਼ਰੂਰ ਹੀ ਅੱਜ ਦਿਆਂ ਇਨਸਾਨਾਂ ਨਾਲੋਂ ਚੰਗੇ ਹੋਵੋਗੇ। ਹੁਣ ਮੈਨੂੰ ਤੁਹਾਡੇ ਕੋਲੋਂ ਨਹੀਂ, ਅੱਜ ਦਿਆਂ ਇਨਸਾਨਾਂ ਕੋਲੋਂ ਡਰ ਲੱਗਦਾ ਹੈ। ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਅੱਜ ਦੀ ਦੁਨੀਆ ਭੂਤ ਪ੍ਰੇਤਾਂ ਨਾਲੋਂ ਵੀ ਵੱਧ ਡਰਾਉਣੀ ਤੇ ਖੁਦਗਰਜ਼ ਹੋ ਚੁੱਕੀ ਹੈ। ਇਸੇ ਕਰਕੇ ਮੈਂ ਇਹਨਾਂ ਇਨਸਾਨਾਂ ਦੀ ਦੁਨੀਆ 'ਚੋਂ ਨਿਰਾਸ਼ ਹੋ ਕੇ ਤੁਹਾਡੀ ਸ਼ਰਨ 'ਚ ਆਈ ਹਾਂ। ਮੈਂ ਪੂਰੇ ਸੱਚੇ ਦਿਲੋਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਮੇਰੇ ਸਾਹਮਣੇ ਆਓ ਤੇ ਮੇਰੀ ਸਹਾਇਤਾ ਕਰੋ, ਮੇਰੀ ਫਰਿਆਦ ਸੁਣੋ। ਕੁਝ ਚਿਰ ਉਸੇ ਤਰ੍ਹਾਂ ਅੱਖਾਂ ਮੀਟੀ ਹੱਥ ਜੋੜੀ ਖੜੀ ਰਹੀ, ਪਰ ਕੋਈ ਹਿਲਜੁਲ ਜਾਂ ਖੜਾਕ ਨਾ ਹੋਇਆ। ਕਾਫੀ ਉਡੀਕ ਪਿੱਛੋਂ ਉਹਨੇ ਆਪਣੀ ਮੰਗ ਦੀ ਕਿਰਿਆ ਜਾਣਨ ਲਈ ਅੱਖਾਂ ਖੋਲ੍ਹੀਆਂ ਤੇ ਖੰਡਰ ਦੇ ਅੰਦਰ ਗੌਰ ਨਾਲ ਦੇਖਿਆ। ਉਹਨੂੰ ਖੰਡਰ ਦੀ ਦੂਸਰੀ ਮੰਜ਼ਿਲ ਤੇ ਇੱਕ ਵੱਡੇ ਸਾਰੇ ਝਰੋਖੇ ਦੇ ਲਾਗੇ ਇੱਕ ਪਰਛਾਵਾਂ ਜਿਹਾ ਬੈਠਾ ਵਿਖਾਈ ਦਿੱਤਾ। ਉਹ ਕਿੰਨਾ ਹੀ ਚਿਰ ਉਸ ਆਦਮੀ ਵਰਗੇ ਪਰਛਾਵੇਂ ਨੂੰ ਟਿਕ-ਟਿਕੀ ਲਾ ਕੇ ਵੇਖਦੀ ਰਹੀ। ਉਹ ਜੋ ਦੇਖ ਰਹੀ ਸੀ ਠੀਕ ਹੀ ਦੇਖ ਰਹੀ ਸੀ। ਤਸੱਲੀ ਹੋ ਜਾਣ ਪਿੱਛੋਂ ਉਹਨੇ ਆਪਣੀਆਂ ਦੋਵੇਂ ਬਾਹਾਂ ਉੱਪਰ ਚੁੱਕ ਕੇ ਪਰਛਾਵੇਂ ਵੱਲ ਨੂੰ ਕਰਕੇ ਕਿਹਾ, ਮੈਨੂੰ ਚੁੱਕ ਲਓ ਇੱਥੋਂ ਤੇ ਬੁਲਾ ਲਓ ਆਪਣੇ ਕੋਲ। ਮੈਂ ਤੁਹਾਡੀ ਆਜ਼ਾਦ ਦੁਨੀਆ 'ਚ ਰਹਿਣਾ ਚਾਹੁੰਦੀ ਹਾਂ। ਨਾ ਕੋਈ ਧਰਮ, ਨਾ ਜਾਤ ਪਾਤ, ਨਾ ਕੋਈ ਦੇਸ਼ ਤੇ ਨਾ ਕੋਈ ਬੰਧਨ, ਨਾ ਕੋਈ ਰਸਮ ਰਿਵਾਜ, ਨਾ ਕੋਈ ਕਾਨੂੰਨ ਤੇ ਨਾ ਹੀ ਪੈਸਿਆਂ ਦੀ ਲੋੜ। ਮੈਨੂੰ ਆਪਣੇ ਵਰਗਾ ਬਣਾ ਲਓ। ਉਹ ਕਿੰਨਾ ਹੀ ਚਿਰ ਆਪਣੀਆਂ ਦੋਵੇਂ ਬਾਹਾਂ ਪਰਛਾਵੇਂ ਵੱਲ ਨੂੰ ਕਰੀ ਖੜੀ ਰਹੀ, ਪਰ ਉਹ ਆਦਮੀ ਵਰਗਾ ਪਰਛਾਵਾਂ ਬਗੈਰ ਕਿਸੇ ਹਿਲਜੁਲ ਦੇ ਚੁੱਪਚਾਪ ਬੈਠਾ ਉਸ ਵੱਲ ਵੇਖਦਾ ਰਿਹਾ। ਕੋਈ ਵੀ ਹਿਲਜੁਲ ਨਹੀਂ ਕਰਦਾ। ਕਾਫੀ ਚਿਰ ਤੱਕ ਉਸ ਪਰਛਾਵੇਂ ਦੀ ਹਰਕਤ ਨੂੰ ਉਡੀਕਣ ਪਿੱਛੋਂ ਇੱਕ ਚੀਖ ਵਰਗੀ ਦਹਾੜ ਮਾਰਦੀ ਬੋਲੀ, ਆ ਮੈਨੂੰ ਨਿਰਾਸ਼ ਨਾ ਕਰ, ਮੈਨੂੰ ਚੁੱਕ ਲੈ ਇੱਥੋਂ, ਮੈਂ ਹੁਣ ਵਾਪਸ ਨਹੀਂ ਜਾਵਾਂਗੀ। ਪਰਛਾਵਾਂ ਥੋੜ੍ਹੀ ਜਿਹੀ ਹਰਕਤ ਕਰਕੇ ਫਿਰ ਉੱਥੇ ਉਸੇ ਤਰ੍ਹਾਂ ਬੈਠ ਗਿਆ। ਕੰਮੋਂ ਇੱਕੋ ਟੱਕ ਉਸ ਉੱਪਰ ਨਜ਼ਰਾਂ ਟਿਕਾਈ ਖੜੀ ਸੀ। ਅਚਾਨਕ ਕੰਮੋਂ ਦੇ ਪਿਛਲੇ ਪਾਸਿਓਂ ਖੰਡਰ ਵਿੱਚ ਰੋਸ਼ਨੀ ਦੀਆਂ ਹਲਕੀਆਂ ਜਿਹੀਆਂ ਕਿਰਨਾਂ ਪਈਆਂ। ਉਹਨੇ ਪਿਛਾਂਹ ਮੁੜ ਕੇ ਵੇਖਿਆ। ਪਟੜੀ ਉੱਪਰ ਰੇਲ ਆ ਰਹੀ ਸੀ। ਕੰਮੋਂ ਇੱਕਦਮ ਪਿਛਾਂਹ ਮੁੜੀ ਤੇ ਭੱਜ ਕੇ ਰੇਲ ਦੀ ਲਾਈਨ ਉੱਤੇ ਪੈ ਗਈ। ਪਰਛਾਵਾਂ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਉਤਰਿਆ ਤੇ ਬਿਜਲੀ ਵਾਂਗ ਫੁਰਤੀ ਦਿਖਾ ਕੇ ਉਹਨੇ ਕੰਮੋਂ ਕੋਲ ਜਾ ਕੇ ਉਹਦੀ ਬਾਂਹ ਫੜ ਕੇ ਲਾਈਨ ਤੋਂ ਪਾਸੇ ਖਿੱਚ ਲਿਆ। ਕੰਮੋਂ ਨੇ ਆਪਣੀ ਬਾਂਹ ਛੁਡਾਉਣ ਲਈ ਪੂਰੀ ਵਾਹ ਲਾਈ।
ਉਹ ਜ਼ੋਰ ਨਾਲ ਚੀਖ ਕੇ ਕਹਿ ਰਹੀ ਸੀ, ਛੱਡ ਦੇ ਮੈਨੂੰ, ਮੈਂ ਜਿਉਣਾ ਨਹੀਂ ਚਾਹੁੰਦੀ, ਮੈਂ ਤਾਂ ਮਰ ਜਾਣਾ। ਉਹਨੇ ਬਾਂਹ ਨੂੰ ਜ਼ੋਰ ਨਾਲ ਝਟਕੇ ਮਾਰੇ। ਜ਼ੋਰ ਲਾਉਂਦੀ ਹੋਈ ਉਹ ਦੂਰੀ ਹੋ ਜਾ ਰਹੀ ਸੀ। ਉਹਨੇ ਹੱਥ ਉੱਪਰ ਦੰਦੀ ਵੱਢਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਪਰਛਾਵੇਂ ਦਾ ਇੰਨੀ ਮਜ਼ਬੂਤੀ ਨਾਲ ਹੱਥ ਫੜਿਆ ਸੀ ਕਿ ਉਹਦੀਆਂ ਉਂਗਲਾਂ ਵੀਣੀ 'ਚ ਖੁੱਭੀਆਂ ਪਈਆਂ ਸਨ। ਜਦੋਂ ਹੱਥ ਉੱਪਰ ਦੰਦੀ ਵੱਢਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹਨੇ ਆਪਣੇ ਦੂਸਰੇ ਹੱਥ ਨਾਲ ਉਹਦਾ ਮੂੰਹ ਪਿਛਾਂਹ ਵੱਲ ਨੂੰ ਧੱਕੀ ਰੱਖਿਆ। ਰੇਲ ਦਹਾੜਦੀ ਹੋਈ ਆਈ, ਖੜਕਾਟ ਪਾਉਂਦੀ ਹੋਈ ਅਗਾਂਹ ਲੰਘ ਗਈ। ਉਸ ਆਦਮੀ ਨੇ ਉਹਦਾ ਹੱਥ ਛੱਡ ਦਿੱਤਾ। ਕੁਝ ਚਿਰ ਉਹ ਆਪਣੀ ਵੀਣੀ ਨੂੰ ਹੱਥ ਵਾਲੇ ਥਾਂ ਤੋਂ ਪਲੋਸਦੀ ਰਹੀ। ਫਿਰ ਉਸ ਆਦਮੀ ਦੇ ਅੱਗੇ ਢਾਕਾਂ ਉੱਤੇ ਹੱਥ ਰੱਖ ਕੇ ਆਕੜ ਕੇ ਖੜੋ ਗਈ। ਉਹਨੇ ਗੁੱਸੇ 'ਚ ਬੜੇ ਰੁੱਖੇ ਢੰਗ ਨਾਲ ਉਸ ਆਦਮੀ ਨੂੰ ਕੜ ਕੇ ਪੁੱਛਿਆ, ਕੌਣ ਹੈ ਆਪ? ਇੱਕ ਇਨਸਾਨ। ਉਸ ਆਦਮੀ ਨੇ ਅੱਗੋਂ ਬਹੁਤ ਹੀ ਨਰਮੀ ਤੇ ਪਿਆਰ ਨਾਲ ਜਵਾਬ ਦਿੱਤਾ। ਕੰਮੋਂ ਉਸੇ ਤਰ੍ਹਾਂ ਹੀ ਅਕੜੇਵੇਂ ਨਾਲ ਖੜੀ ਉਸ ਆਦਮੀ ਵੱਲ ਅੱਖਾਂ ਅੱਡੀ ਖੜੀ ਦੇਖਦੀ ਰਹੀ। ਤੂਫਾਨ ਉਸੇ ਤਰ੍ਹਾਂ ਪੂਰੇ ਜ਼ੋਰ 'ਤੇ ਸੀ। ਤੇਜ਼ ਹਵਾ ਨਾਲ ਉਹਨਾਂ ਉੱਪਰ ਪਾਣੀ ਦੇ ਥਪੇੜੇ ਵੱਜ ਰਹੇ ਸਨ। ਕੰਮੋਂ ਸਰਦੀ ਨਾਲ ਥਰ ਕੰਬ ਰਹੀ ਸੀ। ਉਹਦੀ ਇਹ ਹਾਲਤ ਵੇਖ ਕੇ ਉਸ ਆਦਮੀ ਨੇ ਕਿਹਾ, ਚਲੋ ਖੰਡਰ ਦੇ ਅੰਦਰ ਚੱਲਦੇ ਹਾਂ। ਕੰਮੋਂ ਨੇ ਇਹ ਗੱਲ ਸੁਣ ਕੇ ਉਸ ਵੱਲ ਸ਼ੱਕੀ ਨਜ਼ਰਾਂ ਨਾਲ ਵੇਖ ਕੇ ਕਿਹਾ, ਨਹੀਂ, ਮੈਂ ਨਹੀਂ ਜਾਣਾ ਅੰਦਰ। ਇੰਨੀ ਗੱਲ ਕਹਿ ਕੇ ਉਹ ਦੂਸਰੇ ਪਾਸੇ ਨੂੰ ਮੁੜ ਕੇ ਉੱਥੋਂ ਜਾਣ ਲੱਗੀ ਤਾਂ ਉਸ ਆਦਮੀ ਨੇ ਤੁਰੰਤ ਅੱਗੇ ਵੱਧ ਕੇ ਉਹਨੂੰ ਪਹਿਲਾਂ ਵਾਂਗ ਹੀ ਵੀਣੀ ਤੋਂ ਫੜ ਲਿਆ ਤੇ ਜ਼ਬਰਦਸਤੀ ਖਿੱਚ ਕੇ ਉਹਨੂੰ ਖੰਡਰ ਦੀ ਕੰਧ ਦੀ ਆੜ 'ਚ ਲੈ ਗਿਆ। ਕੰਮੋਂ ਡਰੀ ਸਹਿਮੀ ਜੀ ਉਸ ਵੱਲ ਦੇਖਦੀ ਰਹੀ, ਪਰ ਉਹ ਆਦਮੀ ਪਹਿਲਾਂ ਹੀ ਉਹਦੀ ਬੇਰੁਖੀ ਦੀ ਪਰਵਾਹ ਨਾ ਕਰਦਾ ਹੋਇਆ ਬੜੇ ਪਿਆਰ ਤੇ ਨਰਮੀ ਨਾਲ ਕਹਿੰਦਾ ਹੈ, ਡਰਨਾ, ਮੈਂ ਨਾ ਹੀ ਕੋਈ ਭੂਤ ਪ੍ਰੇਤ ਹਾਂ, ਨਾ ਹੀ ਕੋਈ ਚੋਰ ਡਾਕੂ ਜਾਂ ਲੁਟੇਰਾ। ਮੈਂ ਤਾਂ ਇੱਕ ਲੇਖਕ ਹਾਂ ਜਾਂ ਵਿਗਿਆਨੀ ਸਮਝ ਲਓ। ਮੈਂ ਹਮੇਸ਼ਾ ਹੀ ਅਜਿਹੀਆਂ ਭਿਆਨਕ ਤੇ ਡਰਾਉਣੀਆਂ ਰਾਤਾਂ ਨੂੰ ਘਰੋਂ ਬਾਹਰ ਆ ਕੇ ਕਿਸੇ ਵੀਰਾਨ ਜਾਂ ਸੁੰਨਸਾਨ ਥਾਂ ਉੱਤੇ ਬੈਠ ਕੇ ਕੁਦਰਤ ਦੇ ਇਸ ਅਨੋਖੇ ਰੂਪ ਦਾ ਆਨੰਦ ਲਿਆ ਕਰਦਾ ਹੈ। ਅਜਿਹੀ ਹਾਲਤ ਵਿੱਚ ਮੈਨੂੰ ਇੰਝ ਲੱਗਦਾ ਹੈ ਕਿ ਕੁਦਰਤ ਅਸਮਾਨ ਤੋਂ ਹੇਠਾਂ ਉਤਰ ਆਈ ਹੈ ਤੇ ਮੈਂ ਉਹਦੀ ਗੋਦ 'ਚ ਬੈਠਾ। ਸ਼ਹਿਰਾਂ ਦਾ ਸ਼ੋਰ ਸ਼ਰਾਬਾ ਤੇ ਹਰ ਰੋਜ਼ ਸੁਣਦੇ ਤੇ ਦੇਖਦੇ ਹੀ ਰਹਿੰਦੇ ਹਾਂ, ਪਰ ਇਹ ਕੁਦਰਤ ਦਾ ਸ਼ੋਰ ਸ਼ਰਾਬਾ ਕਦੀ ਦੇਖਣ ਤੇ ਸੁਣਨ ਨੂੰ ਮਿਲਦਾ ਹੈ। ਮੈਂ ਕੁਦਰਤ ਦੇ ਇਸ ਅਨੋਖੇ ਤੇ ਡਰਾਉਣੇ ਰੂਪ ਵਿੱਚ ਹੀ ਇੱਕ ਖਾਸ ਕਿਸਮ ਦੇ ਆਨੰਦ ਦੀ ਪ੍ਰਾਪਤੀ ਕਰਦਾ। ਮੈਂ ਤਾਂ ਆਪਣੀ ਮੌਜ ਵਿੱਚ ਮਸਤ ਆਪਣੇ ਟੇਪ ਰਿਕਾਰਡ ਦੇ ਵੱਜ ਰਹੇ ਸੰਗੀਤ ਨੂੰ ਕੁਦਰਤ ਦੇ ਸੰਗੀਤ ਨਾਲ ਜੋੜ ਕੇ ਉਹਦਾ ਆਨੰਦ ਮਾਣ ਰਿਹਾ ਸੀ ਕਿ ਬਾਹਰ ਤੇਰੀ ਚੀਖ ਸੁਣਾਈ ਦਿੱਤੀ। ਜਦੋਂ ਮੈਂ ਟੇਪ ਰਿਕਾਰਡ ਬੰਦ ਕਰਕੇ ਇੱਕ ਝਰੋਖੇ 'ਚੋਂ ਬਾਹਰ ਦੇਖਿਆ ਤਾਂ ਬਾਹਰ ਤੂੰ ਖੜੀ ਸੀ। ਇਸ ਤੂਫਾਨੀ ਰਾਤ ਵਿੱਚ ਸ਼ਹਿਰ ਤੋਂ ਦੂਰ ਇੱਕ ਲੜਕੀ ਦੇਖ ਕੇ ਮੈਂ ਕਾਫੀ ਹੈਰਾਨ ਹੋਇਆ। ਫਿਰ ਖੰਡਰ ਦੇ ਗੇਟ 'ਚ ਖੜੋ ਕੇ ਤੈਂ ਜੋ ਕੁਝ ਕੀਤਾ ਮੈਂ ਸਭ ਸਮਝ ਰਿਹਾ। ਥੋੜ੍ਹਾ ਬਹੁਤ ਕਾਰਨ ਵੀ ਸਮਝ ਗਿਆ ਸੀ। ਮੈਂ ਸੋਚਿਆ ਕਿ ਜੇ ਮੈਂ ਬੋਲਿਆ ਜਾਂ ਕੋਈ ਹਿਲਜੁਲ ਕੀਤੀ ਤਾਂ ਤੂੰ ਜ਼ਰੂਰ ਬੇਹੋਸ਼ ਹੋ ਕੇ ਹੇਠਾਂ ਡਿੱਗ ਪਏਂਗੀ, ਕਿਉਂਕਿ ਤੂੰ ਮੈਨੂੰ ਭੂਤ ਸਮਝ ਰਹੀ ਸੀ। ਇਸੇ ਕਰਕੇ ਮੈਂ ਖਾਮੋਸ਼ ਰਿਹਾ। ਅਜੇ ਮੈਂ ਸੋਚ ਹੀ ਰਿਹਾ ਸੀ ਕਿ ਕੋਈ ਨਵੀਂ ਮੁਸੀਬਤ ਖੜੀ ਹੋਣ ਤੋਂ ਕਿਸ ਤਰ੍ਹਾਂ ਬਚਿਆ ਜਾਏ ਤੇ ਕੀ ਕੀਤਾ ਜਾਣਾ ਚਾਹੀਦਾ। ਉੱਧਰੋਂ ਰੇਲ ਗੱਡੀ ਆ ਗਈ। ਤੂੰ ਭੱਜ ਕੇ ਰੇਲ ਦੀ ਲਾਈਨ 'ਤੇ ਪੈ ਗਈ। ਚਲੋ ਖੈਰ ਬਚ ਗਈ। ਉਹਨੇ ਉਹਦੇ ਮੋਢੇ ਨੂੰ ਥਪਥਪਾ ਕੇ ਕਿਹਾ। ਕੰਮੋਂ ਉਹਦੀਆਂ ਗੱਲਾਂ ਸੁਣ ਕੇ ਕੁਝ ਢਿੱਲੀ ਜਿਹੀ ਪੈ ਗਈ। ਉਹਦਾ ਗੱਲ ਕਰਨ ਦਾ ਤਰੀਕਾ ਵੀ ਕੁਝ ਅਜਿਹਾ ਸੀ ਕਿ ਨਾ ਚਾਹੁੰਦੀ ਹੋਈ ਵੀ ਕੰਮੋਂ ਨੂੰ ਉਸ ਉੱਪਰ ਭਰੋਸਾ ਹੋ ਗਿਆ ਤੇ ਉਹਦਾ ਵਿਰੋਧ ਕਰਨ ਦੀ ਹਿੰਮਤ ਹੀ ਨਾ ਰਹੀ। ਉਹ ਚੁੱਪਚਾਪ ਨੀਵੀਂ ਪਾ ਕੇ ਖੜੋ ਗਈ। ਉਹ ਆਦਮੀ ਵੀ ਸਮਝ ਗਿਆ। ਇਸੇ ਕਰਕੇ ਉਹਨੇ ਪਹਿਲਾਂ ਵਾਂਗ ਹੀ ਨਿਮਰਤਾ ਨਾਲ ਕਿਹਾ, ਤੈਨੂੰ ਬਹੁਤ ਠੰਡ ਲੱਗ ਰਹੀ ਹੈ, ਘਬਰਾ ਨਾ, ਮੈਥੋਂ ਡਰਨ ਦੀ ਕੋਈ ਲੋੜ ਨਹੀਂ। ਚਲੋ ਖੰਡਰ ਦੇ ਅੰਦਰ ਚੱਲ ਕੇ ਉੱਪਰ ਬੈਠ ਕੇ ਗੱਲ ਕਰਦੇ ਹਾਂ। ਮੈਂ ਜਿੱਥੋਂ ਤੱਕ ਸੰਭਵ ਹੋ ਸਕਿਆ ਤੇਰੀ ਸਹਾਇਤਾ ਕਰਾਂਗਾ। ਚੱਲ ਹੁਣ ਖੰਡਰ ਅੰਦਰ ਚੱਲਦੇ ਹਾਂ। ਉਹ ਦੋਨੋਂ ਖੰਡਰ ਦੇ ਅੰਦਰ ਚਲੇ ਗਏ। ਉਹ ਆਦਮੀ ਟੁੱਟੀਆਂ ਪੌੜੀਆਂ ਚੜ੍ਹ ਉੱਪਰ ਚਲਾ ਗਿਆ। ਫਿਰ ਉਹਨੇ ਕੰਮੋਂ ਨੂੰ ਵੀ ਬਾਹੋਂ ਫੜ ਕੇ ਉੱਪਰ ਖਿੱਚ ਲਿਆ। ਕੰਮੋਂ ਨੇ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਕੀਤਾ। ਉੱਪਰ ਉਹਦੀ ਥੋੜ੍ਹੀ ਜਿਹੀ ਥਾਂ ਬੈਠਣ ਲਈ ਸਾਫ਼ ਕੀਤੀ ਹੋਈ ਸੀ। ਕੰਮੋਂ ਦੇ ਕੱਪੜਿਆਂ ਵਿੱਚੋਂ ਪਾਣੀ ਦੀਆਂ ਘਰਾਲਾਂ ਹੇਠਾਂ ਵਗ ਰਹੀਆਂ ਸਨ। ਉਹ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਿੱਜੀ ਹੋਈ ਸੀ। ਉਸ ਆਦਮੀ ਨੇ ਕੰਮੋਂ ਵੱਲ ਇੱਕ ਚਾਦਰ ਕਰਕੇ ਕਿਹਾ, ਆਪਣੇ ਕੱਪੜੇ ਉਤਾਰ ਕੇ ਨਿਚੋੜ ਕੇ ਇੱਥੇ ਸੁੱਕਣ ਲਈ ਵਿਛਾ ਦੇ ਤੇ ਉਹਨਾਂ ਚਿਰ ਆਪਣੇ ਉੱਪਰ ਇਹ ਚਾਦਰ ਦੀ ਬੁੱਕਲ ਮਾਰ ਲੈ। ਕੰਮੋਂ ਨੇ ਇੱਕ ਵਾਰ ਫਿਰ ਉਸ ਵੱਲ ਸ਼ੱਕੀ ਨਜ਼ਰਾਂ ਨਾਲ ਵੇਖਿਆ, ਪਰ ਉਹਦੇ ਸ਼ਾਂਤ ਸੁਭਾਅ ਤੇ ਪਿਆਰ ਤੇ ਸਤਿਕਾਰ ਭਰੇ ਨਿੱਘੇ ਵਤੀਰੇ ਕਾਰਨ ਉਹ ਇਨਕਾਰ ਨਾ ਕਰ ਸਕੀ। ਉਹਨੇ ਕੰਬਦਿਆਂ ਹੱਥਾਂ ਨਾਲ ਚਾਦਰ ਫੜ ਲਈ ਤੇ
ਤੇ ਫਿਰ ਹੌਲੀ-ਹੌਲੀ ਇੱਕ-ਇੱਕ ਕਰਕੇ ਆਪਣੇ ਕੱਪੜੇ ਉਤਾਰ ਕੇ ਨਿਚੋੜ ਕੇ ਉੱਥੇ ਸੁੱਕਣ ਲਈ ਵਿਛਾ ਦਿੱਤੇ ਤੇ ਚਾਦਰ ਦੀ ਬੁੱਕਲ ਮਾਰ ਕੇ ਉਹਦੇ ਬਰਾਬਰ ਬੈਠ ਗਈ। ਕੀ ਨਾਂ ਹੈ ਤੇਰਾ? ਉਸ ਆਦਮੀ ਨੇ ਗੱਲ ਸ਼ੁਰੂ ਕੀਤੀ। ਜੀ ਮੇਰਾ ਨਾਮ ਕਾਮਨੀ ਦੇਵੀ ਹੈ, ਜਾਣੀ ਕੰਮੋ। ਪੜ੍ਹੀ ਲਿਖੀ ਹੈ ਜਾਂ ਅਨਪੜ੍ਹ? ਜੀ ਮੈਂ BA ਤੱਕ ਪੜ੍ਹੀ ਹੋਈ ਹਾਂ। ਤੂੰ ਪੜ੍ਹੀ ਲਿਖੀ ਹੋ ਕੇ ਵੀ ਭੂਤਾਂ 'ਚ ਵਿਸ਼ਵਾਸ ਰੱਖਦੀ ਹੈ? ਚਲੋ ਖੈਰ, ਸਾਡੀ ਵਿੱਦਿਆ ਨੀਤੀ ਅਜਿਹੀ ਊਟ ਪਟਾਂਗ ਜਿਹੀ ਹੈ। ਇੱਥੇ ਭੂਤਾਂ ਪ੍ਰੇਤਾਂ ਤੇ ਜਾਦੂ ਟੂਣਿਆਂ ਬਾਰੇ ਬੱਚਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਇਸੇ ਕਰਕੇ ਇੱਥੇ ਪੜ੍ਹੇ ਲਿਖੇ ਤੇ ਅਨਪੜ੍ਹ 'ਚ ਬਹੁਤਾ ਫਰਕ ਨਹੀਂ ਹੈ। ਦੋਵੇਂ ਹੀ ਬਰਾਬਰ ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸੀ 'ਚ ਫਸੇ ਹੋਏ ਹਨ। ਚਲੋ ਖੈਰ, ਹੁਣ ਤੁਸੀਂ ਇਹ ਦੱਸੋ ਕੰਮੋ ਜੀ ਕਿ ਅਜਿਹਾ ਕੀ ਵਾਪਰ ਗਿਆ ਕਿ ਤੂੰ ਜ਼ਿੰਦਗੀ ਤੋਂ ਇੰਨੀ ਨਿਰਾਸ਼ ਹੋ ਗਈ ਤੇ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ ਤੇ ਰੇਲ ਦੀ ਪਟੜੀ ਉੱਤੇ ਆ ਕੇ ਪੈ ਗਈ। ਕੰਮੋ ਉਸ ਆਦਮੀ ਦੀ ਇਹ ਗੱਲ ਸੁਣ ਕੇ ਕੁਝ ਦੇਰ ਚੁੱਪਚਾਪ ਬੈਠੀ ਉਸ ਸਲਵੱਟੇ ਜੇ ਲੈਂਦੀ ਰਹੀ। ਕਈ ਵੱਟ ਖਾਧੇ ਤੇ ਫਿਰ ਝਿਜਕਦਿਆਂ ਹੋਇਆਂ ਉਹਨੇ ਹੌਲੀ-ਹੌਲੀ ਗੱਲ ਸ਼ੁਰੂ ਕੀਤੀ। ਅੰਗ ਦੂਸਰਾ। ਇਸ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਹੈ ਹਾਜੀਪੁਰ। ਕੰਮੋ ਇਸੇ ਪਿੰਡ ਦੀ ਰਹਿਣ ਵਾਲੀ ਇੱਕ ਪੇਂਡੂ ਕੁੜੀ ਹੈ। ਕੰਮੋ ਤੋਂ ਛੋਟਾ ਉਹਦਾ ਇੱਕ ਭਰਾ ਹੈ। ਬਸ ਇਹ ਦੋਨੋਂ ਭੈਣ ਭਰਾ ਹੀ ਆਪਣੇ ਮਾਂ-ਬਾਪ ਦੀ ਔਲਾਦ ਹਨ। ਉਹਦੇ ਮਾਂ-ਬਾਪ ਕੋਰੇ ਅਨਪੜ੍ਹ ਹਨ, ਪਰ ਉਹਨਾਂ ਕੋਲ ਕਾਫੀ ਜ਼ਮੀਨ ਹੈ। ਉਹ ਵੱਡੇ ਜਗੀਰਦਾਰ ਤਾਂ ਨਹੀਂ ਹਨ, ਪਰ ਇੰਨੀ ਕੁ ਜ਼ਮੀਨ ਜ਼ਰੂਰ ਹੈ ਜਿਸ ਨਾਲ ਚੰਗਾ ਖੁੱਲ੍ਹਾ ਗੁਜ਼ਾਰਾ ਹੋ ਸਕਦਾ ਹੈ। ਉਹਦਾ ਬਾਪ ਭਾਵੇਂ ਅਨਪੜ੍ਹ ਹੈ, ਪਰ ਕਾਫੀ ਸੁਲਝਿਆ ਹੋਇਆ ਇੱਕ ਨੇਕ ਇਨਸਾਨ ਹੈ। ਇਸੇ ਕਰਕੇ ਉਹ ਕਾਫੀ ਲੰਮੇ ਸਮੇਂ ਤੋਂ ਪਿੰਡ ਦਾ ਮੁਖੀਆ ਚੱਲਿਆ ਆ ਰਿਹਾ ਹੈ। ਹੁਣ ਵੀ ਚੁਣਿਆ ਹੋਇਆ ਨਹੀਂ, ਸਾਰੇ ਪਿੰਡ ਦਾ ਸਰਬਸੰਮਤੀ ਨਾਲ ਬਣਾਇਆ ਹੋਇਆ। ਲੋਕ ਉਹਦਾ ਕਾਫੀ ਆਦਰ ਮਾਣ ਕਰਦੇ ਸਨ ਤੇ ਉਹਦੇ ਫੈਸਲਿਆਂ ਨੂੰ ਮੰਨਦੇ ਸਨ। ਇਸ ਤਰ੍ਹਾਂ ਉਹ ਸਾਰੇ ਪਿੰਡ ਦਾ ਸਤਿਕਾਰਿਆ ਹੋਇਆ ਆਗੂ ਹੈ। ਉਸ ਤੋਂ ਪਹਿਲਾਂ ਇਸ ਪਿੰਡ ਦਾ ਜਗੀਰਦਾਰ ਮੁਖੀਆ ਹੋਇਆ ਕਰਦਾ ਸੀ, ਜਿਸ ਕੋਲ ਕਾਫੀ ਵੱਡੀ ਜਗੀਰ ਸੀ। ਪਿੰਡ 'ਚ ਉਹਦੀ ਇੱਕ ਕਿਲੇ ਵਰਗੀ ਹਵੇਲੀ ਸੀ। ਕਈ ਸਾਲ ਪਹਿਲਾਂ ਉਸ ਜਗੀਰਦਾਰ ਦਾ ਇੱਕ ਲੜਕਾ ਅਮਰੀਕਾ ਚਲਾ ਗਿਆ। ਫਿਰ ਉਹਨੇ ਇੱਕ-ਇੱਕ ਕਰਕੇ ਸਾਰੇ ਪਰਿਵਾਰ ਨੂੰ ਅਮਰੀਕਾ ਹੀ ਸੱਦ ਲਿਆ। ਵੱਡੇ ਜਗੀਰਦਾਰ ਦੀ ਵਿਦੇਸ਼ 'ਚ ਹੀ ਮੌਤ ਹੋ ਗਈ। ਉਹਦੀ ਮੌਤ ਪਿੱਛੋਂ ਇੱਕ ਵਾਰ ਉਹਦਾ ਲੜਕਾ ਆਇਆ ਤੇ ਆਪਣੀ ਸਾਰੀ ਜਗੀਰ ਤੇ ਕਿਲਾ ਲਾਗਲੇ ਪਿੰਡ ਦੇ ਇੱਕ ਠੇਕੇਦਾਰ ਬਿਹਾਰੀ ਲਾਲ ਨੂੰ ਵੇਚ ਗਿਆ। ਹੁਣ ਉਹਨਾਂ ਦਾ ਇੱਥੇ ਕੁਝ ਵੀ ਨਹੀਂ ਹੈ। ਬਿਹਾਰੀ ਲਾਲ ਵੀ ਇਸ ਪਿੰਡ 'ਚ ਨਹੀਂ ਰਹਿੰਦਾ। ਉਹਦਾ ਇਸ ਸ਼ਹਿਰ 'ਚ ਬਹੁਤ ਵੱਡਾ ਕਾਰੋਬਾਰ ਹੈ ਤੇ ਉਹ ਪਿੰਡ ਵਿੱਚ ਕਦੀ-ਕਦਾਈ ਹੀ ਜਾਂਦਾ ਹੈ। ਪਿੰਡ ਦਾ ਸਾਰਾ ਕੰਮਕਾਜ ਉਹਦੇ ਨੌਕਰ ਹੀ ਸੰਭਾਲਦੇ ਹਨ। ਜਗੀਰਦਾਰ ਪਰਿਵਾਰ ਦੇ ਪਿੰਡ ਛੱਡ ਜਾਣ ਪਿੱਛੋਂ ਕੰਮੋਂ ਦਾ ਬਾਪ ਉਹਦੀ ਥਾਂ ਪਿੰਡ ਦਾ ਮੁਖੀਆ ਬਣਾਇਆ ਗਿਆ, ਜੋ ਅੱਜ ਤੱਕ ਹੈ। ਕਦੀ ਵੀ ਉਹਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ। ਕੰਮੋਂ ਨੂੰ ਪਿੰਡ ਦੇ ਸਰਕਾਰੀ ਸਕੂਲ 'ਚੋਂ 10ਵੀਂ ਪਾਸ ਕਰਨ ਪਿੱਛੋਂ ਸ਼ਹਿਰ ਦੇ ਇੱਕ ਕਾਲਜ 'ਚ ਦਾਖਲ ਕਰਾ ਦਿੱਤਾ ਗਿਆ, ਕਿਉਂਕਿ ਪਿੰਡ ਦਾ ਸਕੂਲ ਸਿਰਫ 10ਵੀਂ ਜਮਾਤ ਤੱਕ ਹੀ ਸੀ। ਕੰਮੋਂ ਛੁੱਟੀਆਂ ਵਿੱਚ ਹੀ ਪਿੰਡ ਜਾਂਦੀ, ਆਮ ਕਰਕੇ ਉਹ ਹੋਸਟਲ 'ਚ ਹੀ ਰਹਿੰਦੀ। ਕੰਮੋਂ ਜਦੋਂ ਪਹਿਲਾਂ ਕਾਲਜ 'ਚ ਆਈ ਤਾਂ ਕਾਫੀ ਪਰੇਸ਼ਾਨ ਜੀ ਰਹਿੰਦੀ ਸੀ। ਉਹਦਾ ਸਾਦਾ ਤੇ ਭੋਲਾ ਭਾਲਾ ਸੁਭਾਅ ਹੋਣ ਕਰਕੇ ਉਹ ਸ਼ਹਿਰੀ ਕੁੜੀਆਂ ਤੋਂ ਦੂਰ ਹੀ ਰਹਿੰਦੀ ਸੀ। ਵੈਸੇ ਵੀ ਉਹਦਾ ਗੁਲਾਬੀ ਰੰਗ, ਗੋਲ ਚਿਹਰਾ, ਤੰਦਰੁਸਤ ਤੇ ਗਠੀਲਾ ਸਰੀਰ ਹੋਣ ਕਰਕੇ ਅਲੱਗ ਹੀ ਦਿਸਦੀ ਸੀ। ਪਹਿਲਾਂ ਉਹਨੂੰ ਪਿੰਡ ਦੀ ਇੱਕ ਭੋਲੀ ਭਾਲੀ ਕੁੜੀ ਸਮਝ ਕੇ ਸ਼ਹਿਰੀ ਮੁੰਡਿਆਂ ਨੇ ਉਹਨੂੰ ਆਪਣੇ ਜਾਲ 'ਚ ਫਸਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਕੰਮੋਂ ਬਹੁਤ ਘੱਟ ਬੋਲਦੀ, ਪਰ ਜੇ ਕੋਈ ਬੁਲਾ ਲੈਂਦਾ ਤਾਂ ਹਰ ਇੱਕ ਨਾਲ ਹੱਸ ਕੇ ਖਿੜੇ ਮੱਥੇ ਅੱਖਾਂ ਲੜਾ ਕੇ ਗੱਲ ਕਰਦੀ। ਭਾਵੇਂ ਕੋਈ ਮੁੰਡਾ ਹੋਵੇ, ਭਾਵੇਂ ਕੋਈ ਕੁੜੀ, ਉਹ ਹਰ ਇੱਕ ਨਾਲ ਇੱਕੋ ਜਿਹੇ ਢੰਗ ਨਾਲ ਗੱਲ ਕਰਦੀ। ਉਹ ਕਾਲਜ ਦੀ ਕੈਂਟੀਨ 'ਚ ਬਹੁਤ ਸਾਰੇ ਮੁੰਡਿਆਂ ਨਾਲ ਚਾਹ ਪੀ ਚੁੱਕੀ ਸੀ, ਪਰ ਉਹਦਾ ਬੱਚਿਆਂ ਵਰਗਾ ਮਾਸੂਮ ਤੇ ਭੋਲਾ ਭਾਲਾ ਚਿਹਰਾ, ਨਿਰਛਲ ਅੱਖਾਂ ਸਾਹਮਣੇ ਕੋਈ ਵੀ ਮੁੰਡਾ ਇੱਕ ਹੱਦ ਤੋਂ ਅੱਗੇ ਵਧਣ ਦੀ ਹਿੰਮਤ ਨਹੀਂ ਕਰ ਸਕਿਆ। ਇਸ ਤਰ੍ਹਾਂ ਉਹ ਸਾਰੀਆਂ ਕੁੜੀਆਂ ਦੀ ਸਹੇਲੀ ਤੇ ਸਾਰੇ ਕਾਲਜ ਦੇ ਮੁੰਡਿਆਂ ਦੀ ਮਹਿਬੂਬ ਸੀ, ਪਰ ਅਸਲ 'ਚ ਉਹ ਕਿਸੇ ਦੀ ਵੀ ਨਹੀਂ ਸੀ। ਕੋਈ ਵੀ ਮੁੰਡਾ ਅੱਜ ਤੱਕ ਉਸ ਉੱਪਰ ਆਪਣੀ ਮੇਰ ਨਹੀਂ ਜਤਾ ਸਕਿਆ ਸੀ। ਇਸ ਤਰ੍ਹਾਂ ਸਾਰੇ ਕਾਲਜ 'ਚ ਉਹਦੀ ਇੱਕ ਆਪਣੀ ਹੀ ਦਿੱਖ ਸੀ। ਉਹਦੀ ਇਸ ਅਨੋਖੀ ਜਿਹੀ ਪਹਿਚਾਣ ਦੀ ਕਾਲਜ ਦੇ ਪ੍ਰੋਫੈਸਰ ਵੀ ਕਦਰ ਕਰਦੇ ਸਨ। ਪ੍ਰਿੰਸੀਪਲ ਤਾਂ ਕੰਮੋਂ ਉੱਤੇ ਕੁਝ ਜ਼ਿਆਦਾ ਹੀ ਖੁਸ਼ ਸੀ। ਉਹਨੇ ਤਾਂ ਕਈ ਵਾਰ ਦਫ਼ਤਰ ਬੁਲਾ ਕੇ ਉਹਨੂੰ ਪਿਆਰ ਦਿੱਤਾ, ਆਦਰ ਮਾਣ ਕੀਤਾ ਤੇ ਉਹਦਾ ਹੌਸਲਾ ਵਧਾਇਆ। ਉਹਨੇ ਕਈ ਵਾਰ ਕਿਹਾ ਕਿ ਇਹ ਕੁੜੀ ਤਾਂ ਸਾਰੇ ਕਾਲਜ ਦਾ ਸ਼ਿੰਗਾਰ ਹੈ। ਕੰਮੋਂ ਦੇ ਨਾਲ ਹੀ ਉਸੇ ਕਲਾਸ ਵਿੱਚ ਇੱਕ ਹੋਰ ਮੁੰਡਾ ਵੀ ਕਿਸੇ ਪਿੰਡ 'ਚੋਂ ਆ ਕੇ ਦਾਖਲ ਹੋਇਆ ਸੀ, ਜਿਹਨੂੰ ਸਾਰੇ ਦੀਪ ਕਹਿ ਕੇ ਬੁਲਾਉਂਦੇ ਸਨ। ਦੀਪ ਪਤਲੇ ਜਿਹੇ ਸਰੀਰ ਵਾਲਾ, ਲੰਮਾ ਤੇ ਬਹੁਤ ਹੀ ਖੂਬਸੂਰਤ ਜਵਾਨ ਸੀ। ਸਾਰੇ ਕਾਲਜ 'ਚ ਇਕੱਲਾ ਦੀਪ ਹੀ ਇੱਕ ਅਜਿਹਾ ਮੁੰਡਾ ਸੀ ਜਿਹਨੇ ਅੱਜ ਤੱਕ ਕੰਮੋਂ ਨੂੰ ਬੁਲਾਇਆ ਨਹੀਂ ਸੀ। ਉਹ ਬਹੁਤ ਹੀ ਚੁੱਪ ਚੁਪੀਤੇ ਜਿਹੇ ਸੁਭਾਅ ਵਾਲਾ ਨੌਜਵਾਨ ਸੀ। ਉਹ ਰਹਿੰਦਾ ਵੀ ਸਭ ਤੋਂ ਅਲੱਗ ਥਲੱਗ ਸੀ। ਉਹ ਕਾਫੀ ਮਹਿੰਗੇ ਕੱਪੜੇ ਪਾਉਂਦਾ ਤੇ ਅਮੀਰੀ ਦਾ ਵਿਖਾਵਾ ਕਰਦਾ ਸੀ।
3 ਸਾਲ ਬੀਤ ਗਏ ਸਨ। ਹੁਣ ਉਹਨਾਂ ਦਾ BA ਦਾ ਆਖਰੀ ਸਾਲ ਸੀ। ਕੰਮੋਂ ਦੀ ਪੋਜੀਸ਼ਨ ਉਹੀ ਪਹਿਲਾਂ ਵਾਲੀ ਸੀ ਜੋ ਉਹਦੀ ਪਹਿਲੇ ਸਾਲ ਹੀ ਬਣ ਗਈ ਸੀ। ਉਹ ਨਾ ਕਿਸੇ ਦੀ ਦੋਸਤ ਨਾ ਦੁਸ਼ਮਣ, ਪਰ ਉਹ ਦੋਸਤ ਸਭ ਦੀ ਸੀ, ਦੁਸ਼ਮਣ ਕਿਸੇ ਦੀ ਵੀ ਨਹੀਂ। ਉਹ ਨਾ ਕਿਸੇ ਦਾ ਖਾਂਦੀ ਨਾ ਕਿਸੇ ਨੂੰ ਖਵਾਉਂਦੀ। ਜੇ ਅੱਜ ਕਿਸੇ ਨੇ ਉਹਦੀ ਥਾਂ ਖਰਚਾ ਕਰ ਦਿੱਤਾ ਤਾਂ ਅਗਲੇ ਦਿਨ ਉਹ ਕਰ ਦਿੰਦੀ। ਮਾਂ ਬਾਪ ਉਹਨੂੰ ਖੁੱਲ੍ਹਾ ਖਰਚਾ ਦੇ ਰਹੇ ਸਨ। ਉਹਨੇ ਅੱਜ ਤੱਕ ਕਿਸੇ ਨਾਲ ਵੀ ਲੜਾਈ ਝਗੜਾ ਨਹੀਂ ਕੀਤਾ ਸੀ। ਉਹ ਨਾ ਕਿਸੇ ਨੂੰ ਸੜੀ ਬੁਝੀ ਗੱਲ ਕਹਿੰਦੀ, ਨਾ ਹੀ ਕੋਈ ਉਹਨੂੰ ਕਹਿੰਦਾ। ਉਹਨੇ ਆਪਣੇ ਉਸ ਲੈਵਲ ਨੂੰ 3 ਸਾਲ ਇੱਕੋ ਥਾਂ ਟਿਕਾਈ ਰੱਖਿਆ, ਨਾ ਹੇਠਾਂ ਡਿੱਗਣ ਦਿੱਤਾ ਨਾ ਉੱਪਰ ਜਾਣ ਦਿੱਤਾ। ਕਾਲਜ ਦੇ ਲਗਭਗ ਸਾਰੇ ਮੁੰਡੇ ਉਸ ਉੱਪਰ ਆਪਣੀ ਕਿਸਮਤ ਅਜਮਾ ਚੁੱਕੇ ਸਨ। ਇੱਕ ਦੀਪ ਹੀ ਅਜਿਹਾ ਸੀ ਜਿਹਨੇ ਅੱਜ ਤੱਕ ਕੰਮੋਂ ਨਾਲ ਕੋਈ ਗੱਲ ਨਹੀਂ ਕੀਤੀ ਸੀ। ਇਸ ਗੱਲ ਦੀ ਕੰਮੋਂ ਨੂੰ ਵੀ ਹੈਰਾਨੀ ਸੀ। ਦੀਪ ਕਾਫੀ ਸੋਹਣਾ ਸੁਨੱਖਾ ਮੁੰਡਾ ਸੀ, ਚੰਗੀ ਤਰ੍ਹਾਂ ਬਣ ਠਣ ਕੇ ਰਹਿੰਦਾ, ਖੁੱਲ੍ਹਾ ਖਰਚਾ ਵੀ ਕਰਦਾ ਸੀ, ਪਰ ਅਸਲ 'ਚ ਜਿੰਨਾ ਚੁੱਪ ਚਪੀਤਾ ਤੇ ਸ਼ਰੀਫ ਲੱਗਦਾ ਸੀ ਉਹਨਾਂ ਹੈ ਨਹੀਂ ਸੀ। ਕਾਫੀ ਖਚਰਾ ਤੇ ਗੁੱਝਾ ਬਦਮਾਸ਼ ਸੀ। ਉਹ ਕਾਫੀ ਵੱਡੇ ਜਾਗੀਰਦਾਰ ਘਰਾਣੇ ਦਾ ਮੁੰਡਾ ਸੀ। ਅੰਦਰ ਖਾਤੇ ਉਹ ਕਈ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ, ਪਰ ਕੰਮੋਂ ਨੂੰ ਉਹਦੀ ਅਸਲੀਅਤ ਦਾ ਕੋਈ ਪਤਾ ਨਹੀਂ ਸੀ। ਉਹ ਜਿਹੋ ਜਿਹੀ ਆਪ ਦਿਲ ਦੀ ਸਾਫ਼ ਸੀ, ਉਹ ਜਿਹੀ ਸਾਰੀ ਦੁਨੀਆ ਨੂੰ ਸਮਝਦੀ ਸੀ। ਦੀਪ ਦਿਲ ਦਾ ਕਮਜ਼ੋਰ ਤੇ ਡਰੂ ਕਿਸਮ ਦਾ ਆਦਮੀ ਸੀ, ਇਸੇ ਕਰਕੇ ਉਹ ਕੰਮੋਂ ਤੋਂ ਡਰਦਾ ਸੀ। ਇੱਕ ਦਿਨ ਕੈਂਟੀਨ 'ਚ ਕੰਮੋਂ ਨੇ ਆਪ ਹੀ ਦੀਪ ਨੂੰ ਬੁਲਾ ਲਿਆ। ਦੀਪ ਸ਼ਾਇਦ ਕਿਸੇ ਅਜਿਹੇ ਮੌਕੇ ਦੀ ਹੀ ਉਡੀਕ ਸੀ, ਇਸੇ ਕਰਕੇ ਉਹਨੇ ਜਾਣ-ਬੁੱਝ ਕੇ ਕੰਮੋਂ ਵੱਲ ਬੇਗੌਰੀ ਜਿਹੀ ਨਾਲ ਦੇਖਿਆ। ਦੀਪ, ਤੂੰ ਬੋਲਦਾ ਬਹੁਤ ਘੱਟ ਹੈ। ਬਸ ਜੀ, ਮੇਰੀ ਆਦਤ ਹੀ ਨਹੀਂ ਫਜ਼ੂਲ ਜਿਹੀਆਂ ਗੱਲਾਂ ਕਰਨ ਦੀ। ਇੱਥੇ ਪੜ੍ਹਨ ਲਈ ਆਏ ਹਾਂ, ਮੈਂ ਬਹੁਤਾ ਪੜ੍ਹਾਈ ਵੱਲ ਹੀ ਧਿਆਨ ਰੱਖਦਾ। ਉਹਨੇ ਬਹੁਤ ਲਾਇਕ ਤੇ ਸੂਝਵਾਨ ਵਿਦਿਆਰਥੀ ਹੋਣ ਦਾ ਨਾਟਕ ਕੀਤਾ। ਬਹੁਤ ਚੰਗੀ ਗੱਲ ਹੈ, ਬਹੁਤ ਸੁਲਝੇ ਹੋਏ ਵਿਚਾਰ ਨੇ ਤੇਰੇ। ਹਾਂਜੀ, ਸ਼ੁਕਰੀਆ, ਬਹੁਤ ਹੀ ਧੰਨਵਾਦ। ਉਸ ਅੱਗੇ ਗੱਲ ਨਾ ਤੋਰੀ। ਕੰਮੋਂ ਵੀ ਚੁੱਪ ਕਰ ਗਈ। ਵੈਸੇ ਉਹ ਪ੍ਰਭਾਵਿਤ ਜ਼ਰੂਰ ਹੋ ਗਈ ਉਹਦੀਆਂ ਗੱਲਾਂ ਸੁਣ ਕੇ। ਉਹਨੂੰ ਉਹ ਸਾਰੇ ਕਾਲਜ ਵਿੱਚੋਂ ਸੁਲਝਿਆ ਹੋਇਆ ਤੇ ਸ਼ਰੀਫ ਮੁੰਡਾ ਲੱਗਿਆ। ਦੀਪ ਕੰਮੋਂ ਦੇ ਸੁਭਾਅ ਦਾ ਚੰਗੀ ਤਰ੍ਹਾਂ ਭੇਤੀ ਸੀ। ਉਹ ਜਾਣਦਾ ਸੀ ਕਿ ਇਹਨੂੰ ਪ੍ਰਭਾਵਿਤ ਕਰਨ ਲਈ ਸਾਰੇ ਕਾਲਜ ਦੇ ਮੁੰਡਿਆਂ ਨਾਲੋਂ ਇੱਕ ਅਲੱਗ ਦਿੱਖ ਬਣਾਈ ਜਾਵੇ। ਉਹ ਕਾਫੀ ਚਿਰ ਤੋਂ ਕੰਮੋਂ ਵੱਲੋਂ ਪਹਿਲ ਦੀ ਉਡੀਕ ਕਰ ਰਿਹਾ ਸੀ। ਅੱਜ ਵੀ ਇਹ ਕੰਮੋਂ ਨੂੰ ਇਕੱਲੀ ਬੈਠੀ ਦੇਖ ਜਾਣ-ਬੁੱਝ ਕੇ ਉਹਦੇ ਲਾਗੇ ਆ ਕੇ ਬੈਠਾ ਸੀ। ਕੰਮੋਂ ਦੀ ਪਹਿਲ ਹੋ ਜਾਣ ਪਿੱਛੋਂ ਵੀ ਉਹਨੇ ਆਪਣੇ ਆਪ ਉੱਤੇ ਕਾਬੂ ਰੱਖਿਆ, ਪਰ ਅੰਦਰੋਂ ਪੂਰਾ ਖੁਸ਼ ਸੀ ਕਿ ਹੁਣ ਪੰਛੀ ਵਿਛਾਏ ਜਾਲ 'ਚ ਫਸ ਜਾਏਗਾ। ਇਸ ਘਟਨਾ ਤੋਂ ਪਿੱਛੋਂ ਕਈ ਵਾਰ ਕੈਂਟੀਨ ਵਿੱਚ ਕੰਮੋਂ ਦੇ ਲਾਗੇ ਜਾ ਕੇ ਬੈਠਿਆ। ਇਸ ਤਰ੍ਹਾਂ ਹੌਲੀ-ਹੌਲੀ ਗੱਲਾਂ ਖੁੱਲ੍ਹਦੀਆਂ ਗਈਆਂ। ਆਖਰ ਉਹ ਕੰਮੋਂ ਦੀ ਉਸ ਲਛਮਣ ਰੇਖਾ ਨੂੰ ਪਾਰ ਕਰਨ 'ਚ ਸਫਲ ਹੋ ਗਿਆ ਜੋ ਕਾਲਜ ਦੇ ਕਿਸੇ ਮੁੰਡੇ ਤੋਂ ਨਹੀਂ ਟੱਪੀ ਗਈ ਸੀ। ਆਖਰ ਉਹ ਅੱਜ ਹੋਰ ਕੱਲ੍ਹ ਹੋਰ ਇੱਕ ਦੂਜੇ ਦੇ ਨੇੜੇ ਹੁੰਦੇ ਗਏ। ਆਖਰ ਇਹ ਨੇੜਤਾ ਗੂੜੀ ਦੋਸਤੀ ਤੇ ਫਿਰ ਪਿਆਰ 'ਚ ਬਦਲ ਗਈ। ਉਹਨੇ ਕਈ ਵਾਰ ਪੈਸੇ ਖਰਚ ਕੇ ਕੰਮੋਂ ਨੂੰ ਆਪਣੇ ਤੋਂ ਛੋਟਾ ਕਰਨ ਤੇ ਦਬਾਉਣ ਦਾ ਯਤਨ ਕੀਤਾ, ਪਰ ਕੰਮੋਂ ਨੇ ਉਹਨੂੰ ਅੱਖਾਂ ਦਿਖਾਈਆਂ ਤੇ ਉਹਦੇ ਬਰਾਬਰ ਖਰਚਾ ਕਰਦੀ ਰਹੀ ਤੇ ਉਹਦੀ ਦਇਆ ਦਾ ਪਾਤਰ ਨਾ ਬਣੀ। ਸ਼ਾਇਦ ਇਸੇ ਕਰਕੇ ਕਈ ਮਹੀਨੇ ਲੰਘ ਜਾਣ ਤੋਂ ਪਿੱਛੋਂ ਵੀ ਉਹ ਕੰਮੋਂ ਦੇ ਸਰੀਰ ਨੂੰ ਛੂਹਣ ਤੱਕ ਦੀ ਵੀ ਹਿੰਮਤ ਨਹੀਂ ਕਰ ਸਕਿਆ ਸੀ। ਉਹਨੇ ਕਈ ਵਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਉਹ ਕੰਮੋਂ ਦੇ ਗੁਲਾਬੀ ਤੇ ਨਿਰਛਲ ਭੋਲੇ ਚਿਹਰੇ ਸਾਹਮਣੇ ਹਿੰਮਤ ਹਾਰ ਜਾਂਦਾ ਤੇ ਉਹਦੀ ਆਤਮਾ ਕੰਬ ਜਾਂਦੀ। ਉਹਨੇ ਕੰਮੋਂ ਨਾਲ ਦੋਸਤੀ ਕਿਸੇ ਪਿਆਰ ਮੁਹੱਬਤ ਵਾਲੇ ਪਾਸੇ ਜਾਣ ਲਈ ਨਹੀਂ ਕੀਤੀ ਸੀ। ਉਹਨੇ ਤਾਂ ਆਮ ਹੀ ਜਾਗੀਰਦਾਰਾਂ ਦੇ ਮੁੰਡਿਆਂ ਵਾਂਗਰ ਸਿਰਫ ਅਯਾਸ਼ੀ ਲਈ ਕੀਤੀ ਸੀ, ਜਿਸ 'ਚੋਂ ਬਾਰ-ਬਾਰ ਅਸਫਲ ਹੋ ਰਿਹਾ ਸੀ। ਸ਼ਾਇਦ ਇਸੇ ਕਰਕੇ ਉਹ ਕੰਮੋਂ ਦੀ ਸ਼ਖਸੀਅਤ ਦਾ ਕਾਇਲ ਹੋ ਗਿਆ ਤੇ ਸੱਚੇ ਦਿਲੋਂ ਕੰਮੋਂ ਨਾਲ ਪਿਆਰ ਕਰਨ ਲੱਗ ਪਿਆ। ਉਹਦੀਆਂ ਅੱਖਾਂ ਵਿੱਚੋਂ ਜਿਵੇਂ-ਜਿਵੇਂ ਅਸ਼ਲੀਲਤਾ ਘਟਦੀ ਗਈ, ਕੰਮੋਂ ਉਹਨੂੰ ਉਸੇ ਤਰ੍ਹਾਂ ਹੀ ਖੁੱਲ੍ਹ ਦਿੰਦੀ ਗਈ। ਇਹਦੇ ਨਾਲ ਹੀ ਉਹਦੇ ਅੰਦਰ ਦੀਪ ਪ੍ਰਤੀ ਪਿਆਰ ਤੇ ਵਿਸ਼ਵਾਸ ਵੱਧਦਾ ਗਿਆ। ਇਸ ਕਰਕੇ ਹੁਣ ਉਹ ਆਮ ਹੀ ਪਾਰਕਾਂ ਵਿੱਚ ਬੈਠੇ ਜਾਂ ਇੱਧਰ-ਉੱਧਰ ਘੁੰਮਦੇ ਵੇਖੇ ਜਾਂਦੇ ਸਨ। ਇਸ ਗੱਲ ਦਾ ਸਾਰੇ ਕਾਲਜ ਦੇ ਮੁੰਡਿਆਂ ਕੁੜੀਆਂ ਨੂੰ ਪਤਾ ਲੱਗ ਚੁੱਕਿਆ ਸੀ। ਨਾ ਹੀ ਉਹਨਾਂ ਕਿਸੇ ਤੋਂ ਛੁਪਾਉਣ ਤੇ ਲੁਕ ਛਿਪ ਕੇ ਮਿਲਣ ਦੀ ਜਾਂ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਨਾ ਹੀ ਉਹਨਾਂ ਦੀਆਂ ਸਬੰਧਾਂ 'ਚ ਕਿਸੇ ਨੇ ਦਖਲ ਅੰਦਾਜ਼ੀ ਕੀਤੀ ਸੀ। ਇੱਕ ਸੂਝਵਾਨ ਜੋੜੇ ਦਾ ਲੰਮੀ ਪਰਖ ਤੋਂ ਪਿੱਛੋਂ ਸੋਚ ਵਿਚਾਰ ਕੇ ਲਿਆ ਗਿਆ ਫੈਸਲਾ ਮੰਨਿਆ ਗਿਆ। ਇਸੇ ਕਰਕੇ ਅੱਜ ਤੱਕ ਉਹਨਾਂ ਨੂੰ ਸੁਣਾ ਕੇ ਕਿਸੇ ਮੁੰਡੇ ਜਾਂ ਕੁੜੀ ਨੇ ਉਹਨਾਂ ਉੱਪਰ ਟਕੋਰ ਨਹੀਂ ਮਾਰੀ ਸੀ, ਜਿਹਾ ਕਿ ਅਕਸਰ ਅਜਿਹੇ ਮਾਮਲਿਆਂ 'ਚ ਹੁੰਦਾ ਹੈ। ਇਹ ਸਬੰਧ ਇੰਨੇ ਲੰਮੇ ਸਮੇਂ ਪਿੱਛੋਂ ਤੇ ਇੰਨੇ ਹੌਲੀ-ਹੌਲੀ ਜੁੜੇ ਕਿ ਕਿਸੇ ਨੂੰ ਵੀ ਜਾਣ ਕੇ ਹੈਰਾਨੀ ਨਹੀਂ ਹੋਈ। ਪਰ ਉਹਨਾਂ ਦੇ ਕਾਲਜ ਦੇ ਪ੍ਰਿੰਸੀਪਲ ਨੂੰ ਜ਼ਰੂਰ ਚਿੰਤਾ ਸੀ, ਕਿਉਂਕਿ ਉਹਨੂੰ ਦੀਪ ਦੀਆਂ ਸਾਰੀਆਂ ਕਰਤੂਤਾਂ ਦਾ ਪਤਾ ਸੀ।
ਪਰ ਉਹ ਦੀਪ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਨੂੰ ਇਸ ਕਰਕੇ ਮਜਬੂਰ ਸੀ ਕਿ ਉਹਦੇ ਖਿਲਾਫ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਸੀ। ਪਰ ਉਹਦੇ ਆਪਣੇ ਸਾਧਨਾਂ ਰਾਹੀਂ ਉਹਨੂੰ ਪਤਾ ਜ਼ਰੂਰ ਲੱਗ ਗਿਆ ਸੀ। ਉਹ ਕੰਮੋਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਦਿਲ ਦੀ ਸਾਫ਼ ਮਿੱਠ ਬੋਲੜੀ ਮਿਲਣਸਾਰ ਸੁਭਾਅ ਦੀ ਇੱਕ ਹੋਣਹਾਰ ਕੁੜੀ ਹੈ ਜੋ ਦੀਪ ਦੀ ਅੰਦਰਲੀ ਤਸਵੀਰ ਨੂੰ ਨਹੀਂ ਜਾਣਦੀ ਸੀ, ਭਾਵੇਂ ਕਿ ਉਹ ਕੰਮੋਂ ਨਾਲ ਸੱਚਾ ਪਿਆਰ ਕਰਦਾ ਸੀ। ਪਰ ਪ੍ਰਿੰਸੀਪਲ ਇਸ ਗੱਲ ਨੂੰ ਮੰਨਣ ਲਈ ਕਈ ਤਿਆਰ ਨਹੀਂ ਸੀ। ਉਹ ਕੰਮੋਂ ਨੂੰ ਆਪਣੀ ਧੀਆਂ ਵਾਂਗ ਪਿਆਰ ਕਰਦਾ ਸੀ। ਇਸੇ ਕਰਕੇ ਉਹ ਬੜੀ ਬੇਸਬਰੀ ਨਾਲ ਕਿਸੇ ਅਜਿਹੇ ਮੌਕੇ ਦੀ ਉਡੀਕ ਕਰ ਰਿਹਾ ਸੀ ਜਿਸ ਨਾਲ ਉਹਨੂੰ ਕੰਮੋਂ ਨੂੰ ਸਮਝਾਉਣ ਦਾ ਮੌਕਾ ਮਿਲ ਸਕੇ। ਇੱਕ ਦਿਨ ਪ੍ਰਿੰਸੀਪਲ ਨੇ ਉਹਨਾਂ ਨੂੰ ਇੱਕ ਸਿਨੇਮੇ ਵਿੱਚੋਂ ਇਕੱਠਿਆਂ ਨੂੰ ਨਿਕਲਦੇ ਵੇਖ ਲਿਆ। ਦੂਸਰੇ ਦਿਨ ਹੀ ਉਹਨੇ ਕੰਮੋਂ ਨੂੰ ਦਫ਼ਤਰ ਬੁਲਾ ਕੇ ਡਾਂਟਿਆ। ਕੰਮੋਂ ਦੇ ਲੱਖ ਸਮਝਾਉਣ ਤੇ ਵੀ ਉਹ ਕੋਈ ਗਲਤ ਕਦਮ ਨਹੀਂ ਚੁੱਕਣਗੇ। ਉਹਨਾਂ ਦੀ ਸਿਰਫ ਦੋਸਤੀ ਹੈ ਜੋ ਆਖਰ ਮਾਂ-ਬਾਪ ਦੀ ਮਨਜ਼ੂਰੀ ਲੈ ਕੇ ਵਿਆਹ 'ਚ ਬਦਲ ਜਾਏਗੀ। ਪਰ ਪ੍ਰਿੰਸੀਪਲ ਨੂੰ ਇਹ ਸਾਰੀਆਂ ਗੱਲਾਂ ਕੰਮੋਂ ਦਾ ਭੋਲਾਪਨ ਨਹੀਂ ਲੱਗ ਰਿਹਾ ਸੀ। ਆਖਰ ਉਹਨੇ ਦੀਪ ਨੂੰ ਵੀ ਦਫ਼ਤਰ 'ਚ ਬੁਲਾ ਲਿਆ। ਉਹਨੇ ਪ੍ਰਿੰਸੀਪਲ ਦੇ ਸਾਹਮਣੇ ਇਕਰਾਰ ਕੀਤਾ ਕਿ ਉਹ BA ਕਰਨ ਪਿੱਛੋਂ ਆਪਣੇ ਮਾਂ-ਬਾਪ ਨਾਲ ਗੱਲ ਕਰੇਗਾ ਤੇ ਉਹਨਾਂ ਨੂੰ ਵਿਆਹ ਲਈ ਰਜ਼ਾਮੰਦ ਕਰ ਲਏਗਾ। ਪਰ ਪ੍ਰਿੰਸੀਪਲ ਨੂੰ ਦੀਪ ਦੀਆਂ ਗੱਲਾਂ ਦਾ ਕੋਈ ਭਰੋਸਾ ਨਹੀਂ ਸੀ। ਉਹ ਦੀਪ ਵੱਲ ਕੌੜੀਆਂ ਤੇ ਸ਼ੱਕੀ ਅੱਖਾਂ ਨਾਲ ਦੇਖਦਾ ਰਿਹਾ। ਫਿਰ ਉਹਨੇ ਉਹਨਾਂ ਨੂੰ ਦਫ਼ਤਰ ਵਿੱਚੋਂ ਚਲੇ ਜਾਣ ਦਾ ਹੁਕਮ ਦਿੱਤਾ ਤੇ ਉਹਨਾਂ ਦੇ ਜਾਣ ਪਿੱਛੋਂ ਉਹਨਾਂ ਦੇ ਘਰਦਿਆਂ ਨੂੰ 2 ਚਿੱਠੀਆਂ ਲਿਖ ਦਿੱਤੀਆਂ, ਜਿਸ ਵਿੱਚ ਉਹਨੇ ਸਾਰੀ ਗੱਲ ਸਪਸ਼ਟ ਲਿਖ ਦਿੱਤੀ ਤੇ ਛੇਤੀ ਆ ਕੇ ਮਿਲਣ ਲਈ ਕਿਹਾ। ਕੰਮੋਂ ਦੇ ਮਾਂ-ਬਾਪ ਨੂੰ ਜਦੋਂ ਚਿੱਠੀ ਮਿਲੀ ਤੇ ਉਹਨਾਂ ਨੇ ਉਹ ਚਿੱਠੀ ਇੱਕ ਗੁਆਂਢੀਆਂ ਦੀ ਕੁੜੀ ਤੋਂ ਪੜ੍ਹਾਈ ਤੇ ਕੰਮੋਂ ਦਾ ਬਾਪ ਇੱਕਦਮ ਗਰਮ ਹੋ ਕੇ ਲੋਹਾ ਲਾਖਾ ਹੋ ਗਿਆ। ਉਹਨੇ ਤੁਰੰਤ ਹੀ ਕੰਮੋਂ ਦੀ ਪੜ੍ਹਾਈ ਬੰਦ ਕਰਕੇ ਉਹਨੂੰ ਵਾਪਸ ਬੁਲਾਉਣ ਦਾ ਫੈਸਲਾ ਉਹਦੀ ਮਾਂ ਨੂੰ ਸੁਣਾ ਦਿੱਤਾ, ਜਿਸ ਤਰ੍ਹਾਂ ਸਾਰੀਆਂ ਮਾਵਾਂ ਕਰਦੀਆਂ ਹਨ। ਕੰਮੋਂ ਦੀ ਮਾਂ ਨੇ ਵੀ ਕੰਮੋਂ ਦਾ ਪੱਖ ਲੈਂਦਿਆਂ ਉਹਨੂੰ ਧੀਰਜ ਰੱਖਣ ਲਈ ਕਿਹਾ ਕਿ ਆਪਾਂ ਚੱਲ ਕੇ ਪਹਿਲਾਂ ਹਾਲਾਤ ਦੇਖਦੇ ਹਾਂ, ਮੁੰਡੇ ਨੂੰ ਦੇਖਦੇ ਹਾਂ, ਉਹਦਾ ਖਾਨਦਾਨ ਤੇ ਚਾਲ ਢਾਲ ਵੇਖਦੇ ਹਾਂ, ਉਹਦੇ ਚਾਲ ਚੱਲਣ ਦਾ ਪਤਾ ਕਰਦੇ ਹਾਂ। ਕੰਮੋਂ ਕੋਈ ਬੇਵਕੂਫ ਜਾਂ ਜਲਦਬਾਜ਼ੀ ਨਾਲ ਕਿਸੇ ਦੀਆਂ ਗੱਲਾਂ 'ਚ ਆਉਣ ਵਾਲੀ ਲੜਕੀ ਨਹੀਂ ਹੈ। ਆਖਰ ਉਹਦਾ ਕਿਤੇ ਨਾ ਕਿਤੇ ਵਿਆਹ ਤਾਂ ਕਰਨਾ ਹੀ ਹੈ। ਜੇ ਮੁੰਡਾ ਠੀਕ ਹੋਇਆ ਤਾਂ ਗੱਲ ਅੱਗੇ ਤੋਰ ਲਵਾਂਗੇ, ਨਹੀਂ ਤਾਂ ਜਵਾਬ ਦੇ ਦੇਵਾਂਗੇ। ਜੇ ਲੋੜ ਪਈ ਤਾਂ ਕੰਮੋਂ ਨੂੰ ਕੰਨੋਂ ਫੜ ਕੇ ਨਾਲ ਹੀ ਲੈ ਆਵਾਂਗੇ। ਪ੍ਰਿੰਸੀਪਲ ਨੇ ਮੁੰਡੇ ਦੇ ਮਾਂ-ਬਾਪ ਨੂੰ ਵੀ ਬੁਲਾਇਆ, ਇਸ ਕਰਕੇ ਚੱਲ ਕੇ ਦੇਖਣ 'ਚ ਕੀ ਹਰਜ਼ ਹੈ, ਹੋ ਸਕਦਾ ਸਭ ਕੁਝ ਠੀਕ ਹੋਵੇ। ਇਸ ਤਰ੍ਹਾਂ ਸਮਝਾ ਬੁਝਾ ਕੇ ਉਹਨੇ ਕੰਮੋਂ ਦੇ ਬਾਪ ਨੂੰ ਠੰਡਾ ਕਰ ਲਿਆ ਤੇ ਪ੍ਰਿੰਸੀਪਲ ਦੀ ਦਿੱਤੀ ਹੋਈ ਤਰੀਕ ਤੇ ਉਹਦੇ ਦਫ਼ਤਰ 'ਚ ਜਾ ਬੈਠੇ। ਉਹਨਾਂ ਇਹ ਖਬਰ ਕੰਮੋਂ ਨੂੰ ਵੀ ਨਾ ਦਿੱਤੀ। ਦੀਪ ਦੇ ਮਾਂ-ਬਾਪ ਦੇ ਘਰ ਦੀਪ ਦੀ ਮਾਂ ਦੀ ਹੀ ਚੱਲਦੀ ਸੀ। ਇੱਕ ਤਾਂ ਕਾਫੀ ਪੜ੍ਹੀ ਲਿਖੀ ਤੇ ਇੱਕ ਜਾਗੀਰਦਾਰ ਦੀ ਇਕਲੌਤੀ ਧੀ ਸੀ। ਦੂਸਰੇ ਦੀਪ ਦਾ ਬਾਪ ਆਮ ਜਾਗੀਰਦਾਰ ਘਰਾਣਿਆਂ ਦੇ ਬੰਦਿਆਂ ਵਾਂਗ ਸ਼ਰਾਬੀ ਕਬਾਬੀ ਤੇ ਐਸ਼ਪ੍ਰਸਤ ਕਿਸਮ ਦਾ ਅਯਾਸ਼ ਆਦਮੀ ਸੀ। ਇਸ ਕਰਕੇ ਦੀਪ ਦੀ ਮਾਂ ਉਸ ਉੱਪਰ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਸੀ। ਇੱਕ ਗੱਲ ਇਹ ਵੀ ਸੀ ਕਿ ਦੀਪ ਦੀ ਮਾਂ ਲੰਮੀ ਝੰਮੀ ਤਿੱਖੇ ਨੈਣ ਨਕਸ਼ਾਂ ਵਾਲੀ ਇੱਕ ਖੂਬਸੂਰਤ ਔਰਤ ਸੀ। ਉਹਦੀ ਉਮਰ ਭਾਵੇਂ 50 ਸਾਲਾਂ ਦੇ ਨੇੜੇ ਢੁੱਕ ਚੁੱਕੀ ਸੀ, ਪਰ ਉਹ ਲੱਗਦੀ ਮਸਾਂ 35 ਕੁ ਸਾਲਾਂ ਦੀ ਸੀ। ਫਿਰ ਉਹ ਬੜੀ ਨਖਰੇਟੋ ਤੇ ਸ਼ੁਕੀਨਣ ਔਰਤ ਸੀ। ਉਹ ਆਪਣੀ ਜਾਗੀਰਦਾਰੀ ਠਾਠ ਬਾਠ ਦਾ ਖੂਬ ਦਿਖਾਵਾ ਕਰਦੀ ਸੀ, ਪਰ ਉਹ ਦੇਖਣ ਨੂੰ ਜਿੰਨੀ ਸੋਹਣੀ ਲੱਗਦੀ ਸੀ ਅੰਦਰੋਂ ਇੰਨੀ ਸੋਹਣੀ ਨਹੀਂ ਸੀ। ਉਹ ਕਾਫੀ ਹੰਕਾਰੀ ਹੋਈ ਔਰਤ ਸੀ ਜੋ ਛੇਤੀ ਕੀਤਿਆਂ ਕਿਸੇ ਨੂੰ ਨਖਰੇ ਹੇਠ ਨਹੀਂ ਰੱਖਦੀ ਸੀ। ਘਰ 'ਚ ਪੂਰੀ ਤਰ੍ਹਾਂ ਖੁਦ ਮੁਖਤਿਆਰ ਹੋਣ ਕਰਕੇ ਉਹਨੇ ਦੀਪ ਦੇ ਬਾਪ ਦੀ ਵੀ ਕੋਈ ਸਲਾਹ ਨਾ ਲਈ ਤੇ ਇਕੱਲੀ ਚੱਲ ਪਈ। ਕੰਮੋਂ ਦੀ ਮਾਂ-ਬਾਪ ਪ੍ਰਿੰਸੀਪਲ ਦੇ ਦਫ਼ਤਰ 'ਚ ਬੈਠੇ ਸਨ। ਦੀਪ ਦੀ ਮਾਂ ਉਹਨਾਂ ਦੇ ਪਹੁੰਚਣ ਤੋਂ ਕਾਫੀ ਚਿਰ ਪਿੱਛੋਂ ਆਈ। ਉਹਦੀ ਠਾਠ ਬਾਠ ਤੇ ਸ਼ਾਨ ਵੇਖ ਕੇ ਕੰਮੋਂ ਦੀ ਮਾਂ ਤਾਂ ਸੁੰਨ ਜਿਹੀ ਹੋ ਗਈ, ਪਰ ਕੰਮੋਂ ਦਾ ਬਾਪ ਬਿਲਕੁਲ ਨਹੀਂ ਘਬਰਾਇਆ। ਭਾਵੇਂ ਕੰਮੋਂ ਦਾ ਬਾਪ ਪਿੰਡ ਦਾ ਮੁਖੀਆ ਤੇ ਕਾਫੀ ਸੁਲਝਿਆ ਹੋਇਆ ਆਦਮੀ ਸੀ ਤੇ ਉਹ ਕਾਫੀ ਜਾਇਦਾਦ ਵਾਲੇ ਵੀ ਸਨ, ਫਿਰ ਵੀ ਉਹ ਦੀਪ ਦੀ ਮਾਂ ਦੇ ਸਾਹਮਣੇ ਸਧਾਰਨ ਜਿਹੇ ਦਿਹਾਤੀ ਲੱਗ ਰਹੇ ਸਨ। ਕੰਮੋਂ ਦੇ ਮਾਂ-ਬਾਪ ਨੇ ਉਹਨੂੰ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਨਮਸਕਾਰ ਕੀਤੀ, ਪਰ ਦੀਪ ਦੀ ਮਾਂ ਨੇ ਅੱਗੋਂ ਲਾਪਰਵਾਹੀ ਜਿਹੀ ਨਾਲ ਰੁੱਖਾ ਜਿਹਾ ਹਾਂ ਹੂੰ ਕਰਕੇ ਬਸ ਥੋੜ੍ਹਾ ਜਿਹਾ ਸਿਰ ਹਿਲਾਇਆ। ਪ੍ਰਿੰਸੀਪਲ ਨੇ ਦੋਨਾਂ ਦੀ ਇੱਕ ਦੂਜੇ ਨਾਲ ਜਾਣ ਪਛਾਣ ਕਰਾਈ। ਇਸ ਪਿੱਛੋਂ ਗੱਲਬਾਤ ਦਾ ਦੌਰ ਸ਼ੁਰੂ ਹੋਇਆ। ਦੀਪ ਦੀ ਮਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਸਾਰੀਆਂ ਹੋਚੀਆਂ ਤੇ ਫੁਕਰੀਆਂ ਜਿਹੀਆਂ ਹੀ ਗੱਲਾਂ ਕੀਤੀਆਂ। ਉਹਨਾਂ ਦਾ ਜਵਾਬ ਕੰਮੋਂ ਦੇ ਬਾਪ ਨੇ ਜਿਸ ਤਰ੍ਹਾਂ ਧੀਰਜ ਤੇ ਸੁਲਝੇ ਢੰਗ ਨਾਲ ਦਿੱਤਾ, ਉਸ ਤੋਂ ਪ੍ਰਿੰਸੀਪਲ ਵੀ ਪ੍ਰਭਾਵਿਤ ਹੋ ਗਿਆ। ਇਸ ਕਰਕੇ ਉਹਨੇ ਦੀਪ ਦੀ ਮਾਂ ਨੂੰ ਦੱਸਿਆ ਕਿ ਲੰਮੇ ਸਮੇਂ ਤੋਂ ਆਪਣੀ ਪਿੰਡ ਦਾ ਮੁਖੀਆ ਸਰਬਸੰਮਤੀ ਨਾਲ ਬੰਦਾ ਚਲਾ ਆ ਰਿਹਾ ਹੈ। ਇਹਨਾਂ ਦੀ ਲੜਕੀ ਸਾਡੇ ਸਾਰੇ ਕਾਲਜ ਦਾ ਸ਼ਿੰਗਾਰ ਹੈ ਤੇ ਸਾਨੂੰ ਸਭ ਨੂੰ ਉਸ ਉੱਤੇ ਮਾਣ ਹੈ। ਕੁਝ ਤਾਂ ਕੰਮੋਂ ਦੇ ਬਾਪ ਦੇ ਗੱਲ ਕਰਨ ਦੇ ਤਰੀਕੇ ਤੋਂ ਤੇ ਕੁਝ ਪ੍ਰਿੰਸੀਪਲ ਦੀ ਟਿੱਪਣੀ ਸੁਣ ਕੇ ਦੀਪ ਦੀ ਮਾਂ ਕੁਝ ਢਿੱਲੀ ਜਿਹੀ ਪੈ ਗਈ। ਫਿਰ ਵੀ ਉਹਨਾਂ ਨੂੰ ਆਪਣੇ ਯੋਗ ਨਾ ਸਮਝਦੀ ਹੋਈ ਬਰਾਬਰ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਸੀ। ਐਵੇਂ ਬੈਠੀ ਫਜ਼ੂਲ ਜਿਹੀ ਨਖਰੇ ਕਰਦੀ ਰਹੀ।
ਪ੍ਰਿੰਸੀਪਲ ਦੇ ਬੁਲਾਉਣ ਤੇ ਦੀਪ ਤੇ ਕੰਮੋ ਵੀ ਦਫ਼ਤਰ 'ਚ ਆ ਗਏ। ਉਹ ਅਚਾਨਕ ਆਪਣੇ ਮਾਂ-ਬਾਪ ਨੂੰ ਸਾਹਮਣੇ ਦੇਖ ਕੇ ਹੱਕੇ ਬੱਕੇ ਰਹਿ ਗਏ। ਦੀਪ ਨੇ ਥਥਲੀ ਜਿਹੀ ਆਵਾਜ਼ 'ਚ ਕੰਮੋ ਨੂੰ ਕਿਹਾ, ਇਹ ਮੇਰੀ ਮੰਮੀ ਹੈ। ਕੰਮੋ ਨੇ ਦੋਨੋਂ ਹੱਥ ਜੋੜ ਕੇ ਨਮਸਕਾਰ ਕੀਤੀ। ਦੀਪ ਦੀ ਮਾਂ ਕੰਮੋ ਨੂੰ ਦੇਖ ਕੇ ਉੱਕਾ ਹੀ ਬਦਲ ਗਈ। ਕੰਮੋ ਦਾ ਚੈਨ ਚੱਕਰ ਡੀਲ ਡੋਲ ਇੰਨਾ ਖੂਬਸੂਰਤ ਸੀ ਕਿ ਦੀਪ ਦੀ ਮਾਂ ਉਸ ਵੱਲ ਦੇਖੀ ਜਾ ਰਹੀ ਸੀ। ਉਹਦੀ ਬੋਲਤੀ ਬੰਦ ਹੋ ਗਈ। ਚਿਹਰੇ ਉੱਤੇ ਸ਼ਰਾਰਤ ਭਰੀ ਨਖਰੇਬਾਜ਼ੀ ਕਿਧਰੇ ਹੀ ਲੋਪ ਹੋ ਗਈ। ਕੁਝ ਚਿਰ ਸੋਚਦੀ ਰਹਿਣ ਪਿੱਛੋਂ ਉਹਨੇ ਕੰਮੋ ਦੇ ਮਾਂ-ਬਾਪ ਵੱਲ ਮੂੰਹ ਕਰਕੇ ਪਹਿਲਾਂ ਵਾਲਾ ਸਟਾਈਲ ਬਦਲ ਕੇ ਨਿਮਰਤਾ ਤੇ ਸਤਿਕਾਰ ਨਾਲ ਕਿਹਾ, ਇਹ ਜੀ ਮੇਰਾ ਲੜਕਾ ਹੈ ਦੀਪ। ਹੁਣ ਲੜਕੇ ਲੜਕੀ ਨੂੰ ਪੁੱਛਣ ਦੀ ਤਾਂ ਲੋੜ ਹੀ ਨਹੀਂ ਰਹੀ। ਇਹਨਾਂ ਦਾ ਤਾਂ ਇੱਕ ਦੂਸਰੇ ਨੂੰ ਪਹਿਲਾਂ ਹੀ ਪਸੰਦ ਕੀਤਾ ਹੋਇਆ। ਹੁਣ ਤਾਂ ਫੈਸਲਾ ਆਪਾਂ ਕਰਨਾ। ਮੇਰੇ ਤਾਂ ਲੜਕੀ ਬਿਲਕੁਲ ਪਸੰਦ ਹੈ। ਲੜਕੀ ਬਹੁਤ ਖੂਬਸੂਰਤ ਹੈ। ਇਹਨਾਂ ਦੀ ਕਾਬਲੀਅਤ ਬਾਰੇ ਵੀ ਪ੍ਰਿੰਸੀਪਲ ਸਾਹਿਬ ਨੇ ਦੱਸ ਦਿੱਤਾ ਹੈ। ਖੈਰ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ। ਹੁਣ ਤੁਸੀਂ ਦੱਸੋ ਤੁਹਾਡਾ ਕੀ ਖਿਆਲ ਹੈ? ਸਾਨੂੰ ਵੀ ਜੀ ਲੜਕਾ ਪਸੰਦ ਹੈ ਤੇ ਰਿਸ਼ਤਾ ਵੀ ਮਨਜ਼ੂਰ ਹੈ, ਕੰਮੋ ਦੀ ਮਾਂ ਤੇ ਬਾਪ ਨੇ ਇਕੱਠਾ ਹੀ ਕਿਹਾ। ਦੀਪ ਦੀ ਮਾਂ ਨੇ ਉੱਠ ਕੇ ਕੰਮੋ ਨੂੰ ਪਿਆਰ ਨਾਲ ਬੁੱਕਲ 'ਚ ਲਿਆ। ਕੰਮੋ ਨੇ ਵੀ ਉਹਦੇ ਪੈਰ ਛੂਏ। ਪ੍ਰਿੰਸੀਪਲ ਬੈਠਾ ਬੜੇ ਧਿਆਨ ਨਾਲ ਸਭ ਕੁਝ ਦੇਖਦੇ ਸੁਣ ਰਿਹਾ ਸੀ। ਦੋਨਾਂ ਧਿਰਾਂ ਦਾ ਫੈਸਲਾ ਸੁਣ ਕੇ ਉਹਨੇ ਤਾੜੀ ਵਜਾਈ। ਇਹਦੇ ਨਾਲ ਹੀ ਸਾਰਿਆਂ ਨੇ ਤਾੜੀ ਵਜਾਈ ਤੇ ਕਮਰਾ ਤਾੜੀਆਂ ਨਾਲ ਗੂੰਜ ਉੱਠਿਆ। ਦੀਪ ਦੀ ਮਾਂ ਨੇ ਆਪਣੀ ਅਮੀਰੀ ਦਾ ਦਿਖਾਵਾ ਕਰਦਿਆਂ ਹੋਇਆਂ ਪਰਸ 'ਚੋਂ 1000 ਰੁਪਇਆ ਕੱਢ ਕੇ ਕਾਲਜ ਦੇ ਫੰਡ ਲਈ ਦਾਨ ਵਜੋਂ ਦੇ ਦਿੱਤਾ। ਫਿਰ 100 ਦਾ ਨੋਟ ਪ੍ਰਿੰਸੀਪਲ ਵੱਲ ਕਰਕੇ ਕਿਹਾ, ਇਹਦੀ ਤੁਸੀਂ ਚਪੜਾਸੀ ਨੂੰ ਭੇਜ ਕੇ ਮਠਿਆਈ ਮੰਗਵਾ ਲਓ, ਆਪਾਂ ਮੂੰਹ ਮਿੱਠਾ ਕਰ ਲਵਾਂਗੇ। ਕੰਮੋ ਦੇ ਬਾਪ ਨੇ ਆਪਣੀ ਜੇਬ 'ਚੋਂ 100 ਦਾ ਨੋਟ ਕੱਢ ਕੇ ਪ੍ਰਿੰਸੀਪਲ ਵੱਲ ਕਰਕੇ ਕਿਹਾ, ਤੁਸੀਂ ਜੀ ਇਹ 100 ਰੁਪਇਆ ਇਹਨਾਂ ਦਾ ਮੋੜ ਦਿਓ, ਮੂੰਹ ਮਿੱਠਾ ਲੜਕੀ ਵਾਲੇ ਕਰਾਉਣਗੇ। ਪ੍ਰਿੰਸੀਪਲ ਨੇ ਦੋਨਾਂ ਦੇ ਨੋਟ ਪਿਛਾਂ ਧੱਕ ਕੇ ਕਿਹਾ, ਤੁਸੀਂ ਦੋਨੋਂ ਹੀ ਰਹਿਣ ਦਿਓ। ਇਹ ਨਾ ਲੜਕੀ ਵਾਲਿਆਂ ਦਾ ਘਰ ਹੈ ਨਾ ਲੜਕੇ ਵਾਲਿਆਂ ਦਾ। ਇਹ ਤਾਂ ਲੜਕੀ ਤੇ ਲੜਕੇ ਦੋਨਾਂ ਦੇ ਸਾਂਝੇ ਬਾਪ ਦਾ ਘਰ ਹੈ। ਮਠਿਆਈ ਮੈਂ ਆਪਣੇ ਕੋਲੋਂ ਮੰਗਵਾਉਣਾ। ਪ੍ਰਿੰਸੀਪਲ ਨੇ ਸਾਰੇ ਕਾਲਜ ਦੇ ਪ੍ਰੋਫੈਸਰਾਂ ਤੇ ਲੈਕਚਰਾਰਾਂ ਨੂੰ ਸੱਦ ਲਿਆ। ਇਸ ਤਰ੍ਹਾਂ ਇਹ ਪਹਿਲੀ ਮਿਲਣੀ ਖੁਸ਼ੀਆਂ ਭਰੀ ਪਾਰਟੀ 'ਚ ਬਦਲ ਗਈ। ਪ੍ਰਿੰਸੀਪਲ ਨੇ ਸਾਰਿਆਂ ਵਾਸਤੇ ਚਾਹ ਪਾਣੀ ਦਾ ਪੂਰਾ ਬੰਦੋਬਸਤ ਕੀਤਾ ਤੇ ਫਿਰ ਸਾਰੇ ਵਧਾਈਆਂ ਦੇਣ ਪਿੱਛੋਂ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਖੁਸ਼ੀਆਂ ਭਰੀ ਪਾਰਟੀ ਬੜੇ ਸ਼ਾਨਦਾਰ ਮੂਡ ਨਾਲ ਖਤਮ ਹੋ ਗਈ। ਕੰਮੋ ਤੇ ਦੀਪ ਦੀ ਪੜ੍ਹਾਈ ਪੂਰੀ ਹੋਣ ਵਿੱਚ ਥੋੜਾ ਹੀ ਚਿਰ ਬਾਕੀ ਸੀ। ਇਸ ਸਮੇਂ 'ਚੋਂ ਜਦੋਂ ਇੱਕ ਦੂਜੇ ਨੂੰ ਮਿਲਦੇ ਤਾਂ ਗੰਭੀਰ ਜਿਹੀਆਂ ਗੱਲਾਂ ਹੀ ਕਰਦੇ, ਭਾਵੇਂ ਕਦੀ-ਕਦੀ ਉਹ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਵੀ ਵੇਖਦੇ, ਪਰ ਆਮ ਕਰਕੇ ਉਹ ਸੀਰੀਅਸ ਹੀ ਰਹਿੰਦੇ। ਉਹ ਪਹਿਲਾਂ ਵਾਲੀ ਹੁੱਲੜਬਾਜੀ ਖਤਮ ਹੋ ਗਈ ਸੀ। ਦੀਪ ਵੀ ਬਹੁਤ ਬਦਲ ਗਿਆ ਸੀ। ਉਹ ਕਾਫੀ ਸਿਆਣੀਆਂ ਗੱਲਾਂ ਕਰਦਾ, ਪਹਿਲਾਂ ਵਾਂਗ ਆਪਣੇ ਜਾਗੀਰਦਾਰ ਹੋਣ ਦਾ ਦਿਖਾਵਾ ਕਰਨੋਂ ਹਟ ਗਿਆ ਸੀ। ਫਿਰ ਵੀ ਉਹ ਕਾਲਜ ਦੀ ਨੰਬਰ 1 ਕੁੜੀ ਜਿੱਤ ਕੇ ਆਮ ਮੁੰਡਿਆਂ 'ਚ ਆਪਣੇ ਆਪ ਨੂੰ ਵੱਡਾ ਵਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ, ਪਰ ਮੁੰਡੇ ਉਹਦੇ ਇਸ ਮਾਣ ਨੂੰ ਜਾਇਜ਼ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਸਨ। ਕੁਝ ਚਿਰ ਪਿੱਛੇ ਹੀ ਉਹ ਆਪੋ ਆਪਣੀ ਪੜ੍ਹਾਈ ਖਤਮ ਕਰਕੇ ਘਰਾਂ ਨੂੰ ਚਲੇ ਗਏ। ਛੇਤੀ ਉਹਨਾਂ ਦਾ ਵਿਆਹ ਹੋ ਗਿਆ ਤੇ ਕੰਮੋ ਇੱਕ ਦੁਲਹਨ ਦੇ ਰੂਪ ਵਿੱਚ ਉਹਨਾਂ ਦੇ ਘਰ ਆ ਗਈ। ਦੀਪ ਦੀ ਮਾਂ ਕੰਮੋ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਹਨੂੰ ਸ਼ਿੰਗਾਰ ਕੇ ਲੋਕਾਂ ਦੇ ਘਰਾਂ 'ਚ ਆਪਣੇ ਨਾਲ ਲੈ ਕੇ ਜਾਂਦੀ ਤੇ ਉਹ ਬਹੁਤ ਖੁਸ਼ ਲੱਗਦੀ ਸੀ। ਉਹਦਾ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ। ਧੰਨਵਾਦ। ਅੰਗ 3। ਨੂੰਹ ਸੱਸ ਦੀ ਲੜਾਈ ਹਰ ਘਰ 'ਚ ਹੈ। ਸਾਰਾ ਦੇਸ਼ ਇਸ ਕਲੇਸ਼ ਤੋਂ ਪੀੜਤ ਹੈ। ਕੋਈ ਵਿਰਲਾ ਘਰ ਹੀ ਹੋਏਗਾ ਜਿਸ ਵਿੱਚ ਇਹ ਕਲੇਸ਼ ਨਾ ਹੋਵੇ, ਨਹੀਂ ਤਾਂ ਹਰ ਘਰ 'ਚ ਜ਼ਰੂਰ ਹੁੰਦਾ ਹੈ, ਕਿਤੇ ਥੋੜਾ ਕਿਤੇ ਬਹੁਤਾ। ਸਾਡੇ ਜੀਵਨ ਨੂੰ ਬੇਸੁਆਦਾ ਬਣਾਉਣ ਵਿੱਚ ਇਸ ਕਲੇਸ਼ ਦੀ ਇੱਕ ਵੱਡੀ ਭੂਮਿਕਾ ਹੈ। ਕੰਮੋ ਦੀ ਸੱਸ ਵੀ ਕੁਝ ਮਹੀਨੇ ਠੀਕ ਠਾਕ ਰਹਿਣ ਪਿੱਛੋਂ ਬਦਲਣੀ ਸ਼ੁਰੂ ਹੋ ਗਈ। ਅੱਜ ਹੋਰ ਕੱਲ ਹੋਰ, ਹੌਲੀ ਹੌਲੀ ਉਹਨਾਂ ਦੇ ਘਰ ਨੂੰ ਵੀ ਇਸ ਨੂੰਹ ਸੱਸ ਦੀ ਲੜਾਈ ਨੇ ਸਵਰਗ ਤੋਂ ਨਰਕ 'ਚ ਬਦਲ ਕੇ ਰੱਖ ਦਿੱਤਾ। ਕੋਈ ਮੰਨੇ ਭਾਵੇਂ ਨਾ ਮੰਨੇ, ਪਰ ਇਹ ਸੱਚ ਹੈ ਕਿ ਮਾਂ ਲਈ ਮੁੰਡਾ ਤੇ ਕੁੜੀ ਦੋਨੋਂ ਇੱਕੋ ਜਿਹੇ ਪਿਆਰੇ ਹੁੰਦੇ ਹਨ। ਉਹਦੇ ਦਿਲ 'ਚ ਮੁੰਡੇ ਤੇ ਕੁੜੀ ਬਾਰੇ ਕੋਈ ਫਰਕ ਨਹੀਂ ਹੁੰਦਾ, ਪਰ ਉਹ ਆਪਣੇ ਘਰ ਵਾਲੇ ਤੇ ਪਰਿਵਾਰ ਦੀ ਖੁਸ਼ੀ ਨੂੰ ਸਾਹਮਣੇ ਰੱਖ ਕੇ ਮੁੰਡੇ ਨੂੰ ਪਹਿਲ ਦੇਣ ਲੱਗ ਪੈਂਦੀ ਹੈ। ਲੜਕੀ ਦੀ ਥਾਂ ਲੜਕਾ ਪੈਦਾ ਹੋਣ ਤੇ ਖੁਸ਼ ਹੁੰਦੀ ਹੈ, ਪਰ ਇਹ ਸਾਰਾ ਕੁਝ ਉਹ ਦੇਖਾ ਦੇਖੀ ਜਾਂ ਪਰਿਵਾਰ ਨੂੰ ਖੁਸ਼ ਕਰਨ ਲਈ ਹੀ ਕਰਦੀ ਹੈ। ਸਦੀਆਂ ਤੋਂ ਚੱਲੀ ਆ ਰਹੀ ਮੁੰਡੇ ਨੂੰ ਪਹਿਲ ਦੇਣ ਦੀ ਪਰੰਪਰਾ ਦੇ ਬਾਵਜੂਦ ਮਾਂ ਦਾ ਦਿਲ ਉੱਥੇ ਹੀ ਖੜਾ ਹੈ। ਉਹ ਆਪਣੀ ਨੂੰਹ ਨੂੰ ਕਿਉਂ ਤੰਗ ਕਰਦੀ ਹੈ, ਇਸ ਬਾਰੇ ਕਦੀ ਗੰਭੀਰਤਾ ਨਾਲ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਅਸਲ 'ਚ ਸੱਸ ਇੰਨੀ ਦੋਸ਼ੀ ਨਹੀਂ ਹੁੰਦੀ ਜਿੰਨੀ ਅਸੀਂ ਸਮਝਦੇ ਹਾਂ। ਇਹਨੂੰ ਅਜਿਹਾ ਕਰਨ ਵਾਸਤੇ ਮਜਬੂਰ ਕਰਨ ਲਈ ਅਸੀਂ ਖੁਦ ਵੀ ਦੋਸ਼ੀ ਹੁੰਦੇ ਹਾਂ। ਇੱਕ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਸਮੇਂ ਮੌਤ ਦੇ ਦਰਵਾਜ਼ੇ ਅੱਗੋਂ ਦੀ ਲੰਘਦੀ ਹੈ, ਪਰ ਥੋੜਾ ਚਿਰ ਪਿੱਛੇ ਉਹਦੀ ਜਨਮ ਕਿਰਿਆ ਦੀ ਪੀੜ ਮਮਤਾ 'ਚ ਬਦਲ ਕੇ ਸਭ ਕੁਝ ਭੁੱਲ ਜਾਂਦੀ ਹੈ। ਜੇ ਮੁੰਡਾ ਹੋਵੇ ਤਾਂ ਮਮਤਾ ਤੇ ਖੁਸ਼ੀ ਹੋਰ ਵੀ ਵੱਧ ਜਾਂਦੀ ਹੈ। ਸਾਲਾਂ ਬੱਧੀ ਉਹਨੂੰ ਆਪਣੀ ਗੋਦ 'ਚ ਚੁੱਕੀ ਰੱਖਦੀ ਹੈ, ਉਹਦਾ ਮਲ ਮੂਤਰ ਧੋਂਦੀ ਹੈ। ਕਿੰਨੇ ਸਾਲ ਉਹਨੂੰ ਆਪਣੀ ਛਾਤੀ ਨਾਲ ਲਾਈ ਰੱਖਦੀ ਹੈ।
ਜਦੋਂ ਥੋੜਾ ਵੱਡਾ ਹੋ ਜਾਂਦਾ ਹੈ ਤਾਂ ਉਹਨੂੰ ਖਤਰਿਆਂ ਦਾ ਡਰ ਹਰ ਵੇਲੇ ਘੇਰੀ ਰੱਖਦਾ ਹੈ। ਉਹਦੀਆਂ ਨਜ਼ਰਾਂ ਹਰ ਵੇਲੇ ਆਪਣੇ ਬੱਚੇ ਦਾ ਪਿੱਛਾ ਕਰਦੀਆਂ ਰਹਿੰਦੀਆਂ ਹਨ। ਫਿਰ ਉਹ ਹੋਰ ਵੱਡਾ ਹੋ ਕੇ ਸ਼ਰਾਰਤਾਂ ਕਰਨ ਲੱਗ ਪੈਂਦਾ ਹੈ, ਘਰ ਦੀਆਂ ਕੀਮਤੀ ਚੀਜ਼ਾਂ ਕਈ ਵਾਰ ਤੋੜ ਦਿੰਦਾ ਹੈ। ਮਾਂ ਉਹਦੀਆਂ ਅਜਿਹੀਆਂ ਸ਼ਰਾਰਤਾਂ ਨੂੰ ਬਾਪ ਤੋਂ ਛੁਪਾਉਂਦੀ ਹੈ, ਉਸਨੂੰ ਚੋਰੀ ਪੈਸੇ ਦਿੰਦੀ ਹੈ, ਉਹਦੀ ਹਰ ਬਲਾ ਆਪਣੇ ਸਿਰ ਲੈਂਦੀ ਹੈ, ਉਹਦੀ ਹਰ ਗਲਤੀ ਨੂੰ ਬਾਪ ਤੋਂ ਲੁਕਾਉਣ ਦਾ ਯਤਨ ਕਰਦੀ ਹੈ। ਜਦੋਂ ਉਹ ਜਵਾਨ ਹੋ ਜਾਂਦਾ ਹੈ ਤਾਂ ਉਸ ਲਈ ਇੱਕ ਸੁੰਦਰ ਵਹੁਟੀ ਦੀ ਕਲਪਨਾ ਕਰਦੀ ਹੈ, ਬੜੇ ਚਾਵਾਂ ਨਾਲ ਉਹਦਾ ਵਿਆਹ ਕਰਦੀ ਹੈ। ਹਾਰ ਸ਼ਿੰਗਾਰ ਨਾਲ ਸਜੀ ਵਿਹੜੇ 'ਚ ਫਿਰਦੀ ਆਪਣੀ ਨੂੰਹ ਨੂੰ ਵੇਖ ਕੇ ਫੁੱਲੀ ਨਹੀਂ ਸਮਾਉਂਦੀ। ਉਹਨੂੰ ਸਜਾ ਸੰਵਾਰ ਕੇ ਸਕੇ ਸੰਬੰਧੀਆਂ ਦੇ ਘਰ ਲੈ ਕੇ ਜਾਂਦੀ ਹੈ। ਕੁਝ ਚਿਰ ਪਿੱਛੋਂ ਜਦੋਂ ਉਹਦਾ ਪੁੱਤਰ ਮਾਂ ਨਾਲੋਂ ਵੱਧ ਵਹੁਟੀ ਨੂੰ ਪਹਿਲ ਦੇਣ ਲੱਗ ਜਾਂਦਾ ਹੈ, ਜੋ ਇੱਕ ਕੁਦਰਤੀ ਵਰਤਾਰਾ ਹੈ, ਕਿਉਂਕਿ ਕੁਦਰਤੀ ਗੱਲ ਹੈ ਕਿ ਨਵਾਂ ਵਿਆਹਿਆ ਜੋੜਾ ਵੱਧ ਤੋਂ ਵੱਧ ਸਮੇਂ ਤੱਕ ਇੱਕ ਦੂਜੇ ਦੇ ਨੇੜੇ ਰਹਿਣਾ ਚਾਹੁੰਦਾ ਹੈ ਤੇ ਇਸ 'ਚ ਕਿਸੇ ਦੂਜੇ ਦੀ ਦਖਲਅੰਦਾਜ਼ੀ ਉਹਨੂੰ ਚੰਗੀ ਨਹੀਂ ਲੱਗਦੀ। ਇੱਥੋਂ ਤੱਕ ਕਿ ਜੇ ਉਹਨਾਂ ਵਿਚਕਾਰ ਉਹਦੀ ਮਾਂ ਵੀ ਆ ਜਾਏ ਤਾਂ ਮੱਥੇ ਵੱਟ ਪਾ ਲੈਂਦਾ ਤੇ ਆਪਣੇ ਰੰਗ 'ਚ ਭੰਗ ਸਮਝਦਾ। ਬਸ ਇੱਥੋਂ ਹੀ ਸ਼ੁਰੂ ਹੁੰਦਾ ਕਲੇਸ਼। ਮਾਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੀ। ਉਹਨੂੰ ਇਉਂ ਲੱਗਣ ਲੱਗ ਪੈਂਦਾ ਕਿ ਮੇਰੀ ਪੂੰਜੀ ਲੁੱਟੀ ਗਈ, ਇਹਨੇ ਮੇਰਾ ਪੁੱਤਰ ਮੈਥੋਂ ਖੋਹ ਲਿਆ। ਫਿਰ ਵੀ ਉਹ ਆਪਣੇ ਪੁੱਤਰ ਨੂੰ ਇੰਨਾ ਦੋਸ਼ੀ ਨਹੀਂ ਮੰਨਦੀ ਜਾਂ ਫਿਰ ਮੰਨਣਾ ਚਾਹੁੰਦੀ ਨਹੀਂ। ਬਸ ਉਹ ਸਾਰਾ ਗੁੱਸਾ ਨੂੰਹ ਤੇ ਝਾੜਦੀ ਹੈ। ਸਾਡੇ ਸਮਾਜ ਵਿੱਚ ਹਾਲਾਂ ਰਿਸ਼ਤਿਆਂ ਦੀ ਪਕੜ ਬਹੁਤ ਜ਼ਿਆਦਾ ਹੈ। ਇਸ ਕਰਕੇ ਜੇ ਇਸ ਗੱਲ ਦਾ ਖਿਆਲ ਰੱਖਿਆ ਜਾਏ ਕਿ ਸੱਸ ਨੂੰ ਇਹ ਕਦੀ ਅਨੁਭਵ ਨਹੀਂ ਹੋਣ ਦੇਣਾ ਕਿ ਨੂੰਹ ਦਾ ਜ਼ੋਰ ਸੱਸ ਨਾਲੋਂ ਜ਼ਿਆਦਾ ਹੈ, ਭਾਵੇਂ ਕਿ ਸੱਚ ਹੈ ਕਿ ਵਿਆਹ ਤੋਂ ਪਿੱਛੋਂ ਮੁੰਡਾ ਤੇ ਨੂੰਹ ਇੱਕ ਅਲੱਗ ਯੂਨਿਟ ਦੇ ਰੂਪ 'ਚ ਬਦਲ ਜਾਂਦੇ ਹਨ। ਮਾਂ ਬਾਪ ਨੂੰ ਵੀ ਇਹਨੂੰ ਇੱਕ ਅਲੱਗ ਯੂਨਿਟ ਦੇ ਰੂਪ 'ਚ ਮਾਨਤਾ ਦੇਣੀ ਚਾਹੀਦੀ ਹੈ। ਇਹ ਪ੍ਰਾਕਿਰਤਿਕ ਰੂਪ ਵਿੱਚ ਵੀ ਠੀਕ ਹੈ, ਪਰ ਸਾਡੇ ਅਵਿਕਸਿਤ ਸਮਾਜ 'ਚ ਘਰ ਅੰਦਰ ਸੁੱਖ ਸ਼ਾਂਤੀ ਬਣਾਈ ਰੱਖਣ ਖਾਤਰ ਇਸ ਗੱਲ ਦਾ ਖਿਆਲ ਰੱਖਿਆ ਜਾਏ ਤਾਂ ਇਸ ਕਲੇਸ਼ ਤੋਂ ਬਚਿਆ ਜਾ ਸਕਦਾ ਹੈ। ਕੋਈ ਬਹੁਤਾ ਮੁਸ਼ਕਿਲ ਵੀ ਨਹੀਂ ਹੈ। ਸਲਾਹ ਮਸ਼ਵਰਾ ਜਾਂ ਹੋਰ ਗੱਲਬਾਤ ਥੋੜ੍ਹੇ ਪਰਦੇ ਨਾਲ ਕੀਤੀ ਜਾਏ ਤੇ ਪ੍ਰਤੱਖ ਦਿਸਣ 'ਚ ਮਾਂ ਨੂੰ ਹੀ ਪਹਿਲ ਦੇਣ, ਉਸੇ ਤੋਂ ਹੀ ਹਰ ਚੀਜ਼ ਮੰਗਣ, ਉਸ ਨੂੰ ਬਿਲਕੁਲ ਮਹਿਸੂਸ ਨਾ ਹੋਣ ਦਿੱਤਾ ਜਾਏ ਕਿ ਇਹਦੇ ਪੁੱਤਰ ਉੱਪਰ ਬਹੂ ਦਾ ਵੱਧ ਅਧਿਕਾਰ ਹੈ। ਇਹ ਕੋਈ ਬਹੁਤ ਮੁਸ਼ਕਿਲ ਵੀ ਨਹੀਂ ਹੈ ਤੇ ਮਾਂ ਦਾ ਇਹ ਹੱਕ ਵੀ ਬਣਦਾ ਹੈ। ਮਾਂ ਦੇ ਪਿਆਰ ਨੂੰ ਪਤਨੀ ਪਿਆਰ 'ਚ ਨਾ ਬਦਲਿਆ ਜਾਏ, ਕਿਉਂਕਿ ਮਾਂ ਦਾ ਪਿਆਰ ਅਲੱਗ ਹੈ ਤੇ ਪਤਨੀ ਦਾ ਪਿਆਰ ਅਲੱਗ ਹੈ। ਇਹ ਪਿਆਰ ਦੀਆਂ ਦੋ ਅਲੱਗ-ਅਲੱਗ ਕਿਸਮਾਂ ਹਨ। ਇਹਨਾਂ ਦਾ ਸਵਾਦ ਵੀ ਵੱਖਰਾ ਵੱਖਰਾ ਹੈ। ਪਤਨੀ ਦਾ ਪਿਆਰ ਮਿਲ ਜਾਣ ਪਿੱਛੋਂ ਸਗੋਂ ਮਮਤਾ ਵਾਲੇ ਪਿਆਰ 'ਚ ਵਾਧਾ ਕਰ ਦੇਣਾ ਚਾਹੀਦਾ ਹੈ, ਕਿਉਂਕਿ ਉਹਨੇ ਸਾਨੂੰ ਜੀਵਨ ਦੇ ਕੇ ਇੱਥੋਂ ਤੱਕ ਪਹੁੰਚਾਇਆ ਹੈ, ਤਾਂ ਹੀ ਅਸੀਂ ਪਤਨੀ ਪਿਆਰ ਹਾਸਲ ਕਰ ਸਕੇ। ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਮਮਤਾ ਭਰਿਆ ਪਿਆਰ ਪਤਨੀ ਪਿਆਰ ਨਾਲੋਂ ਘੱਟ ਆਨੰਦਮਈ ਨਹੀਂ ਹੁੰਦਾ। ਇਸ ਤੋਂ ਬਗੈਰ ਵੀ ਜ਼ਿੰਦਗੀ ਬੇਸਵਾਦੀ ਤੇ ਯਤੀਮ ਜਿਹੀ ਬਣ ਜਾਂਦੀ ਹੈ। ਜਿੰਨਾ ਚਿਰ ਸਿਰ ਤੇ ਮਾਂ-ਬਾਪ ਦਾ ਸਾਇਆ, ਉਹਨੂੰ ਹੋਰ ਗੂੜਾ ਕਰਕੇ ਉਹਦਾ ਆਨੰਦ ਮਾਣਨਾ ਚਾਹੀਦਾ ਹੈ। ਇਹ ਇੱਕ ਗੂੜਤਾ ਭਰੀ ਸੋਚ ਹੀ ਹੈ ਕਿ ਵਿਆਹ ਤੋਂ ਪਿੱਛੋਂ ਮਾਂ ਦੇ ਪਿਆਰ ਨੂੰ ਪਤਨੀ ਦੇ ਪਿਆਰ ਵਿੱਚ ਰੋੜਾ ਸਮਝ ਕੇ ਪਿੱਛੇ ਹਟਣ ਲੱਗ ਜਾਂਦੇ ਹਨ। ਅਜਿਹੀ ਮੂਰਖਤਾ ਸਾਨੂੰ ਇੱਕ ਪਾਸੇ ਧੱਕ ਕੇ ਮਾਂ ਦੇ ਪਿਆਰ ਤੋਂ ਵਾਂਝੇ ਕਰ ਦਿੰਦੀ ਹੈ ਤੇ ਪਤਨੀ ਦਾ ਮਮਤਾ ਭਰਿਆ ਪਿਆਰ ਪਿੱਛੇ ਪੇਕਿਆਂ ਦੇ ਘਰ ਹੀ ਰਹਿ ਜਾਂਦਾ ਹੈ। ਜੇ ਉਹ ਇਸ ਨਵੀਂ ਮਾਂ ਨੂੰ ਆਪਣੀ ਪਹਿਲੀ ਮਾਂ ਦੀ ਥਾਂ ਲੈ ਆਏ ਤਾਂ ਉਹਨੂੰ ਸਹੁਰੇ ਘਰ ਵੀ ਮਮਤਾ ਭਰਿਆ ਪਿਆਰ ਮਿਲ ਸਕਦਾ ਹੈ ਤੇ ਘਰ ਸਵਰਗ ਦਾ ਨਮੂਨਾ ਬਣ ਸਕਦਾ ਹੈ। ਮਾਂ ਹਮੇਸ਼ਾ ਆਪਣੇ ਮਮਤਾ ਭਰੇ ਪਿਆਰ ਤੱਕ ਸੀਮਤ ਰਹਿੰਦੀ ਹੈ। ਉਹ ਪਤਨੀ ਤੋਂ ਉਹਦਾ ਪਤੀ ਪਿਆਰ ਨਹੀਂ ਖੋ ਸਕਦੀ। ਇਹ ਘਰ ਦਾ ਕਲੇਸ਼ ਸਾਡੀ ਬੇਸਮਝੀ ਦੇ ਕਾਰਨ ਹੀ ਹੈ। ਕੰਮੋ ਜਦੋਂ ਪਹਿਲੀ ਵਾਰ ਸਹੁਰੇ ਘਰ ਗਈ ਤਾਂ ਉਹਨਾਂ ਦਾ ਕਿਲੇ ਵਰਗਾ ਘਰ ਤੇ ਸ਼ਾਹੀ ਠਾਠ ਬਾਠ ਦੇਖ ਕੇ ਅੰਦਰ ਹੀ ਅੰਦਰ ਡਰ ਗਈ ਸੀ। ਉਹ ਕਾਫੀ ਵੱਡੇ ਜਾਗੀਰਦਾਰ ਲੋਕ ਸਨ। ਘਰ 'ਚ ਨੌਕਰ ਚਾਕਰ ਤੇ ਉੱਚੀ ਪੱਧਰ ਦੀ ਰਹਿਣੀ ਬਹਿਣੀ ਸੀ। ਕੰਮੋ ਤੇ ਦੀਪ ਜਿੱਧਰ ਵੀ ਜਾਂਦੇ ਇਕੱਠੇ ਜਾਂਦੇ। ਘਰ 'ਚ ਉਹਨਾਂ ਨੂੰ ਕੋਈ ਕੰਮ ਤਾਂ ਹੈ ਨਹੀਂ ਸੀ, ਇਸ ਕਰਕੇ ਸਾਰਾ ਦਿਨ ਆਪਣੇ ਕਮਰੇ 'ਚ ਬੈਠੇ ਚੋਲ ਕਰਦੇ ਰਹਿੰਦੇ। ਇਸ ਤਰ੍ਹਾਂ ਮਾਂ ਦਾ ਰੁੱਖ ਬਦਲਦਾ ਗਿਆ। ਕੰਮੋ ਤੇ ਦੀਪ ਨੇ ਉਹਦੇ ਬਦਲੇ ਰੁੱਖ ਦੀ ਕੋਈ ਪਰਵਾਹ ਨਾ ਕੀਤੀ, ਜਿਸ ਕਰਕੇ ਗੱਲ ਦਿਨੋਂ ਦਿਨ ਵਿਗੜਨ ਲੱਗੀ। ਦੀਪ ਇਰਾਦੇ ਦਾ ਮਜ਼ਬੂਤ ਤੇ ਦਿਲ ਗੁਰਦੇ ਵਾਲਾ ਮੁੰਡਾ ਨਹੀਂ ਸੀ। ਉਹ ਮਾਂ ਤੋਂ ਵੀ ਡਰਦਾ ਸੀ। ਇਸ ਉਮਰ ਵਿੱਚ ਤੇ ਇਸ ਅਵਸਥਾ 'ਚ ਕੁਦਰਤੀ ਹੈ ਕਿ ਮਾਂ 2 ਨੰਬਰ ਦੇ ਤੇ ਘਰ ਵਾਲੀ 1 ਨੰਬਰ ਤੇ ਆ ਜਾਂਦੀ ਹੈ। ਇਸ ਮਸਲੇ ਨੂੰ ਕਿਸੇ ਸਿਆਣੇ ਤਰੀਕੇ ਨਾਲ ਸੁਲਝਾਉਣ ਦੀ ਥਾਂ ਉਹੀ ਕਾਲਜ ਵਾਲੀਆਂ ਚੁਸਤੀਆਂ ਕਰਨ ਲੱਗ ਪਿਆ। ਉਹ ਕੰਮੋ ਕੋਲ ਮਾਂ ਦੀ ਨਿੰਦਿਆ ਕਰਦਾ ਤੇ ਮਾਂ ਕੋਲ ਕੰਮੋ ਦੀ। ਕੁਝ ਚਿਰ ਤੱਕ ਕੰਮੋ ਇਸ ਭੁਲੇਖੇ ਦਾ ਸ਼ਿਕਾਰ ਬਣੀ ਰਹੀ। ਦੀਪ ਦੀ ਸ਼ਹਿ ਮਿਲਣ ਤੇ ਉਹਦੀ ਮਾਂ ਬੇਫਿਕਰ ਹੋ ਕੇ ਕੰਮੋ ਤੇ ਅਤਿਆਚਾਰ ਕਰਨ ਲੱਗ ਪਈ ਤੇ ਕੰਮੋ ਦੇ ਖਿਲਾਫ ਦੀਪ ਦੇ ਕੰਨ ਭਰਨ ਲੱਗ ਪਈ। ਦੀਪ ਕੰਨਾਂ ਦਾ ਕੱਚਾ ਤਾਂ ਸੀ, ਇਸ ਕਰਕੇ ਹੌਲੀ ਹੌਲੀ ਉਹ ਵੀ ਕੰਮੋ ਦੇ ਖਿਲਾਫ ਹੋਣ ਲੱਗ ਪਿਆ। ਆਮ ਕਰਕੇ ਵੱਡੇ ਘਰਾਂ ਦੇ ਨੌਕਰ ਚਾਕਰ ਜਿਸ ਉੱਪਰ ਜ਼ੁਲਮ ਹੋ ਰਿਹਾ ਹੋਵੇ ਉਹਦੇ ਹਮਦਰਦ ਬਣ ਜਾਂਦੇ ਹਨ, ਕਿਉਂਕਿ ਆਪ ਵੀ ਮਾਲਕ ਦੇ ਅਤਿਆਚਾਰਾਂ ਦੇ ਸ਼ਿਕਾਰ ਹੁੰਦੇ ਹਨ। ਇਸ ਕਰਕੇ ਉਹ ਮਾਨਸਿਕ ਤੌਰ ਤੇ ਉਹਨੂੰ ਆਪਣੇ ਗਰੁੱਪ ਦਾ ਬੰਦਾ ਸਮਝਣ ਲੱਗ ਜਾਂਦੇ ਹਨ। ਆਖਰ ਗੱਲ ਵਿਗੜਦੀ ਵਿਗੜਦੀ ਪੂਰੀ ਵਿਗੜ ਗਈ।
ਦੀਪ ਵੀ ਕੰਮੋਂ ਵੱਲੋਂ ਅੱਖਾਂ ਫੇਰ ਗਿਆ। ਆਪਣੀ ਮਾਂ ਦੀਆਂ ਗੱਲਾਂ 'ਚ ਆ ਕੇ ਉਹ ਦੂਸਰੇ ਵਿਆਹ ਦੇ ਸੁਪਨੇ ਵੇਖਣ ਲੱਗ ਪਿਆ। ਇਹ ਲਾਲਚ ਤਾਂ ਲਗਭਗ ਸਾਰੇ ਮਰਦਾਂ 'ਚ ਹੀ ਹੁੰਦਾ ਹੈ, ਕਿਸੇ 'ਚ ਥੋੜ੍ਹਾ ਘੱਟ, ਕਿਸੇ 'ਚ ਥੋੜ੍ਹਾ ਵੱਧ। ਕਿਸੇ 'ਚ ਇਹਨੂੰ ਪੂਰਾ ਕਰਨ ਦੀ ਹਿੰਮਤ ਹੁੰਦੀ ਹੈ, ਕਿਸੇ 'ਚ ਨਹੀਂ। ਜੇ ਕੋਈ ਬਹਾਨਾ ਮਿਲ ਜਾਏ ਤੇ ਅਜਿਹਾ ਸੰਭਵ ਹੋਵੇ ਤਾਂ ਕਿਉਂ ਨਾ ਦੂਸਰੇ ਵਿਆਹ ਦਾ ਆਨੰਦ ਮਾਣਿਆ ਜਾਏ। ਅਜਿਹੀ ਖੁਦਗਰਜ਼ੀ ਇਨਸਾਨਾਂ 'ਚ ਹੀ ਨਹੀਂ, ਜਾਨਵਰਾਂ ਵਿੱਚ ਵੀ ਹੁੰਦੀ ਹੈ। ਜਦੋਂ ਕਿ ਔਰਤ ਵਿੱਚ ਅਜਿਹੀ ਬਿਰਤੀ ਨਹੀਂ ਹੁੰਦੀ। ਉਹਨੂੰ ਜੇ ਕਿਸੇ ਕਾਰਨ ਅਜਿਹਾ ਕਰਨਾ ਪੈ ਜਾਏ ਤਾਂ ਮਰਦ ਵਾਂਗ ਕੱਛਾਂ ਨਹੀਂ ਵਜਾਉਂਦੀ, ਉਹਨੂੰ ਦੁੱਖ ਹੀ ਹੁੰਦਾ ਹੈ। ਔਰਤ ਦੀ ਮਾਨਸਿਕਤਾ ਆਮ ਕਰਕੇ ਇੱਕੋ ਮਰਦ ਨਾਲ ਜੀਵਨ ਗੁਜ਼ਾਰਨ ਦੀ ਹੁੰਦੀ ਹੈ, ਪਰ ਸ਼ਰਤ ਇਹ ਹੈ ਕਿ ਉਹ ਕੋਈ ਘਟੀਆ ਕਿਸਮ ਦਾ ਆਦਮੀ ਨਾ ਹੋਵੇ। ਉਹ ਬਹਾਦਰ ਔਰਤ ਦਾ ਸਨਮਾਨ ਕਰਨ ਵਾਲਾ ਕੋਈ ਮਰਦ ਬੱਚਾ ਹੋਵੇ, ਜਦੋਂ ਕਿ ਮਰਦ ਦੀ ਮਾਨਸਿਕਤਾ ਇਹਦੇ ਉਲਟ ਹੁੰਦੀ ਹੈ। ਔਰਤ ਕਿੰਨੀ ਵੀ ਸੁੰਦਰ, ਨੇਕ ਤੇ ਉੱਚੇ ਆਚਰਨ ਵਾਲੀ ਕਿਉਂ ਨਾ ਹੋਵੇ, ਮਰਦ ਦਾ ਜੇ ਕਿਤੇ ਦਾਅ ਲੱਗ ਜਾਏ ਤਾਂ ਦੂਸਰੀ ਔਰਤ ਨਾਲ ਸੰਬੰਧ ਜੋੜਨ 'ਚ ਜ਼ਰਾ ਵੀ ਦੇਰ ਨਹੀਂ ਕਰੇਗਾ। ਦੀਪ ਹਰ ਸਮੇਂ ਕੰਮੋਂ ਨਾਲ ਲੜੂ ਕਰਦਾ ਰਹਿੰਦਾ। ਉਹਦੀ ਮਾਂ ਕੰਮੋਂ ਨੂੰ ਆਪਣੇ ਭੋਲੇ ਭਾਲੇ ਪੁੱਤ ਨੂੰ ਫਸਾਉਣ ਦੇ ਮਿਹਣੇ ਦਿੰਦੀ। ਉਹਦੇ ਮਾਂ-ਬਾਪ ਨੂੰ ਅਨਪੜ੍ਹ ਤੇ ਗਰੀਬ ਗੁਰਬੇ ਦੱਸਦੀ। ਕੰਮੋਂ ਇਹ ਸਾਰਾ ਕੁਝ ਚੁੱਪਚਾਪ ਬਰਦਾਸ਼ਤ ਕਰ ਰਹੀ ਸੀ। ਉਹਨੇ ਆਪਣੇ ਮਾਂ-ਬਾਪ ਨੂੰ ਕੁਝ ਨਹੀਂ ਦੱਸਿਆ ਸੀ, ਕਿਉਂਕਿ ਇਹ ਚੋਣ ਉਹਦੀ ਆਪਣੀ ਸੀ। ਇਸ ਕਰਕੇ ਉਹ ਇਹ ਸਭ ਕੁਝ ਦੱਸਣ 'ਚ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਮਸਲੇ ਨੂੰ ਸੁਲਝਾਉਣ ਬਾਰੇ ਹੀ ਸੋਚ ਰਹੀ ਸੀ ਤੇ ਇੰਤਜ਼ਾਰ ਕਰ ਰਹੀ ਸੀ ਕਿ ਸ਼ਾਇਦ ਸਮਾਂ ਪਾ ਕੇ ਹਾਲਾਤ ਆਪਣੇ ਆਪ ਸੁਧਰ ਜਾਣਗੇ ਜਾਂ ਕੋਈ ਹੱਲ ਨਿਕਲ ਆਏਗਾ। ਇੱਕ ਦਿਨ ਇੱਕ ਨੌਕਰ ਨੇ ਕੰਮੋਂ ਨੂੰ ਦੱਸਿਆ ਕਿ ਬੀਬੀ ਜੀ ਤੈਨੂੰ ਜਾਨੋਂ ਮਾਰਨ ਦੀਆਂ ਸਲਾਹਾਂ ਕਰ ਰਹੇ ਹਨ। ਸਾਵਧਾਨ ਰਹੀ, ਮੈਂ ਗੱਲਾਂ ਕੰਨੀ ਸੁਣੀਆਂ ਹਨ। ਕੰਮੋਂ ਇਹ ਗੱਲ ਸੁਣ ਕੇ ਬਹੁਤ ਨਿਰਾਸ਼ ਹੋ ਗਈ। ਉਹਨੂੰ ਚਾਰੇ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦੇ ਰਿਹਾ ਸੀ। ਜੇ ਉਹ ਆਪਣੇ ਮਾਂ-ਬਾਪ ਨੂੰ ਦੱਸਦੀ ਹੈ ਤੇ ਇਸ ਗੱਲ ਦਾ ਉਸ ਕੋਲ ਕੋਈ ਸਬੂਤ ਨਹੀਂ ਸੀ। ਇਸ ਤਰ੍ਹਾਂ ਉਹ ਬਹੁਤ ਹੀ ਨਿਰਾਸ਼ਾ ਨਾਲ ਪੂਰੀ ਤਰ੍ਹਾਂ ਚੌਕਸ ਰਹਿ ਕੇ ਦਿਨ ਕੱਟੀ ਕਰਨ ਲੱਗੀ। ਇੱਕ ਦਿਨ ਦੀਪ ਕਿਧਰੇ ਬਾਹਰ ਗਿਆ ਸੀ। ਕੰਮੋਂ ਸੌਣ ਲਈ ਆਪਣੇ ਕਮਰੇ 'ਚ ਚਲੀ ਗਈ। ਕੁਝ ਚਿਰ ਪਿੱਛੋਂ ਦਰਵਾਜ਼ਾ ਖੜਕਿਆ। ਜਦੋਂ ਕੰਮੋਂ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਹਦੀ ਸੱਸ ਹੱਥ 'ਚ ਪਲੇਟ ਲਈ ਖੜੀ ਸੀ, ਜਿਸ 'ਚ ਖੀਰ ਸੀ। ਉਹਨੇ ਉਹ ਪਲੇਟ ਕੰਮੋਂ ਦੇ ਹੱਥ 'ਚ ਫੜਾ ਕੇ ਕਿਹਾ, ਅੱਜ ਵੱਡੇ ਵਡੇਰਿਆਂ ਦੇ ਨਾਂ 'ਤੇ ਰੋਟੀ ਕੀਤੀ ਹੈ, ਲੈ ਫੜ ਤੂੰ ਵੀ ਖਾ ਲੈ। ਇਹ ਸਾਰਿਆਂ ਨੂੰ ਹੀ ਖਾਣੀ ਚਾਹੀਦੀ ਹੈ, ਤਾਂ ਹੀ ਵੱਡੇ ਵਡੇਰੇ ਪ੍ਰਸੰਨ ਹੁੰਦੇ ਹਨ। ਕੰਮੋਂ ਨੇ ਖੀਰ ਵਾਲੀ ਪਲੇਟ ਉਹਦੇ ਹੱਥੋਂ ਫੜ ਲਈ ਤੇ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਅੱਗੋਂ ਸੱਸ ਬੋਲੀ, ਅੱਜ ਮੁੰਡਾ ਘਰ ਨਹੀਂ ਹੈ, ਦਰਵਾਜ਼ਾ ਅੰਦਰੋਂ ਬੰਦ ਨਾ ਕਰੀ, ਅਸੀਂ ਖਿਆਲ ਰੱਖਾਂਗੇ ਤੇਰਾ। ਭਾਵੇਂ ਉਹਨੇ ਅੱਜ ਕੰਮੋਂ ਨਾਲ ਬੜੇ ਪਿਆਰ ਸਤਿਕਾਰ ਨਾਲ ਗੱਲ ਕੀਤੀ ਸੀ, ਪਰ ਉਹਦੇ ਚਿਹਰੇ ਉੱਤੇ ਉੱਡ ਰਹੀਆਂ ਹਵਾਈਆਂ ਨੇ ਉਹਨਾਂ ਪਿੱਛੇ ਲੁਕਿਆ ਹੋਇਆ ਪਾਪ ਕੰਮੋਂ ਨੇ ਅਨੁਭਵ ਕਰ ਲਿਆ ਸੀ। ਉਹ ਕੁਝ ਚਿਰ ਖੜੀ ਉਸ ਨਾਲ ਹੋਈ ਵਾਰਤਾਲਾਪ ਨੂੰ ਘੋਖਦੀ ਰਹੀ। ਆਖਰ ਉਹਨੂੰ ਪੱਕੀ ਸ਼ੱਕ ਹੋ ਗਈ ਕਿ ਖੀਰ 'ਚ ਕੁਝ ਮਿਲਾਇਆ ਹੋਇਆ ਹੈ। ਉਹਨੇ ਖਿੜਕੀ ਖੋਲ੍ਹ ਕੇ ਖੀਰ ਬਾਹਰ ਡੋਲ ਦਿੱਤੀ ਤੇ ਖਾਲੀ ਪਲੇਟ ਮੇਜ਼ ਉੱਪਰ ਰੱਖ ਦਿੱਤੀ। ਥੋੜ੍ਹਾ ਚਿਰ ਪਿੱਛੋਂ ਕੰਮੋਂ ਦੀ ਸੱਸ ਫੇਰ ਆਈ ਤੇ ਕੁਝ ਮਿੱਠੀਆਂ ਗੱਲਾਂ ਕਰਕੇ ਜਾਂਦੀ ਹੋਈ ਖਾਲੀ ਪਲੇਟ ਚੁੱਕ ਕੇ ਲੈ ਗਈ। ਕੰਮੋਂ ਨੂੰ ਪੂਰਾ ਯਕੀਨ ਹੋ ਗਿਆ ਕਿ ਖੀਰ 'ਚ ਜ਼ਹਿਰ ਮਿਲਾਈ ਹੋਈ ਸੀ। ਉਹਨੇ ਖਿੜਕੀ ਦੁਬਾਰਾ ਖੋਲ੍ਹ ਕੇ ਬਾਹਰ ਦੇਖਿਆ। ਖੀਰ ਇੱਕ ਅਵਾਰਾ ਕੁੱਤਾ ਖਾ ਰਿਹਾ ਸੀ। ਕੰਮੋਂ ਨੇ ਖਿੜਕੀ ਫੇਰ ਬੰਦ ਕਰ ਦਿੱਤੀ ਤੇ ਸ਼ੀਸ਼ਿਆਂ ਵਿੱਚੋਂ ਕੁੱਤੇ ਉੱਤੇ ਨਜ਼ਰ ਰੱਖੀ। ਖੀਰ ਖਾ ਕੇ ਕੁੱਤਾ ਇੱਕ ਪਾਸੇ ਵੱਲ ਨੂੰ ਚਲਾ ਗਿਆ, ਪਰ ਥੋੜ੍ਹੀ ਦੂਰ ਜਾ ਕੇ ਜ਼ਮੀਨ ਉੱਤੇ ਪੈ ਗਿਆ ਤੇ ਫਿਰ ਛੇਤੀ ਲੱਤਾਂ ਮਾਰਨ ਲੱਗ ਪਿਆ। ਕੁਝ ਮਿੰਟਾਂ ਪਿੱਛੋਂ ਹੀ ਉਹਦੀ ਮੌਤ ਹੋ ਗਈ। ਕੰਮੋਂ ਇਹ ਸੀਨ ਵੇਖ ਕੇ ਅੰਦਰ ਤੱਕ ਕੰਬ ਗਈ। ਉਹ ਬੈੱਡ ਉੱਪਰ ਅੱਖਾਂ ਮੀਟ ਕੇ ਪੈ ਗਈ। ਕੋਈ ਅੱਧੇ ਘੰਟੇ ਪਿੱਛੋਂ ਦਰਵਾਜ਼ਾ ਖੁੱਲ੍ਹਿਆ। ਕੰਮੋਂ ਦੀ ਸੱਸ ਅੰਦਰ ਆਈ। ਉਹਨੇ ਝੁੱਕ ਕੇ ਗੌਰ ਨਾਲ ਕੰਮੋਂ ਨੂੰ ਦੇਖਿਆ। ਚੁੱਪਚਾਪ ਪਈ ਰਹੀ। ਕੁਝ ਚਿਰ ਘੋਖਣ ਪਿੱਛੋਂ ਉਹਨੇ ਕੰਮੋਂ ਨੂੰ ਹਲੂਣਿਆ। ਉਹਨੇ ਫੇਰ ਵੀ ਅੱਖਾਂ ਨਾ ਖੋਲ੍ਹੀਆਂ। ਫਿਰ ਉਹਨੇ ਕੰਮੋਂ ਦੀ ਨਬਜ਼ ਦੇਖੀ। ਫਿਰ ਉਹ ਚਲੀ ਗਈ। ਉਹਨੇ ਰਾਤ ਨੂੰ ਕਈ ਗੇੜੇ ਮਾਰੇ। ਹਰ ਵਾਰ ਉਹ ਕੰਮੋਂ ਦੀ ਨਬਜ਼ ਜ਼ਰੂਰ ਦੇਖਦੀ। ਉਹ ਸਾਰੀ ਰਾਤ ਫਿਰਦੀ ਰਹੀ। ਕੰਮੋਂ ਵੀ ਸਾਰੀ ਰਾਤ ਜਾਗਦੀ ਰਹੀ ਤੇ ਚੁਕੰਨੀ ਹੋ ਕੇ ਬੈੱਡ 'ਤੇ ਪਈ ਰਹੀ। ਦੂਸਰੇ ਦਿਨ ਦੀਪ ਵੀ ਆ ਗਿਆ। ਕੰਮੋਂ ਨੇ ਸਾਰੀ ਗੱਲ ਦੀਪ ਨੂੰ ਦੱਸੀ ਤੇ ਬਾਹਰ ਮਰਿਆ ਕੁੱਤਾ ਪਿਆ ਦਿਖਾਇਆ। ਦੀਪ ਸਾਰੀ ਗੱਲ ਸੁਣ ਕੇ ਕੁਝ ਚਿਰ ਸੋਚਦਾ ਰਿਹਾ। ਫਿਰ ਉਹਨੇ ਕਿਹਾ, ਕੰਮੋਂ ਤੂੰ ਆਪਣੇ ਪੇਕੇ ਚਲੀ ਜਾ, ਨਹੀਂ ਤਾਂ ਇਹ ਲੋਕ ਤੈਨੂੰ ਮਾਰ ਦੇਣਗੇ। ਕੰਮੋਂ ਨੂੰ ਇਹ ਗੱਲ ਸੁਣ ਕੇ ਕਾਫੀ ਧੱਕਾ ਲੱਗਿਆ। ਕੰਮੋਂ ਨੇ ਗੌਰ ਨਾਲ ਉਸ ਵੱਲ ਦੇਖਿਆ। ਜ਼ਰਾ ਵੀ ਗੁੱਸੇ ਦੇ ਨਿਸ਼ਾਨ ਉਹਦੇ ਚਿਹਰੇ ਉੱਤੇ ਨਹੀਂ ਸਨ। ਕੰਮੋਂ ਸਮਝ ਗਈ ਸੀ ਕਿ ਉਹਦੀ ਵੀ ਰਾਏ ਮਾਂ ਦੇ ਨਾਲ ਹੈ। ਇਸ ਕਰਕੇ ਉਹਨੇ ਗੁੱਸੇ ਨਾਲ ਦੀਪ ਵੱਲ ਦੇਖ ਕੇ ਬੜਾ ਚੱਬ ਕੇ ਕਿਹਾ, ਮੈਂ ਤਾਂ ਪੇਕੇ ਚਲੀ ਜਾਵਾਂ, ਪਰ ਤੂੰ ਆਪਣੀ ਮਾਂ ਨੂੰ ਕੁਝ ਨਹੀਂ ਕਹੇਂਗਾ। ਦੀਪ ਨੇ ਗੁੱਸੇ ਨਾਲ ਕੰਮੋਂ ਵੱਲ ਵੇਖਿਆ, ਪਰ ਉਹਦੇ ਚਿਹਰੇ ਤੇ ਅੱਖਾਂ ਵਿੱਚ ਗੁੱਸੇ ਨਾਲੋਂ ਵੱਧ ਧੋਖੇਬਾਜ਼ੀ ਦੀ ਝਲਕ ਪੈ ਰਹੀ ਸੀ, ਜਿਹਨੂੰ ਦੇਖ ਕੇ ਕੰਮੋਂ ਦੀਆਂ ਸਾਰੀਆਂ ਆਸਾਂ ਉੱਪਰ ਪਾਣੀ ਫਿਰ ਗਿਆ। ਦੀਪ ਨੇ ਕੁਝ ਪਲ ਉਹਦੀਆਂ ਅੱਖਾਂ 'ਚ ਅੱਖਾਂ ਪਾਈ ਰੱਖੀਆਂ। ਫਿਰ ਅੱਖਾਂ ਦੀਆਂ ਚੁਰਾ ਕੇ ਕਿਹਾ, ਮੇਰੀ ਮਾਂ ਕੋਈ ਤੇਰੇ ਵਰਗੀ ਮਾਮੂਲੀ ਔਰਤ ਨਹੀਂ ਹੈ। ਉਹ ਇੱਕ ਬਹੁਤ ਵੱਡੇ ਜਗੀਰਦਾਰ ਦੀ ਇਕਲੌਤੀ ਧੀ ਹੈ।
ਕਰੋੜਾਂ ਰੁਪਇਆਂ ਦੀ ਜਾਇਦਾਦ ਉਹਦੇ ਨਾਂ ਹੈ। ਮੈਂ ਤੇਰੀ ਖਾਤਰ ਉਹਨੂੰ ਨਾਰਾਜ਼ ਨਹੀਂ ਕਰ ਸਕਦਾ, ਚਾਹੇ ਉਹ ਮੇਰੀ ਜਾਨ ਹੀ ਕਿਉਂ ਨਾ ਲੈ ਲਏ। ਹਾਂ, ਚਾਹੇ ਉਹ ਤੇਰੀ ਜਾਨ ਵੀ ਲੈ ਲਏ। ਤਾਂ ਫਿਰ ਤੂੰ ਮੈਨੂੰ ਤਲਾਕ ਦੇ ਕੇ ਕਿਸੇ ਰਾਜਕੁਮਾਰੀ ਨਾਲ ਵਿਆਹ ਕਿਉਂ ਨਹੀਂ ਕਰਾ ਲੈਂਦਾ? ਕੰਮੋ ਦੇ ਮੂੰਹ ਇੰਨੀ ਵੱਡੀ ਗੱਲ ਸੁਣ ਕੇ ਦੀਪ ਨੂੰ ਜ਼ਰਾ ਵੀ ਹੈਰਾਨੀ ਜਾਂ ਸ਼ਰਮਿੰਦਗੀ ਨਾ ਹੋਈ, ਸਗੋਂ ਅੱਗਿਓਂ ਉਹਨੇ ਬੜੇ ਆਰਾਮ ਨਾਲ ਕਿਹਾ, ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ, ਰਾਜਕੁਮਾਰੀ ਵੀ ਮਿਲ ਜਾਏਗੀ, ਪਰ ਤੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ। ਅੱਛਾ, ਹੁਣ ਮੇਰੀ ਜ਼ਿੰਦਗੀ ਕਿਹੜੀ ਆਬਾਦ ਹੈ ਜੋ ਬਰਬਾਦ ਹੋ ਜਾਏਗੀ? ਕੰਮੋ ਨੇ ਦੀਪ ਵੱਲ ਅੱਖਾਂ ਅੱਡ ਕੇ ਬੜਾ ਚੱਬ ਕੇ ਕਿਹਾ। ਦੋਨੋਂ ਕੁਝ ਚਿਰ ਚੁੱਪਚਾਪ ਖੜੇ ਰਹੇ। ਫਿਰ ਕੰਮੋ ਨੇ ਕਿਹਾ, ਚਲੋ ਠੀਕ ਹੈ, ਗੱਲ ਹੀ ਖਤਮ ਹੋ ਗਈ। ਇਹ ਕਹਿ ਕੇ ਕੰਮੋ ਚੁੱਪ ਹੋ ਗਈ। ਦੀਪ ਵੀ ਬਾਹਰ ਨਿਕਲ ਗਿਆ। ਗੱਲ ਸਾਫ਼ ਹੋ ਗਈ ਸੀ। ਕੰਮੋ ਬਹੁਤ ਵੱਡੀ ਰਾਤ ਤੱਕ ਪਈ ਸੋਚਦੀ ਰਹੀ। ਉਹਨੇ ਇੱਕ ਇੱਕ ਘਟਨਾ ਉੱਤੇ ਬੜੇ ਧਿਆਨ ਨਾਲ ਗੌਰ ਕੀਤੀ। ਕਾਲਜ ਦੇ ਸਮੇਂ ਦਾ ਉਹ ਪਿਆਰਾ ਜਿਹਾ ਨਟਖਟ ਦੀਪ ਅੱਜ ਉਹਨੂੰ ਕੂੜੇ ਦੇ ਢੇਰ ਉੱਪਰ ਸੁੱਟਿਆ ਹੋਇਆ ਕੋਈ ਖਿਡੌਣਾ ਲੱਗ ਰਿਹਾ ਸੀ। ਉਹਨੇ ਆਪਣੇ ਮਨ 'ਚ ਕਈ ਫੈਸਲੇ ਕੀਤੇ। ਫਿਰ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਗਈ। ਕੰਮੋ ਨੇ ਆਪਣੇ ਮਾਂ-ਬਾਪ ਨੂੰ ਇੱਕ ਚਿੱਠੀ ਲਿਖੀ ਤੇ ਆਪਣੇ ਹਮਦਰਦ ਇੱਕ ਬਜ਼ੁਰਗ ਨੌਕਰ ਨੂੰ ਚਿੱਠੀ ਦੇ ਨਾਲ 100 ਦਾ ਨੋਟ ਫੜਾ ਕੇ ਕਿਹਾ, ਇਹ ਚਿੱਠੀ ਕਿਸੇ ਵੀ ਹਾਲਤ ਵਿੱਚ ਅੱਜ ਹੀ ਮੇਰੇ ਮਾਂ-ਬਾਪ ਕੋਲ ਪਹੁੰਚ ਜਾਣੀ ਚਾਹੀਦੀ ਹੈ। ਕੋਈ ਗੱਲ ਨਹੀਂ ਬੇਟੀ, ਚਿੱਠੀ ਹਰ ਹਾਲਤ 'ਚ ਅੱਜ ਹੀ ਤੇਰੇ ਮਾਂ-ਬਾਪ ਕੋਲ ਪਹੁੰਚ ਜਾਏਗੀ, ਮੈਨੂੰ ਸਾਰਾ ਪਤਾ ਹੈ, ਪਰ ਤੂੰ ਅੱਜ ਰਾਤ ਨੂੰ ਜਾਗਦੀ ਰਹੀ, ਅੱਜ ਖਤਰਾ ਹੈ। ਇਹ ਬਜ਼ੁਰਗ ਹੀ ਕੰਮੋ ਨੂੰ ਸਾਰੀ ਜਾਣਕਾਰੀ ਦਿੰਦਾ ਸੀ। ਚਿੱਠੀ ਮਿਲਦਿਆਂ ਸਾਰ ਅਗਲੇ ਦਿਨ ਹੀ ਉਹਦੇ ਮਾਂ-ਬਾਪ ਘਰੋਂ ਚੱਲ ਪਏ ਤੇ ਕੁਝ ਘੰਟਿਆਂ 'ਚ ਹੀ ਉਹ ਕੰਮੋ ਕੋਲ ਪਹੁੰਚ ਗਏ। ਕੰਮੋ ਦੀ ਸੱਸ ਅਚਾਨਕ ਹੀ ਉਹਨਾਂ ਨੂੰ ਆਪਣੇ ਸਾਹਮਣੇ ਦੇਖ ਕੇ ਭੜਕ ਉੱਠੀ। ਮੰਗਵਾ ਲਏ ਆਪਣੇ ਕਿਸੇ ਯਾਰ ਨੂੰ ਭੇਜ ਕੇ? ਹੁਣ ਕੀ ਕਰ ਲੈਂਗੀ ਤੂੰ? ਨਾਲੇ ਕੰਜਰ ਕੀ ਕਰ ਲੈਣਗੇ? ਤੁਸੀਂ ਮੈਨੂੰ ਨਹੀਂ ਜਾਣਦੇ, ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ। ਅਸੀਂ ਤਾਂ ਤੁਹਾਨੂੰ ਇੱਕ ਸ਼ਬਦ ਵੀ ਨਹੀਂ ਕਿਹਾ, ਕੰਮੋ ਦੇ ਮਾਂ-ਬਾਪ ਨੇ ਹੱਥ ਜੋੜ ਕੇ ਕਿਹਾ। ਕੰਮੋ ਦੀ ਮਾਂ ਨੇ ਉਹਦੇ ਪੈਰੀਂ ਚੁੰਨੀ ਰੱਖ ਕੇ ਰਹਿਮ ਦੀ ਭੀਖ ਮੰਗੀ, ਪਰ ਉਹ ਟਸ ਤੋਂ ਮਸ ਨਹੀਂ ਹੋ ਰਹੀ ਸੀ, ਅੱਗੋਂ ਚੜ੍ਹਦੀ ਜਾ ਰਹੀ ਸੀ। ਤੰਗ ਆ ਕੇ ਉਹਦਾ ਬਾਪ ਬੋਲਿਆ, ਇੰਨਾ ਹੰਕਾਰ ਨਾ ਕਰ, ਜੇ ਮੈਂ ਆਪਣੀ ਆਈ ਤੇ ਆ ਗਿਆ ਤਾਂ ਤਬਾਹ ਕਰਕੇ ਰੱਖ ਦਿਆਂਗਾ ਤੇਰਾ ਸਾਰਾ ਘਰ, ਗਰਦਨ ਲਾ ਦਿਆਂਗਾ ਤੇਰੀ, ਨਾਲੇ ਤੇਰੇ ਮੁੰਡੇ ਦੀ। ਕੀ ਸਮਝ ਰੱਖਿਆ ਤੂੰ ਮੈਨੂੰ? ਗੱਲ ਵੱਧਦੀ ਦੇਖ ਕੰਮੋ ਤੇ ਉਹਦੀ ਮਾਂ ਨੇ ਅੱਗੇ ਹੋ ਕੇ ਉਹਨੂੰ ਰੋਕਿਆ, ਪਰ ਇਸ ਝਿੜਕੀ ਨਾਲ ਉਹ ਪਾਣੀ ਵਾਂਗ ਪਤਲੀ ਹੋ ਗਈ। ਫਿਰ ਹੌਲੀ-ਹੌਲੀ ਗੱਲ ਸਮਝੌਤੇ ਵੱਲ ਨੂੰ ਤੁਰ ਪਈ। ਕੰਮੋ ਦੀ ਸੱਸ ਦੀ ਇਹ ਅੜੀ ਕਿ ਜੇ ਕੰਮੋ ਨੂੰ ਲੈ ਕੇ ਜਾਣਾ ਤਾਂ ਤਲਾਕ ਲਿਖ ਕੇ ਦਿਓ, ਨਹੀਂ ਤਾਂ ਇੱਥੇ ਹੀ ਰਹੇਗੀ। ਦੀਪ ਵੀ ਲਾਗੇ ਹੀ ਖੜਾ ਸਭ ਕੁਝ ਸੁਣ ਤੇ ਦੇਖ ਰਿਹਾ ਸੀ। ਜਦੋਂ ਕੰਮੋ ਦੇ ਬਾਪ ਨੇ ਧਮਕੀ ਦਿੱਤੀ ਤਾਂ ਉਹਦੀ ਮਾਂ ਨੇ ਦੀਪ ਵੱਲ ਸਹਾਇਤਾ ਦੀ ਆਸ ਨਾਲ ਦੇਖਿਆ, ਪਰ ਦੀਪ ਦਾ ਪੀਲਾ ਭੂਖ ਚਿਹਰਾ ਤੇ ਮੂੰਹ ਦੂਜੇ ਪਾਸੇ ਫੇਰ ਲੈਣ ਨਾਲ ਉਹਦੀ ਮਾਂ ਦਾ ਅੱਧਾ ਹੰਕਾਰ ਟੁੱਟ ਗਿਆ। ਫਿਰ ਕੰਮੋ ਤੇ ਉਹਦੇ ਮਾਂ-ਬਾਪ ਨੇ ਇੱਕ ਪਾਸੇ ਹੋ ਕੇ ਸਲਾਹ ਕੀਤੀ। ਕੰਮੋ ਦਾ ਬਾਪ ਤਾਂ ਪਿੰਡ ਦਾ ਮੁਖੀਆ ਹੋਣ ਕਰਕੇ ਸਭ ਕੁਝ ਤਾੜ ਗਿਆ ਸੀ। ਉਹ ਜਿਹੇ ਬਹੁਤ ਸਾਰੇ ਕੇਸ ਨਜਿੱਠ ਚੁੱਕਿਆ ਸੀ, ਪਰ ਉਹ ਕੰਮੋ ਦੀ ਰਾਏ ਲੈਣੀ ਚਾਹੁੰਦਾ ਸੀ। ਜਦੋਂ ਕੰਮੋ ਤੋਂ ਉਹਦੀ ਰਾਏ ਪੁੱਛੀ ਗਈ ਤਾਂ ਉਹਨੇ ਕਿਹਾ, ਡੈਡ, ਜੋ ਹੋਣਾ ਸੀ ਉਹ ਹੋ ਗਿਆ, ਹੁਣ ਇਹ ਗੱਲ ਸੁਲਝਣ ਵਾਲੀ ਨਹੀਂ ਹੈ। ਫਿਰ ਵੀ ਜੇ ਤੁਸੀਂ ਮੈਨੂੰ ਇੱਥੇ ਛੱਡ ਕੇ ਜਾਣਾ ਚਾਹੁੰਦੇ ਹੋ ਤਾਂ ਮੈਂ ਬਣੀਆਂ ਕੱਟ ਲਵਾਂਗੀ, ਪਰ ਥੋੜ੍ਹੇ ਦਿਨਾਂ ਦੇ ਅੰਦਰ ਹੀ ਤੁਹਾਨੂੰ ਇੱਥੋਂ ਮੇਰੀ ਲਾਸ਼ ਲਿਜਾਣੀ ਪਏਗੀ। ਅਜਿਹੀ ਗੱਲ ਨਹੀਂ ਪੁੱਤਰ, ਮੈਂ ਸਭ ਜਾਣ ਗਿਆ, ਮੈਂ ਤਾਂ ਸਿਰਫ ਤੇਰੀ ਮਰਜ਼ੀ ਜਾਣਨਾ ਚਾਹੁੰਦਾ। ਕੰਮੋ ਦੀ ਮਾਂ ਤਾਂ ਕੰਮੋ ਨੂੰ ਉੱਥੇ ਇੱਕ ਮਿੰਟ ਵੀ ਛੱਡਣ ਲਈ ਤਿਆਰ ਨਹੀਂ ਸੀ। ਉਹਨੇ ਕਿਹਾ, ਕੋਈ ਗੱਲ ਨਹੀਂ ਪੁੱਤ, ਸਾਡੇ ਕਿਹੜਾ 5-7 ਧੀਆਂ ਨੇ, ਅਸੀਂ ਤੈਨੂੰ ਛੱਡ ਕੇ ਨਹੀਂ ਜਾਂਦੇ। ਇਹ ਹੰਕਾਰੀ ਹੋਈ ਤੀਵੀਂ ਸਿੱਧੀ ਕਰਨੀ ਕੋਈ ਔਖੀ ਗੱਲ ਨਹੀਂ, ਇਹ ਤਾਂ ਹੱਥ ਜੋੜਦੀ ਫਿਰੂਗੀ, ਪਰ ਇਹੋ ਜਿਹੇ ਹੋਛੇ ਬੰਦਿਆਂ ਨਾਲੋਂ ਦੂਰ ਹੀ ਚੰਗੇ ਰਹਾਂਗੇ। ਇਹ ਮੁੰਡਾ ਵੀ ਕਿਸੇ ਕੰਮ ਦਾ ਨਹੀਂ, ਇਹ ਕੁਝ ਨਹੀਂ ਕਰਨ ਜੋਗਾ। ਜੇ ਕੁਝ ਕਰਨ ਜੋਗਾ ਜਾਂ ਰੜਕ ਵਾਲਾ ਹੁੰਦਾ ਤਾਂ ਮਾਂ ਦੇ ਜਾਂ ਤੇਰੇ ਕਿਸੇ ਇੱਕ ਦੇ ਪੱਖ 'ਚ ਬੋਲਦਾ। ਖੜਾ ਬਿਟਰ ਦੇਖੀ ਗਿਆ, ਮੂੰਹ ਵਿੱਚੋਂ ਆਵਾਜ਼ ਤੱਕ ਨਹੀਂ ਨਿਕਲੀ, ਛੱਡ ਇਹਦਾ ਖਹਿੜਾ, ਆਪਾਂ ਨੂੰ ਹੋਰ ਮੁੰਡਿਆਂ ਦਾ ਘੱਟ ਹੈ। ਅਜਿਹੇ ਆਦਮੀ ਨਾਲ ਤਾਂ ਐਵੇਂ ਜ਼ਿੰਦਗੀ ਬਰਬਾਦ ਕਰਨੀ ਹੁੰਦੀ ਹੈ। ਚਲੋ ਜਵਾਨੀ 'ਚ ਗਲਤ ਫੈਸਲੇ ਹੋ ਹੀ ਜਾਂਦੇ ਆ, ਕਾਲਜ ਵਿੱਚ ਨਾਲ ਪੜ੍ਹਨ ਨਾਲ ਕੋਈ ਪਤਾ ਨਹੀਂ ਲੱਗਦਾ। ਅੱਖਾਂ ਤਾਂ ਉਦੋਂ ਖੁੱਲ੍ਹਦੀਆਂ ਜਦੋਂ ਅਸਲੀ ਜ਼ਿੰਦਗੀ ਭੋਗਣੀ ਪੈਂਦੀ ਹੈ। ਆਖਰ ਉਹਨਾਂ ਤਲਾਕਨਾਮਾ ਲਿਖ ਕੇ ਦੇ ਦਿੱਤਾ। ਸਾਰੇ ਇਸ ਗੱਲ 'ਤੇ ਸਹਿਮਤ ਹੋਏ ਕਿ ਹੁਣ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ। ਇਸ ਤਰ੍ਹਾਂ ਉਹ ਕੰਮੋ ਨੂੰ ਨਾਲ ਲੈ ਕੇ ਰੋਂਦੇ ਕੁਰਲਾਉਂਦੇ ਘਰ ਆ ਗਏ। ਕੰਮੋ ਨੇ ਸਾਰੀ ਵਾਰਤਾ ਉਸ ਆਦਮੀ ਨੂੰ ਸੁਣਾ ਕੇ ਉਹਦੀ ਕਿਰਿਆ ਜਾਣਨ ਲਈ ਉਹਦੇ ਮੂੰਹ ਵੱਲ ਵੇਖਿਆ। ਖੰਡਰ 'ਚ ਹਨੇਰਾ ਸੀ, ਕਦੀ-ਕਦੀ ਬਿਜਲੀ ਦਾ ਲਿਸ਼ਕਾਰਾ ਅੰਦਰ ਚਾਨਣ ਜ਼ਰੂਰ ਕਰ ਜਾਂਦਾ। ਫਿਰ ਵੀ ਕੰਮੋ ਉਸ ਆਦਮੀ ਦੀ ਸ਼ਕਲ ਪੂਰੀ ਤਰ੍ਹਾਂ ਸਾਫ਼ ਨਹੀਂ ਦੇਖ ਸਕੇ, ਪਰ ਉਹ ਇੱਕ ਦੂਜੇ ਨੂੰ ਪਰਛਾਵਿਆਂ ਜਿਹਾ ਵਾਂਗ ਜ਼ਰੂਰ ਵੇਖ ਰਹੇ ਸੀ। ਅੰਗ ਚੌਥਾ। ਕੰਮੋ ਦੀ ਸਾਰੀ ਗੱਲ ਸੁਣ ਕੇ ਉਸ ਆਦਮੀ ਨੇ ਵੱਡਾ ਸਾਰਾ ਹੌਕਾ ਲਿਆ। ਫਿਰ ਕੁਝ ਚਿਰ ਸੋਚ ਕੇ ਕਿਹਾ, ਉਹ ਗੱਲ ਕਿੱਥੋਂ ਚੱਲ ਕੇ ਕਿੱਥੇ ਪਹੁੰਚ ਗਈ? ਅਸੀਂ ਸੱਚਾਈ ਤੋਂ ਕਿੰਨਾ ਦੂਰ ਚਲੇ ਗਏ ਹਾਂ।
ਤੇ ਅਸਲੀਅਤ ਨੂੰ ਕਿੰਨਾ ਪਿੱਛੇ ਛੱਡ ਆਏ ਹਾਂ। ਜੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦਾ ਹਿਸਾਬ ਲਾਇਆ ਜਾਏ ਤਾਂ ਸੱਚਾਈ ਸਮਝ ਆ ਸਕਦੀ ਹੈ ਤੇ ਸਾਡੀ ਅੱਜ ਦੀ ਨਕਲੀ ਜ਼ਿੰਦਗੀ ਬਾਰੇ ਪਤਾ ਲੱਗ ਸਕਦਾ ਹੈ। ਜ਼ਰਾ ਕਲਪਨਾ ਕਰਕੇ ਦੇਖੋ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਇਹ ਸਮਾਜਿਕ ਬੰਧਨ ਨਹੀਂ ਬਣੇ ਸੀ, ਔਰਤ ਇਹਨਾਂ ਬੰਧਨਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਸੀ, ਤਾਂ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਜਾਂਦੀ ਹੈ। ਉਹ ਆਦਮੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵਾਲੇ ਸਮੇਂ ਦੀ ਗੱਲ ਸ਼ੁਰੂ ਕਰਦਾ ਹੈ। ਕਮੋ ਆਪਣੀ ਕਲਪਨਾ ਵਿੱਚ ਹੀ ਉਸ ਸਮੇਂ ਦੀ ਔਰਤ ਨੂੰ ਇੱਕ ਫਿਲਮ ਵਾਂਗ ਆਪਣੇ ਦਿਮਾਗ 'ਚ ਦੇਖਣਾ ਸ਼ੁਰੂ ਕਰ ਦਿੰਦੀ ਹੈ। ਸਵੇਰ ਦਾ ਸਮਾਂ, ਸੂਰਜ ਨਿਕਲਣ ਵਾਲਾ ਹੈ। ਪੂਰਬ ਵੱਲੋਂ ਸੁਨਹਿਰੀ ਰੰਗ ਦੀਆਂ ਕਿਰਨਾਂ ਧਰਤੀ ਉੱਪਰ ਪੈ ਰਹੀਆਂ ਹਨ। ਚਾਰੇ ਪਾਸੇ ਪੰਛੀ ਚਹਿਚਹਾ ਰਹੇ ਹਨ। ਇੱਕ ਛੋਟੀ ਜਿਹੀ ਪਹਾੜੀ ਉੱਪਰ ਇੱਕ ਜੰਗਲੀ ਲੜਕੀ ਖੜੀ ਹੈ। ਸੁੰਦਰ, ਸੁਡੌਲ ਤੇ ਗੁੰਦਿਆ ਹੋਇਆ ਕੁਦਰਤੀ ਸਰੀਰ, ਜਿਸ ਉੱਪਰ ਜਾਨਵਰਾਂ ਦੀ ਖੱਲ ਦੇ ਬਣਾਏ ਹੋਏ ਥੋੜ੍ਹੇ ਜਿਹੇ ਕੱਪੜੇ ਪਾਏ ਹੋਏ ਹਨ, ਜੋ ਉਹਦੇ ਸਰੀਰ ਦੀ ਖੂਬਸੂਰਤੀ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ। ਬੁੱਲ੍ਹਾਂ ਉੱਪਰ ਅਸਲੀ ਤੇ ਆਜ਼ਾਦ ਮੁਸਕਾਨ, ਨਿਰਛਲ ਅੱਖਾਂ ਤੇ ਨੂਰੀ ਚਿਹਰਾ ਜੋ ਸੂਰਜ ਦੀਆਂ ਸੁਨਹਿਰੀ ਕਿਰਨਾਂ ਨਾਲ ਹੋਰ ਵੀ ਨੂਰਾਨੀ ਲੱਗ ਰਿਹਾ ਸੀ। ਉਹ ਕੁਦਰਤ ਦੇ ਸੁਹਾਵਣੇ ਰੂਪ ਤੇ ਦ੍ਰਿਸ਼ ਤੋਂ ਪ੍ਰਭਾਵਿਤ ਹੋ ਕੇ ਆਪਣੀ ਮੌਜ 'ਚ ਮਸਤ ਹਲਕਾ ਜਿਹਾ ਨੱਚ ਰਹੀ ਹੈ। ਪਹਾੜੀ ਤੋਂ ਹੇਠਾਂ ਇੱਕ ਪਗਡੰਡੀ ਉੱਤੇ ਤੁਰਿਆ ਜਾ ਰਿਹਾ ਇੱਕ ਜੰਗਲੀ ਲੜਕਾ ਉਹਨੂੰ ਦੇਖ ਕੇ ਰੁਕ ਜਾਂਦਾ ਹੈ। ਫਿਰ ਉਹਦਾ ਧਿਆਨ ਆਪਣੇ ਵੱਲ ਖਿੱਚਣ ਲਈ ਸੀਟੀ ਵਜਾਉਂਦਾ ਹੈ। ਲੜਕੀ ਵੀ ਉਹਦੇ ਜਵਾਬ 'ਚ ਸੀਟੀ ਵਜਾਉਂਦੀ ਹੈ। ਲੜਕਾ ਉਹਨੂੰ ਹੇਠਾਂ ਆਉਣ ਦਾ ਇਸ਼ਾਰਾ ਕਰਦਾ ਹੈ। ਲੜਕੀ ਉਸ ਵੱਲ ਨੂੰ ਭੱਜ ਪੈਂਦੀ ਹੈ ਤੇ ਉੱਚੀਆਂ ਉੱਚੀਆਂ ਛਾਲਾਂ ਮਾਰਦੀ ਹੋਈ ਉਹਦੇ ਲਾਗੇ ਜਾ ਕੇ ਖੜੀ ਹੋ ਜਾਂਦੀ ਹੈ ਤੇ ਉਹਦਾ ਹੱਥ ਫੜ ਲੈਂਦੀ ਹੈ। ਫਿਰ ਉਹਦੇ ਆਲੇ ਦੁਆਲੇ ਨੱਚਦੀ ਹੋਈ ਗੇੜੇ ਕੱਢਣ ਲੱਗ ਪੈਂਦੀ ਹੈ। ਕੁਝ ਚਿਰ ਪਿੱਛੋਂ ਉਹਦਾ ਹੱਥ ਛੱਡ ਕੇ ਇੱਕ ਪਾਸੇ ਨੂੰ ਭੱਜ ਲੈਂਦੀ ਹੈ। ਲੜਕਾ ਉਹਦੇ ਪਿੱਛੇ ਭੱਜਦਾ ਹੈ। ਇਸ ਤਰ੍ਹਾਂ ਉਹ ਇੱਕ ਦੂਜੇ ਨਾਲ ਛੇੜਖਾਨੀਆਂ ਕਰਦੇ ਤੇ ਆਨੰਦ ਮਾਣਦੇ ਹੋਏ ਦੂਰ ਨਿਕਲ ਜਾਂਦੇ ਹਨ। ਆਖਰ ਉਹ ਥੱਕ ਕੇ ਇੱਕ ਥਾਂ ਉੱਤੇ ਇੱਕ ਦੂਜੇ ਦੇ ਬਰਾਬਰ ਬੈਠ ਜਾਂਦੇ ਹਨ। ਥੋੜ੍ਹਾ ਚਿਰ ਪਿੱਛੋਂ ਹੀ ਉੱਥੇ ਇੱਕ ਹੋਰ ਜੰਗਲੀ ਲੜਕਾ ਆ ਜਾਂਦਾ ਹੈ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ। ਉਹ ਲੜਕੀ ਵੱਲ ਦੇਖ ਕੇ ਅੱਖ ਦਾ ਇਸ਼ਾਰਾ ਕਰਦਾ ਹੈ ਤੇ ਨਾਲ ਹੀ ਸੀਟੀ ਵਜਾਉਂਦਾ ਹੈ। ਲੜਕੀ ਉਹਦੇ ਜਵਾਬ ਵਿੱਚ ਵੀ ਸੀਟੀ ਵਜਾਉਂਦੀ ਹੈ। ਉਹ ਲੜਕਾ ਫਿਰ ਉਹਨਾਂ ਦੇ ਕੋਲ ਆ ਜਾਂਦਾ ਹੈ। ਲੜਕੀ ਉੱਠ ਕੇ ਪਹਿਲੇ ਲੜਕੇ ਵਾਂਗ ਹੀ ਉਸ ਵੱਲ ਪਿਆਰ ਨਾਲ ਦੇਖਦੀ ਹੋਈ ਉਹਦਾ ਹੱਥ ਫੜ ਲੈਂਦੀ ਹੈ। ਲੜਕਾ ਉਹਨੂੰ ਆਪਣੇ ਨਾਲ ਚੱਲਣ ਦਾ ਇਸ਼ਾਰਾ ਕਰਦਾ ਹੈ। ਲੜਕੀ ਉਹਦਾ ਹੱਥ ਛੱਡ ਕੇ ਹੱਸਦੀ ਹੋਈ ਪਿੱਛੇ ਹਟ ਜਾਂਦੀ ਹੈ ਤੇ ਉਸ ਦੇ ਦੁਆਲੇ ਨੱਚਦੀ ਹੋਈ ਗੇੜੇ ਕੱਢਣ ਲੱਗ ਜਾਂਦੀ ਹੈ। ਪਹਿਲਾ ਲੜਕਾ ਉਹਨੂੰ ਅੱਖਾਂ 'ਚ ਘੂਰਦਾ ਹੈ। ਉਹ ਨੱਚਣਾ ਛੱਡ ਕੇ ਇੱਕਦਮ ਸਿੱਧੀ ਖੜੀ ਹੋ ਜਾਂਦੀ ਹੈ। ਜਵਾਬ 'ਚ ਉਹਨੂੰ ਅੱਖਾਂ ਦਿਖਾਉਂਦੀ ਹੈ। ਉਹ ਲੜਕਾ ਉੱਠ ਕੇ ਉਸ ਵੱਲ ਅੱਗੇ ਵੱਧਦਾ ਹੈ। ਉਹ ਦੂਸਰੇ ਲੜਕੇ ਵੱਲ ਦੇਖਦੀ ਹੋਈ ਪਿੱਛੇ ਹਟ ਜਾਂਦੀ ਹੈ। ਦੂਸਰਾ ਲੜਕਾ ਪਹਿਲੇ ਲੜਕੇ ਦੇ ਸਾਹਮਣੇ ਖੜਾ ਹੋ ਜਾਂਦਾ ਹੈ। ਉਹ ਇੱਕ ਦੂਸਰੇ ਨੂੰ ਅੱਖਾਂ ਦਿਖਾਉਂਦੇ ਹਨ। ਲੜਕੀ ਇੱਕ ਪਾਸੇ ਹੋ ਜਾਂਦੀ ਹੈ ਤੇ ਉਹਨਾਂ ਨੂੰ ਤਾਕਤ ਦਿਖਾਉਣ ਦਾ ਇਸ਼ਾਰਾ ਕਰਦੀ ਹੈ। ਉਹ ਦੋਨੋਂ ਇੱਕ ਦੂਜੇ ਉੱਤੇ ਝਪਟ ਪੈਂਦੇ ਹਨ ਤੇ ਗੁੱਥਮ ਗੁੱਥਾ ਹੋ ਜਾਂਦੇ ਹਨ। ਲੜਕੀ ਹੱਸਦੀ ਹੋਈ ਉਹਨਾਂ ਦੇ ਚਾਰ ਚੁਫੇਰੇ ਚੱਕਰ ਕੱਟਦੀ ਹੈ। ਲੜਦੇ ਲੜਦੇ ਜਦੋਂ ਉਹਨਾਂ ਵਿੱਚੋਂ ਕੋਈ ਹੇਠਾਂ ਡਿੱਗ ਪੈਂਦਾ ਤਾਂ ਲੜਕੀ ਝੱਟ ਦੂਜੇ ਨੂੰ ਰੋਕ ਕੇ ਉਹਨੂੰ ਉਠਾਉਂਦੀ ਹੈ ਤੇ ਉੱਠਣ 'ਚ ਸਹਾਇਤਾ ਵੀ ਕਰਦੀ ਹੈ। ਦੂਸਰੇ ਦੀ ਪਿੱਠ ਥਾਪੜਦੀ ਉਹ ਇਸੇ ਤਰ੍ਹਾਂ ਹੀ ਕਰਦੀ, ਭਾਵੇਂ ਦੋਨਾਂ 'ਚੋਂ ਕੋਈ ਹੋਵੇ। ਉਹ ਕਿਸੇ ਦਾ ਪੱਖ ਨਹੀਂ ਲੈ ਰਹੀ ਸੀ। ਜਦੋਂ ਦੋਨਾਂ ਦੀ ਬਰਾਬਰ ਦੀ ਟੱਕਰ ਹੁੰਦੀ ਹੈ ਤਾਂ ਉਹ ਤਾੜੀ ਵਜਾਉਂਦੀ। ਆਖਰ ਪਹਿਲਾ ਲੜਕਾ ਪਿੱਛੇ ਹਟ ਜਾਂਦਾ ਹੈ। ਲੜਕੀ ਉਹਨੂੰ ਅੰਗੂਠਾ ਦਿਖਾਉਂਦੀ ਹੈ ਤਾਂ ਹੋਰ ਵੀ ਪਿੱਛੇ ਹਟ ਜਾਂਦਾ ਹੈ, ਪਰ ਉਹ ਚੁੱਪਚਾਪ ਖੜਾ ਰਹਿੰਦਾ ਹੈ। ਜਿੱਤਣ ਵਾਲਾ ਅੱਗੇ ਵੱਧ ਕੇ ਉਸ ਉੱਪਰ ਵਾਰ ਕਰਨ ਲੱਗਦਾ ਹੈ ਤਾਂ ਲੜਕੀ ਝੱਟ ਦੋਨਾਂ ਦੇ ਵਿਚਕਾਰ ਹੋ ਕੇ ਰੋਕ ਦਿੰਦੀ ਹੈ ਤੇ ਉਹਦਾ ਹੱਥ ਫੜ ਕੇ ਉਹਨੂੰ ਦੂਜੇ ਪਾਸੇ ਵੱਲ ਲੈ ਜਾਂਦੀ ਹੈ। ਹਾਰਨ ਵਾਲਾ ਲੜਕਾ ਚੁੱਪਚਾਪ ਉੱਥੋਂ ਚਲਿਆ ਜਾਂਦਾ ਹੈ। ਕੰਮੋ ਆਪਣੀ ਕਲਪਨਾ 'ਚ ਸੀਨ ਦੇਖਦੀ ਹੋਈ ਗੁੰਮਸੁੰਮ ਜਿਹਾ ਹੋਈ ਬੈਠੀ ਸੀ ਤਾਂ ਉਸ ਆਦਮੀ ਨੇ ਉਹਨੂੰ ਹਲੂਣ ਕੇ ਕਿਹਾ, ਕੰਮੋ ਜੀ, ਉਸ ਸਮੇਂ ਦੇ ਮਰਦ ਨੂੰ ਔਰਤ ਹਾਸਲ ਕਰਨ ਵਾਸਤੇ ਇੱਕ ਸੱਚਾ ਮਰਦ ਬਣਨਾ ਪੈਂਦਾ ਸੀ ਤੇ ਆਪਣੇ ਅੰਦਰ ਸਾਰੀਆਂ ਖੂਬੀਆਂ ਪੈਦਾ ਕਰਨੀਆਂ ਪੈਂਦੀਆਂ ਸਨ, ਤਾਂ ਹੀ ਉਹ ਕਿਸੇ ਔਰਤ ਦਾ ਦਿਲ ਜਿੱਤ ਸਕਦਾ ਸੀ। ਉਸ ਸਮੇਂ ਧਰਮ ਤੇ ਸਮਾਜ ਦੇ ਬੰਧਨ ਇਹਦੀ ਸਹਾਇਤਾ ਲਈ ਨਹੀਂ ਬਣੇ ਸਨ, ਪਰ ਅੱਜ ਦੇ ਮਰਦ ਨੂੰ ਔਰਤ ਵੀ ਮਿਲਦੀ ਹੈ ਤੇ ਨਾਲ ਪੈਸਾ ਵੀ ਮੰਗਦਾ ਹੈ। ਔਰਤ ਨੂੰ ਜਿਉਣ ਦਿੱਤਾ ਜਾਂਦਾ ਹੈ। ਇਸ ਗੱਲ ਦਾ ਵੀ ਉਸ ਉੱਪਰ ਅਹਿਸਾਨ ਕੀਤਾ ਜਾਂਦਾ ਹੈ। ਜੇ ਅੱਜ ਧਾਰਮਿਕ ਤੇ ਸਮਾਜਿਕ ਕਾਨੂੰਨ ਤੇ ਬੰਧਨ ਜੋ ਮਰਦ ਨੇ ਆਪਣੀਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਲੁਕਾਉਣ ਲਈ ਬਣਾਏ ਹਨ ਹਟਾ ਦਿੱਤੇ ਜਾਣ ਤਾਂ ਜ਼ਰਾ ਸੋਚ ਕੇ ਦੇਖੋ ਕਿ ਕਿੰਨੇ ਕੁ ਮਰਦ ਨਿਕਲਣਗੇ ਜੋ ਔਰਤ ਦਾ ਦਿਲ ਜਿੱਤਣ ਦੀ ਹਿੰਮਤ ਤੇ ਦਲੇਰੀ ਰੱਖਦੇ ਹਨ। ਇਸ ਕਰਕੇ ਅੱਜ ਦਾ ਮਰਦ ਇਹਨਾਂ ਕਾਨੂੰਨਾਂ ਤੇ ਬੰਧਨਾਂ ਦੀ ਮਦਦ ਨਾਲ ਸਿਰਫ ਨਾਮ ਦਾ ਹੀ ਮਰਦ ਰਹਿ ਗਿਆ ਹੈ। ਇਸ ਤਰ੍ਹਾਂ ਦਾ ਮਰਦ ਪ੍ਰਧਾਨ ਸਮਾਜ ਬਣਾ ਕੇ ਕਿੰਨਾ ਕਮਜ਼ੋਰ ਤੇ ਘਟੀਆ ਬਣ ਗਿਆ। ਇਹਨੇ ਔਰਤ ਨੂੰ ਤਾਂ ਤਮਾਸ਼ਾ ਬਣਾਇਆ ਹੀ ਹੈ, ਪਰ ਇਹਦੇ ਨਾਲ ਹੀ ਖੁਦ ਵੀ ਆਪ ਤਮਾਸ਼ਾ ਬਣ ਕੇ ਰਹਿ ਗਿਆ। ਦੀਪ ਨੇ ਬੜੇ ਆਰਾਮ ਨਾਲ ਕਹਿ ਦਿੱਤਾ ਕਿ ਮੈਨੂੰ ਤਾਂ ਕੋਈ ਫਰਕ ਨਹੀਂ ਪਏਗਾ, ਰਾਜਕੁਮਾਰੀ ਵੀ ਮਿਲ ਜਾਏਗੀ, ਪਰ ਤੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ। ਪਰ ਕਿਉਂ? ਸੋਚਣ ਵਾਲੀ ਗੱਲ ਹੈ। ਵਿਆਹ ਤਾਂ ਦੋਨਾਂ ਦਾ ਹੀ ਹੋਇਆ ਸੀ। ਤੇਰੀ ਜ਼ਿੰਦਗੀ ਬਰਬਾਦ ਹੋ ਗਈ, ਨਾਲ ਹੀ ਦੀਪ ਦੀ ਵੀ ਹੋਣੀ ਚਾਹੀਦੀ ਸੀ।
ਜਾਂ ਫਿਰ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ। ਤੇਰੀ ਇਕੱਲੀ ਦੀ ਹੀ ਜ਼ਿੰਦਗੀ ਬਰਬਾਦ ਕਿਉਂ ਹੋਈ? ਜੋ ਤੇਰਾ ਹੁਣ ਜਿਉਣ ਦਾ ਕੋਈ ਹੱਜ ਨਹੀਂ ਰਿਹਾ ਤਾਂ ਉਹਦਾ ਵੀ ਨਹੀਂ ਰਹਿਣਾ ਚਾਹੀਦਾ। ਕਿੰਨੀ ਇੱਕ ਤਰਫਾ ਤੇ ਬੇਤੁਕੀ ਗੱਲ ਹੈ। ਨਿਰੋਲ ਬੇਇਨਸਾਫੀ ਤੇ ਇੱਕ ਤਰਫਾ ਮਨਮਰਜ਼ੀ ਦਾ ਫੈਸਲਾ ਹੈ ਕਿ ਜੇ ਉਸ ਜੰਗਲੀ ਕੁੜੀ ਨਾਲ ਕੋਈ ਅਜਿਹੀ ਘਟਨਾ ਹੋ ਜਾਂਦੀ ਤਾਂ ਕੀ ਉਹ ਆਪਣੀ ਜ਼ਿੰਦਗੀ ਬਰਬਾਦ ਸਮਝਦੀ? ਬਿਲਕੁਲ ਨਹੀਂ। ਕਿ ਅੱਜ ਕੱਲ੍ਹ ਦੀ ਪੜ੍ਹੀ ਲਿਖੀ ਲੜਕੀ ਉਸ ਅਨਪੜ੍ਹ ਜੰਗਲੀ ਕੁੜੀ ਨਾਲੋਂ ਘਟੀਆ ਤੇ ਡਰਪੋਕ ਜ਼ਿੰਦਗੀ ਨਹੀਂ ਗੁਜ਼ਾਰ ਰਹੀ? ਕੀ ਇਹ ਔਰਤ ਦੇ ਹੱਕ ਦੇ ਉੱਤੇ ਡਾਕਾ ਨਹੀਂ? ਕੀ ਇਹਨੂੰ ਨਵੇਂ ਜ਼ਮਾਨੇ ਦੀ ਪੜ੍ਹੀ ਲਿਖੀ ਤਰੱਕੀ ਕਰ ਚੁੱਕੀ ਮਾਡਰਨ ਔਰਤ ਮੰਨਿਆ ਜਾ ਸਕਦਾ? ਦੁਨੀਆ ਦੇ ਸਾਰੇ ਪਸ਼ੂ ਪੰਛੀਆਂ ਵਿੱਚ ਇਹ ਵਤੀਰਾ ਅੱਜ ਵੀ ਜਾਰੀ ਹੈ। ਇਸ ਧਰਤੀ ਉੱਪਰ ਜੀਵਨ ਭੋਗ ਰਹੇ ਸਾਰੇ ਪ੍ਰਾਣੀਆਂ ਵਿੱਚੋਂ ਸਿਰਫ ਇਕੱਲਾ ਆਦਮੀ ਹੀ ਅਜਿਹਾ ਹੈ ਜਿਹਨੇ ਮਦੀਨ ਨੂੰ ਇਸ ਹੱਦ ਤੱਕ ਜ਼ਲੀਲ ਕਰਕੇ ਨਿਰਾਸ਼ਾਵਾਦੀ ਬਣਾਇਆ। ਅੱਜ ਦੀ ਦੁਨੀਆ 'ਚ ਮਨੁੱਖ ਅੰਦਰ ਆਈਆਂ ਬੁਰਾਈਆਂ ਦਾ ਹੋਰ ਕਈ ਕਾਰਨਾਂ ਵਿੱਚੋਂ ਇਹ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਆਦਮੀ ਨੇ ਆਪਣੇ ਆਪ ਨੂੰ ਔਰਤ ਪੱਖੋਂ ਇੰਨਾ ਬੇਫਿਕਰ ਕਰ ਲਿਆ ਹੈ ਕਿ ਇਹਦਾ ਜ਼ਿੰਦਗੀ ਵਿੱਚ ਔਰਤ ਕਦੀ ਵੀ ਟੈਸਟ ਨਹੀਂ ਲੈ ਸਕਦੀ ਕਿ ਅੱਗੋਂ ਨਸਲ ਚਾਲੂ ਰੱਖਣ ਜਾਂ ਔਰਤ ਦੇ ਯੋਗ ਹੈ ਵੀ ਕਿ ਨਹੀਂ। ਅੱਜ ਦੀ ਔਰਤ ਬਾਰੇ ਫੜਾਂ ਮਾਰੀਆਂ ਜਾਂਦੀਆਂ ਕਿ ਜੀ ਪ੍ਰਧਾਨ ਮੰਤਰੀ ਹੈ, ਜੀ ਇਹ ਰਾਸ਼ਟਰਪਤੀ ਹੈ, ਇਹਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਗਏ। ਸਭ ਝੂਠੀਆਂ ਤੇ ਸ਼ਰਾਰਤੀ ਗੱਲਾਂ ਹਨ। ਅੱਜ ਦੀ ਔਰਤ ਪਹਿਲਾਂ ਵਾਲੀ ਔਰਤ ਨਾਲੋਂ ਕਿਤੇ ਵੱਧ ਗੁਲਾਮ ਤੇ ਮਰਦ ਦੇ ਅਤਿਆਚਾਰਾਂ ਦਾ ਸ਼ਿਕਾਰ ਹੈ। ਆਦਮੀ ਚੁੱਪ ਹੋ ਗਿਆ। ਕੁਝ ਚਿਰ ਖਾਮੋਸ਼ੀ ਛਾਈ ਰਹੀ। ਉਹਦੀਆਂ ਇਹ ਨਵੀਂ ਕਿਸਮ ਦੀਆਂ ਗੱਲਾਂ ਸੁਣ ਕੇ ਕੰਮੋਂ ਦਾ ਮਨ ਕਾਫੀ ਪ੍ਰਭਾਵਿਤ ਹੋ ਚੁੱਕਿਆ ਸੀ। ਖੁਦਕੁਸ਼ੀ ਕਰਨ ਆਈ ਕੰਮੋਂ ਲਗਭਗ ਆਪਣਾ ਇਰਾਦਾ ਭੁੱਲ ਹੀ ਗਈ ਸੀ। ਉਹਨੇ ਹੈਰਾਨੀ ਨਾਲ ਉਸ ਆਦਮੀ ਵੱਲ ਵੇਖਿਆ। ਹਾਂ, ਹੁਣ ਤੁਸੀਂ ਅੱਗੇ ਗੱਲ ਸੁਣਾਓ ਕਿ ਤੁਸੀਂ ਖੁਦਕੁਸ਼ੀ ਕਰਨ ਦਾ ਫੈਸਲਾ ਕਿਹਨਾਂ ਕਾਰਨਾਂ ਕਰਕੇ ਕੀਤਾ? ਉਸ ਆਦਮੀ ਨੇ ਕਿਹਾ। ਕੰਮੋਂ ਨੇ ਕੁਝ ਵੱਟ ਜਿਹੇ ਪਹਿਲਾਂ ਵਾਂਗ ਹੀ ਖਾਧੇ ਤੇ ਫਿਰ ਗੱਲ ਸ਼ੁਰੂ ਕੀਤੀ। ਤਲਾਕ ਦੇ ਕੇ ਪਿੰਡ ਆਉਣ ਪਿੱਛੋਂ ਕੰਮੋਂ ਘਰੋਂ ਬਾਹਰ ਹੀ ਨਹੀਂ ਨਿਕਲਦੀ ਸੀ। ਉਹ ਅਤਿਅੰਤ ਉਦਾਸ ਹੋਈ ਅੰਦਰ ਹੀ ਪਈ ਰਹਿੰਦੀ। ਸਾਰੇ ਪਿੰਡ 'ਚ ਖਬਰ ਫੈਲ ਗਈ ਸੀ। ਲੋਕ ਹਮਦਰਦੀ ਪ੍ਰਗਟ ਕਰਨ ਲਈ ਉਹਦੇ ਬਾਪ ਕੋਲ ਆਉਂਦੇ। ਮੋੜ ਘੋੜ ਕੇ ਗੱਲ ਇੱਥੇ ਖਿਡਾਉਂਦੀ ਕਿ ਕੁੜੀ ਨੂੰ ਬਹੁਤਾ ਪੜ੍ਹਾਉਣਾ ਹੀ ਨਹੀਂ ਚਾਹੀਦਾ, ਇਹਨਾਂ ਨੂੰ ਇਕੱਲੀਆਂ ਨਹੀਂ ਛੱਡਣਾ ਚਾਹੀਦਾ, ਹਮੇਸ਼ਾ ਆਪਣੀ ਨਜ਼ਰ ਹੇਠ ਰੱਖਣਾ ਚਾਹੀਦਾ। ਚਲੋ ਖੈਰ, ਜੋ ਹੋਣਾ ਸੀ ਉਹ ਹੋ ਗਿਆ। ਹੁਣ ਤੁਸੀਂ ਭਾਈ ਸਾਹਿਬ ਬਹੁਤੀ ਚਿੰਤਾ ਨਾ ਕਰੋ, ਹੋਰ ਰਿਸ਼ਤੇ ਬਥੇਰੇ ਮਿਲ ਜਾਣਗੇ। ਔਰਤਾਂ ਕੰਮੋਂ ਦੀ ਮਾਂ ਕੋਲ ਆਉਂਦੀਆਂ। ਉਹਨਾਂ ਦਾ ਅਫਸੋਸ ਕਰਨ ਦਾ ਢੰਗ ਆਦਮੀਆਂ ਨਾਲੋਂ ਵੱਖਰਾ ਸੀ। ਉਹਨਾਂ ਦੀਆਂ ਹਮਦਰਦੀ ਭਰੀਆਂ ਗੱਲਾਂ 'ਚ ਹਲਕੀ ਜਿਹੀ ਠੋਕਰ ਵੀ ਹੁੰਦੀ। ਕੰਮੋਂ ਅੰਦਰ ਪਈ ਸਾਰਾ ਕੁਝ ਸੁਣਦੀ ਰਹਿੰਦੀ, ਪਰ ਉਹ ਕਿਸੇ ਦੀ ਵੀ ਗੱਲ 'ਚ ਦਖਲਅੰਦਾਜ਼ੀ ਨਹੀਂ ਕਰਦੀ ਸੀ। ਉਹਨੂੰ ਇਉਂ ਲੱਗ ਰਿਹਾ ਸੀ ਇਹ ਹਮਦਰਦ ਲੋਕ ਲਗਭਗ ਠੀਕ ਹੀ ਤਾਂ ਕਹਿ ਰਹੇ ਹਨ। ਉਹਦੇ ਮਾਂ-ਬਾਪ ਬਹੁਤ ਨੇਕ ਸਨ। ਉਹ ਆਪਣੀ ਧੀ ਦੇ ਦੁੱਖ ਨੂੰ ਸਮਝ ਰਹੇ ਸਨ। ਉਹਨੂੰ ਫਿਟਕਾਰਾਂ ਪਾਉਣ ਦੀ ਥਾਂ ਸਗੋਂ ਦਿਲਾਸਾ ਦਿੰਦੇ ਕਿ ਕੋਈ ਗੱਲ ਨਹੀਂ, ਇਹ ਉਮਰ ਸਮਝ ਇੰਨੀ ਡੂੰਘੀ ਨਹੀਂ ਹੁੰਦੀ। ਤੈਂ ਤਾਂ ਠੀਕ ਹੀ ਕੀਤਾ ਸੀ, ਉਹੀ ਬੰਦੇ ਗਲਤ ਸਨ। ਅਜਿਹੀਆਂ ਗੱਲਾਂ ਦੀ ਦੂਰ ਤੱਕ ਪਰਖ ਕਰਨ ਦੀ ਸਮਰੱਥਾ ਇਸ ਉਮਰ 'ਚ ਘੱਟ ਹੀ ਹੁੰਦੀ ਹੈ। ਤੂੰ ਬਹੁਤੀ ਚਿੰਤਾ ਨਾ ਕਰ, ਅਜੇ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਸ ਤਰ੍ਹਾਂ ਹੌਲੀ-ਹੌਲੀ ਕੰਮੋਂ ਇਸ ਦਰਦ ਭਰੀ ਕਹਾਣੀ ਦੀ ਚੋਟ ਨੂੰ ਆਪਣੀ ਅਗਿਆਨਤਾ ਸਮਝ ਕੇ ਭੁੱਲਣ ਲੱਗੇ। ਜਿਸ ਇਨਸਾਨ ਦਾ ਦੁੱਖ ਵੰਡਾਉਣ ਵਾਲੇ ਬਹੁਤ ਸਾਰੇ ਹਮਦਰਦ ਹੋਣ, ਉੱਥੇ ਆਖਰ ਆਦਮੀ ਹੌਸਲਾ ਛੱਡ ਹੀ ਜਾਂਦਾ ਹੈ ਤੇ ਦੁੱਖ ਵੰਡਿਆ ਜਾਂਦਾ ਹੈ। ਉਹ ਕਦੀ ਕਦਾਰ ਬਾਹਰ ਵੀ ਆਉਣ ਜਾਣ ਲੱਗ ਪਈ। ਕੁਝ ਲਫੰਗੜ ਜਿਹੇ ਮੁੰਡਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਉਹਨੂੰ ਹੌਸਲਾ ਦਿੱਤਾ। ਕਿਸੇ ਨੇ ਵੀ ਉਹਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਨਾ ਕੀਤੀ। ਫਿਰ ਵੀ ਕੰਮੋਂ ਅੰਦਰ ਹੀ ਅੰਦਰ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਕਿਉਂਕਿ ਇਹ ਰਿਸ਼ਤਾ ਉਹਨੇ ਆਪ ਚੁਣਿਆ ਸੀ। ਜੇ ਇਹ ਰਿਸ਼ਤਾ ਉਹਦੇ ਮਾਂ-ਬਾਪ ਨੇ ਚੁਣਿਆ ਹੁੰਦਾ ਤਾਂ ਗੱਲ ਹੋਰ ਸੀ। ਕੰਮੋਂ ਨੂੰ ਇਹ ਸਦਮਾ ਭੁੱਲਣਾ ਸੌਖਾ ਹੁੰਦਾ। ਭਾਵੇਂ ਉਹ ਬਾਹਰ ਆਉਣ ਜਾਣ ਲੱਗ ਪਈ ਸੀ, ਸਾਰਾ ਪਿੰਡ ਉਸ ਨਾਲ ਹਮਦਰਦੀ ਜਤਾ ਰਿਹਾ ਸੀ, ਫਿਰ ਵੀ ਕੰਮੋਂ ਦਾ ਹਸੂ ਕਰਦਾ ਹਰ ਸਮੇਂ ਖਿੜਿਆ ਰਹਿਣ ਵਾਲਾ ਚਿਹਰਾ ਮੁਰਝਾ ਗਿਆ ਸੀ। ਉਹ ਨਾ ਕਦੀ ਹੱਸਦੀ ਸੀ, ਨਾ ਮੁਸਕਰਾਉਂਦੀ ਸੀ, ਬਸ ਚੁੱਪ ਚਪੀਤੀ ਹੀ ਰਹਿੰਦੀ ਸੀ। ਉਹ ਪਹਿਲਾਂ ਵਾਲਾ ਜਵਾਨੀ ਦਾ ਖੁਮਾਰ ਤੇ ਖਲੰਡਰਾਪਨ ਕਿਧਰੇ ਹੀ ਲੋਪ ਹੋ ਗਿਆ ਸੀ। ਧੰਨਵਾਦ।